मरता मरता जग मुआ, मर भी न जानै कोय। ऐसी मरनी जो मरै, बहुर न मरना होय। कबीर जिस मरने ते जग डरै, मेरे मन आनंद। मरने ही ते पाइयै, पूरन परमानंद। मरने ही ते पाइयै, पूरन परमानंद। जुगो जुग अटल, चबर छतर तख्त दे मालक, दुनिया दे सांझे रहबर सतगुरु, धन धन साहिब श्री गुरु ग्रंथ साहिब महाराज जी दे पावन पवित्र दरबार दे अंदर जुड़ बैठी साध संगत जी, आओ सब तो पहला सतगुरां दे पावन पवित्र दरबार दे विच लवाइए आपो अपनियां हाजरियां, अपनियां मनोबिरतियां नूं करिए एकागर। चित्त नूं जोड़िए गुरु पातशाह जी दे चरण कमलों दे नाल। दसवें पातशाह साहिब श्री गुरु गुरु गोबिंद सिंह साहिब महाराज जी वालों बख्शिश किया होया फतेह का नारा बुलंद करते हुए सारी संगत एक बार गज के बुलाओ फतेह जी। आखो वाहिगुरु जी का खालसा, वाहिगुरु जी की फतेह। गुरबाणी दे मुताबक गुरु ग्रंथ साहिब महाराज जी दे विच मौत नूं एक सच कहा गया है, जो कि असी जिंदगी इत्थे दुनिया दे विच इस धरती ते बतीत करते हाँ, वो जिउण नूं महाराज ने गुरबाणी दे अंदर झूठ कहा है। क्योंकि बाणी दे विच बड़े कथन हैं। महाराज कहंदे इस दुनिया दे विच मनुख इस जिउण नूं सच जान के, इस जग नूं सच जान के, सृष्टि दे विच बसण नूं सच जान के, भुलेखे दे विच पै के जिंदगी जिउंदा है। महाराज जी बाणी दे विच फरमान करते ने, जग झूठे को साच जान कै, तां स्यों रुच उपजाई। महाराज कहते मनुख ने झूठे जग नूं सच्चा जानिया होया है, ते इस झूठ दे विच जिउंदियां होया मनुख दुनिया दे नाल सच समझ के लोभ लालचां मोह दे विच पै के दुनिया नाल खेड खेड रहा है, दुनिया दे नाल प्यार बना रहा है। पर सतगुरु जी कहंदे जे जिंदगी दे विच मनुखा जीवन दे अंदर आके तो उस परमात्मा परमेश्वर प्यारे दे नाल प्यार बनाएगा, तां तेरी दुनिया दे विच जो तू शरीर धार के आया है, इत्थे आउणा तेरा सफल है। महाराज कहंदे इस संसार नूं तां
ਝੂਠ ਕਹਿ ਦਿੱਤਾ ਬਾਣੀ ਨੇ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਚਨ ਮਿਲਦੇ ਆ ਗੁਰਬਾਣੀ ਦੇ ਅੰਦਰੋਂ। ਸਤਿਗੁਰੂ ਜੀ ਕਹਿੰਦੇ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਸੰਸਾਰ ਦੇ ਵਿੱਚ ਕਹਿੰਦੇ ਮੈਂ ਦੁਨੀਆ ਦੀ ਪ੍ਰੀਤ ਨੂੰ, ਪਿਆਰ ਨੂੰ ਝੂਠੇ ਦੇਖਿਆ। ਇਹ ਝੂਠ ਦੀ ਇੱਕ ਮੁਨਿੰਦ ਹੈ, ਝੂਠ ਦੀ ਇੱਕ ਪਾਲ ਹੈ, ਝੂਠ ਦੀ ਇੱਕ ਭੀਤ ਹੈ। ਮਹਾਰਾਜ ਕਹਿੰਦੇ ਇਹ ਝੂਠ ਦੀ ਕੰਧ ਸੰਸਾਰ ਦੇ ਵਿੱਚ ਮੈਂ ਤੱਕੀ ਹੈ, ਮੈਂ ਵੇਖੀ ਹੈ। ਮਹਾਰਾਜ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉ ਸਭ ਲਾਗੇ। ਇਹਨੂੰ ਝੂਠਾ ਕਿਉਂ ਕਿਹਾ ਸੰਸਾਰ ਨੂੰ ਮਹਾਰਾਜ ਨੇ? ਕਹਿੰਦੇ ਇਸ ਸੰਸਾਰ ਦੇ ਵਿੱਚ ਹਰ ਕੋਈ, ਭਾਵੇਂ ਕੋਈ ਵੀ ਰਿਸ਼ਤਾ ਹੈ ਉਹਦੇ ਨਾਲ, ਸਰੀਰ ਨਾਲ, ਮਹਾਰਾਜ ਕਹਿੰਦੇ ਉਹ ਸਾਰੇ ਆਪਦੇ ਆਪਦੇ ਸੁੱਖਾਂ ਨੂੰ ਲੋੜਦੇ ਆ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉ ਸਭ ਲਾਗੇ। ਮਹਾਰਾਜ ਕਹਿੰਦੇ ਆਪਦੇ ਸੁੱਖਾਂ ਨਾਲ ਲੱਗੇ ਹੋਏ ਆ ਸਭ, ਸਭ ਆਪਦੇ ਸੁੱਖਾਂ ਨੂੰ ਲੋੜਦੇ ਹਨ। ਸਤਿਗੁਰੂ ਜੀ ਕਹਿੰਦੇ ਆਪਣੇ ਹੀ ਸੁੱਖ ਸਿਉ ਸਭ ਲਾਗੇ। ਅੱਗੇ ਕਹਿੰਦੇ ਕਿਆ ਦਾਰਾ ਕਿਆ ਮੀਤ, ਭਾਵੇਂ ਉਹ ਘਰ ਵਾਲੀ ਹੈ, ਇਸਤਰੀ ਹੈ, ਚਾਹੇ ਉਹ ਮਿੱਤਰ ਪਿਆਰੇ ਦੋਸਤ ਨੇ। ਇਹ ਸੰਸਾਰ ਦੇ ਵਿੱਚ ਜਿਉਣਾ ਇੱਕ ਝੂਠ ਹੈ। ਅਸਲ ਦੇ ਵਿੱਚ ਮੌਤ ਹੀ ਇੱਕ ਅਟੱਲ ਸੱਚਾਈ ਹੈ ਜੀ, ਮਰਨਾ ਹੀ ਸੱਚ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹਦੇ ਮੌਤ ਚੇਤੇ ਦੇ ਵਿੱਚ ਹੈ, ਜਿਹਦੇ ਮੌਤ ਯਾਦ ਹੈ, ਜਿਹਦੇ ਮਰਨਾ ਯਾਦ ਹੈ ਵੀ ਇੱਕ ਦਿਨ ਮੈਂ ਮਰਨਾ ਹੈ, ਇੱਕ ਦਿਨ ਮੈਨੂੰ ਮੌਤ ਆਉਣੀ ਹੈ, ਇੱਕ ਦਿਨ ਮੈਂ ਸੰਸਾਰ ਦੇ ਵਿੱਚੋਂ ਜਾਣਾ ਹੈ। ਮਹਾਰਾਜ ਕਹਿੰਦੇ ਉਹ ਪਰਮਾਤਮਾ ਨਾਲ ਪਿਆਰ ਬਣਾ ਲੈਂਦਾ ਹੈ, ਉਹ ਪਰਮੇਸ਼ਰ ਦੇ ਨੇੜੇ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਿਕਟ ਹੋ ਜਾਂਦਾ ਹੈ। ਉਹਨੂੰ ਚੇਤੇ ਦੇ ਵਿੱਚ ਰੱਖ ਕੇ ਸਦਾ ਲਈ ਪਰਮਾਤਮਾ ਦਾ ਪਿਆਰਾ ਬਣ ਜਾਂਦਾ ਉਹ ਮਨੁੱਖ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਭਾਈ ਉਸ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਉਸ ਪਰਮੇਸ਼ਰ ਨੂੰ ਚੇਤੇ ਦੇ ਵਿੱਚ ਨਹੀਂ ਲਿਆਉਂਦਾ, ਉਹ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਗਾਉਂਦਾ, ਕਹਿਣ ਦਾ ਭਾਵ ਗੁਰਬਾਣੀ ਨਹੀਂ ਪੜ੍ਹਦਾ, ਉਹ ਤੇ ਦੁਨੀਆ ਦੇ ਵਿੱਚ ਇੱਕ ਜਿਉਂ ਰਿਹਾ ਹੈ, ਸਰੀਰ ਕਰਕੇ ਦਿਨ ਕੱਟ ਰਿਹਾ ਹੈ, ਪਰ ਨਰਕ ਦੇ ਵੱਲ ਨੂੰ ਆਪਦਾ ਰਸਤਾ ਬਣਾ ਰਿਹਾ ਹੈ, ਪਰਮਾਤਮਾ ਨਾਲੋਂ ਦੂਰੀ ਪਾ ਰਿਹਾ ਹੈ। ਮੈਂ ਬੇਨਤੀ ਕਰਾਂ ਭੈਣਾਂ ਨੂੰ, ਗੱਲਾਂ ਬਾਤਾਂ ਨਾ ਕਰੋ ਜੀ, ਸਮਝੋ ਇਸ ਗੱਲ ਨੂੰ। ਇਹ ਗੱਲਾਂ ਨਹੀਂ ਮੁੱਕਦੀਆਂ, ਗੱਲਾਂ ਤਾਂ ਉਦੋਂ ਮੁੱਕਦੀਆਂ ਜੀ ਜਿੱਦੇ ਚਾਰ ਬੰਦੇ ਚੁੱਕ ਕੇ ਸਿਵਿਆਂ ਤੱਕ ਲੈ ਜਾਂਦੇ ਆ, ਉਸ ਦਿਨ ਸਭ ਦੀਆਂ ਗੱਲਾਂ ਮੁੱਕ ਜਾਂਦੀਆਂ ਨੇ। ਕਿਉਂਕਿ ਸ਼ਹਿਨਸ਼ਾਹ ਦਾ ਦਰਬਾਰ ਸਜਿਆ ਹੋਇਆ ਜੀ, ਅਕਾਲ ਪੁਰਖ ਦੇ ਸਰੂਪ ਜਿਹੜੇ ਦੁਨੀਆ ਨੂੰ ਤਾਰ ਰਹੇ ਨੇ ਸੰਸਾਰ ਦੇ ਅੰਦਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ, ਉਹਨਾਂ ਦਾ ਦਰਬਾਰ ਸਜਿਆ ਹੋਇਆ ਤੇ ਸਾਡੀਆਂ ਗੱਲਾਂ ਇੱਥੇ ਚੰਗੀਆਂ ਨਹੀਂ ਲੱਗਦੀਆਂ। ਤਾਂ ਮੈਂ ਬੇਨਤੀ ਕਰਾਂ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅੱਜ ਮੈਂ ਗੁਰੂ ਕਿਰਪਾ ਕਰੇ, ਵੈਸੇ ਤਾਂ ਤੁਸੀਂ ਉਸ ਪਿਆਰੇ ਦੀ ਬੜੇ ਵਾਰ ਵਾਰਤਾ ਸੁਣੀ ਹੈ ਜੀ, ਤਕਰੀਬਨ ਹੀ ਸਾਰੀ ਜ਼ਿੰਦਗੀ ਉਸ ਪਿਆਰੇ ਦੀ ਤੁਸੀਂ ਵਡਿਆਈ ਨੂੰ ਪ੍ਰਚਾਰਕਾਂ ਮਹਾਂਪੁਰਸ਼ਾਂ ਦੇ ਰਸਨਾ ਤੋਂ, ਜਵਾਨਾਂ ਤੋਂ ਸੁਣੀ ਹੋਵੇਗੀ। ਪਰ ਮੈਂ ਕੋਸ਼ਿਸ਼ ਕਰੂੰਗਾ ਮੈਂ ਵੀ ਅੱਜ ਉਸ ਪਿਆਰੇ ਨੂੰ ਯਾਦ ਕਰਾਂ ਜਿਹਦੀ ਅੱਜ ਫੁਲਵਾੜੀ ਨੇ ਬੈਠਣਾ ਇਸ ਦਰਬਾਰ ਦੇ ਵਿੱਚ ਆ ਕੇ। ਭਗਤ ਨਾਮਦੇਵ ਜੀ, ਜਿਨ੍ਹਾਂ ਨੇ ਇਸ ਫੁਲਵਾੜੀ ਦਾ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ। ਅੱਜ ਆਪਾਂ ਉਸ ਪਿਆਰੇ ਦੀ ਵਾਰਤਾ ਨੂੰ ਵੀ ਸਾਂਝੀ ਕਰਾਂਗੇ ਗੁਰਬਾਣੀ ਦੇ ਮੁਤਾਬਕ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਨਾਮਦੇਵ ਜੀ ਨੇ ਜਿੰਨੇ ਵਾਰ ਰੱਬ ਦੇ ਦਰਸ਼ਨ ਕੀਤੇ ਆ ਜੀ, ਉਨੇ ਵਾਰ ਹੀ ਜਿੰਨੀਆਂ ਗੱਲਾਂ ਪਰਮਾਤਮਾ ਨਾਲ ਹੋਈਆਂ ਉਹਨਾਂ ਦੀਆਂ, ਉਨੀਆਂ ਹੀ ਗੱਲਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਵੀ ਰੱਖੀਆਂ ਨਾਲ ਦੀ ਨਾਲ। ਆਪਾਂ ਬਾਣੀ ਦੇ ਮੁਤਾਬਕ ਸਾਰੇ ਅਰਥ ਕਰਾਂਗੇ। ਪਹਿਲਾਂ ਥੋੜ੍ਹਾ ਜਿਹਾ ਸਮਝ ਲਈਏ ਵੀ ਮਨੁੱਖ ਨੇ ਇੱਥੇ ਸੰਸਾਰ ਵਿੱਚ ਆ ਕੇ ਝੂਠੀਆਂ ਚੀਜ਼ਾਂ ਨਾਲ ਮੋਹ ਪਾ ਕੇ ਰੱਬ ਨਾਲੋਂ ਮੋਹ ਕਿਉਂ ਤੋੜ ਲਿਆ। ਅਸਲ ਦੇ ਵਿੱਚ ਮਨੁੱਖਾ ਜੀਵਨ ਤਾਂ ਮਿਲਿਆ ਹੀ ਰੱਬ ਨਾਲ ਮੋਹ ਪਾਉਣ ਵਾਸਤੇ ਸੀ, ਰੱਬ ਨਾਲ ਨੇੜਤਾ ਬਣਾਉਣ ਵਾਸਤੇ ਸੀ, ਰੱਬ ਨਾਲ ਪਿਆਰ ਬਣਾਉਣ ਵਾਸਤੇ ਸੀ। ਪਰ ਮਨੁੱਖ ਨੇ ਸੰਸਾਰ ਦੇ ਅੰਦਰ ਆ ਕੇ ਉਸ ਪਰਮਾਤਮਾ ਨਾਲੋਂ ਦੂਰੀ ਕਿਉਂ ਪਾ ਲਈ?
क्योंकि दुनिया के लोभ लालचां च पै गया जी ये मन। महाराज जी कहते मन रे कौन कुमत तै जानी। महाराज जी कहते भलिया तू मन नूं कहंदे आ गुरु तेग बहादुर महाराज, मन रे कौन कुमत तै जानी। महाराज जी कहते तू कित्थों मत ले ली ये, रब दा नाम नहीं लैंदा, परमात्मा नूं हिरदे च याद नहीं करदा, चेते च नहीं लिआउंदा। मन रे कौन कुमत तै लीनी। अगे की कहंदे परदारा निंदिया रस रचियो। हुण देखो संसार दे अंदर मनुख की करदा जी, परदारा, दारा नाम वैसे इस्त्री दा महाराज जी ने इत्थे लै दिता। पराइयां चीज़ां दे लई मन लोचदा तेरा। महाराज कहंदे परदारा निंदिया रस रचियो। हुण दूजे दी निंदिया करनी, मन नूं मिठास मिलदी है जी। देखो मन दूजे दी निंदिया करन दे विचों मिठास लवेगा, दूजे दा विरोध हुंदा होवे मन नूं मिठास मिलदी है, दूजे दी ईरखा करके मन नूं मिठास मिलदी है, दूजे दी बेइज्जती हुंदी देख के मन नूं मिठास मिलदी है। पर जे किते महाराज कहंदे उही कुछ आपदे नाल हो जावे तां यही मन उदास भी हो जाता फिर। क्योंकि सतगुरु जी कहंदे मन रे कौन कुमत तै लीनी, परदारा निंदिया रस रचियो, राम भगत ने कीनी। क्योंकि संसार दे अंदर आ मनुखा जीवन क्यों मिलिया, राम परमेश्वर परमात्मा वाहिगुरु जी की भगती करन वास्ते ये जीवन मिलिया जी। महाराज कहंदे उस राम नूं याद कर जिहड़े ने तेरा अंत वेले हथ फड़ना है, तेरी सहायता करनी है, तेरी मदद करनी है। जिहड़े परमात्मा वाहिगुरु ने उन्होंने एक साह दे विच एक दम दे विच याद कर। ते सतगुरु जी कहंदे ये जे तू सोचदा होवें भी दुनिया दे विच रहिंदे आ मैं तां पता ही नहीं किन्नी क उमर लै लैनी है, ते सतगुरु जी कहंदे भाई रब दे नाम बिना जिड्डी मर्जी उम्र लै ला तेरे किसी लेखे च नहीं हो। क्योंकि मनुखा जीवन च भावें जिन्नी मर्जी वड्डी उम्र लै ला। जपजी साहब की वार्ता पढ़ते होंगे ना जी, बाणी पढ़ते हैं रोज़। महाराज जी कहते जे जुग चारे आरजा होर दसूणी होए, नवां खंडां बिच जाणीए, नाल चलै सब कोए, चंगा नाव रखाए कै, जास कीरत जग ले। अगे महाराज जी कहते जे तिस नदर ना आवई तां बात ना पुछै के। देखो सतगुरु जी कहते जे चार जुगां जिड्डी उम्र होवे तेरी, जे जुग चारे आरजा, चार जुगां जिड्डी उम्र जी, नाल दी नाल कहते होर दसूणी होए, 10 गुणी होर वड्डी उम्र ला लो। चार जुगां तो 40 जुगां जिड्डी उम्र भी ले ले मनुख। अगे कहते नवां खंडां विच जाणी है, 9 खंडां दी धरती सारी मनुख नूं जाणदी होवे। जपजी साहब की वार्ता ही है जी, आपां सारे पढ़ते हैं बाणी चों। महाराज कहते जे जुग चारे आरजा, आरजा हुंदी है उम्र। महाराज कहते जे कोई मनुख, आपां गल करते हैं ना जी उम्र ते, गल नूं समझो भैणो, आपां उम्र जपजी साहब सारे पढ़ते हैं देखो, पर उन्होंने विचारण की लोड़ है। गुरबाणी पढ़ के विचारण की लोड़ हुंदी है जी। मैं हरेक स्टेज तो संगत के चरणों च बेनती करदा हुन्ना भी कल्ला बाणी नूं पढ़न तक सीमित ना रहो। अज शहरां की संगत भी बैठी है, बिच पिंडां दीयां संगतां भी बैठियां। अज असी की करते हैं जी, असी गिणती दे पाठ करन लग पे। लो जी मैं तो हर ऐतवार गुरुद्वारे जाके सुखमनी साहब का पाठ करदा है, मैं हर शनिवार सुखमनी साहब के पाठ करदा, मैं जपजी साहब के दिहाड़ी दे विच 10 15 20 पाठ करदा। मान लो असी गिणती दे पाठ करते हैं, मैं महीने दे विच सहज पाठ का भोग पा लैना। हुण सतगुरु जी की कहंदे, कहंदे नहीं गिणती दे नाल नहीं गल बननी, गिणती करता रह गया तो गिणती जोगा ही रह जाएगा। सतगुरु जी कहंदे उहदे नाल भावना बना, उहनूं समझण दी लोड़ है, गुरबाणी नूं समझ। देखो पंजवें पातशाह ते एक किणका मात्र ही कही जाते हैं जी, किणका एक जिस जी वसावै तां की महिमा गणी ना आवे। गुरबाणी नूं तां किणका मात्र ही समझ लो, समझण दी लोड़ है बस। हुण इत्थे महाराज जी जपजी साहब दे विच कहंदे जे जुग चारे आरजा, कहंदे मनुख जे किते भुलेखे च फिरदा होवे भी मैं उम्र पता नहीं किड्डी क लैणी है, नाल दी नाल होर बचन ले लैंदे आ जी। सतगुरु जी कहंदे एक तां मरिया हुंदा, एक तां सिविਆਂ ਵੱਲ ਨੂੰ ਲੈ ਕੇ गए हुंदे एक नूं तां, ते जिहड़ा लै के जांदा है ਉਹ कहना हुंदा मैं तां इत्थों जाना ही कोई नहीं,
ਗੁਰਬਾਣੀ ਕਹਿੰਦੀ ਹੈ ਜੀ, ਮੈਂ ਕੋਲੋਂ ਨਹੀਂ ਕਹਿਣਾ, ਜਿਹੜਾ ਲੈ ਕੇ ਜਾਂਦਾ ਉਹਦੇ ਮਨ ਦੇ ਵਿੱਚ ਇਹ ਨਹੀਂ ਵਿਚਾਰ ਬਣੀ ਵੀ ਕਿਸੇ ਦਿਨ ਮੈਂ ਵੀ ਜਾਣਾ ਇੱਥੇ। ਉਹ ਸੋਚਦਾ ਵੀ ਮੈਨੂੰ ਤਾਂ ਮੈਂ ਕੁਛ ਹੋਣਾ ਹੀ ਨਹੀਂ, ਮੈਂ ਤਾਂ ਜਾਣਾ ਹੀ ਕਦੇ ਨਹੀਂ। ਹੁਣ ਮਹਾਰਾਜ ਜੀ ਕਹਿੰਦੇ ਸਾਧੋ ਰਚਨਾ ਰਾਮ ਬਣਾਈ। ਗੁਰਬਾਣੀ ਦੇ ਵਿੱਚ ਨਾਲ ਦੀ ਨਾਲ ਹਰ ਇੱਕ ਗੱਲ ਦਾ ਅਰਥ ਕਰਾਂਗੇ ਜੀ ਬਾਣੀ 'ਚੋਂ। ਮਹਾਰਾਜ ਕਹਿੰਦੇ ਸਾਧੋ ਰਚਨਾ ਰਾਮ ਬਣਾਈ ਇੱਕ ਬਿਨਸੈ। ਦੇਖੋ ਜੀ, ਇੱਕ ਤਾਂ ਬਿਨਸ ਗਿਆ, ਬਿਨਸ ਹੁੰਦਾ ਜੀ ਖਤਮ ਹੋ ਜਾਣਾ, ਇੱਕ ਤਾਂ ਖਤਮ ਹੋ ਗਿਆ, ਉਹਨੂੰ ਤਾਂ ਚੁੱਕ ਕੇ ਅਸੀਂ ਸਿਵਿਆਂ ਤੱਕ ਲੈ ਗਏ। ਮਹਾਰਾਜ ਜੀ ਕਹਿੰਦੇ ਇੱਕ ਅਸਥਿਰ ਮਨ ਹੈ। ਹੁਣ ਜਿਹੜਾ ਚੁੱਕ ਕੇ ਲੈ ਗਿਆ ਜੀ, ਅਸਥਿਰ ਦਾ ਨਾਮ ਹੁੰਦਾ ਹੈ ਟਿਕ ਕੇ ਰਹਿਣ ਵਾਲਾ। ਕਹਿੰਦੇ ਇੱਕ ਆਪਦੇ ਆਪ ਨੂੰ ਟਿਕ ਕੇ ਰਹਿਣ ਵਾਲਾ ਸਮਝ ਲੈਂਦਾ, ਅਸਥਿਰ ਸਮਝ ਲੈਂਦਾ ਵੀ ਮੈਂ ਤਾਂ ਦੁਨੀਆ 'ਚੋਂ ਜਾਣਾ ਹੀ ਕੋਈ ਨਹੀਂ। ਹੁਣ ਭੁਲੇਖਾ ਹੋ ਗਿਆ ਨਾ ਮਨ ਦੇ ਵਿੱਚ। ਉਧਰ ਜਪਜੀ ਸਾਹਿਬ ਦੀ ਵਾਰ ਲੈ ਕੇ ਚੱਲੇ ਆਪਾਂ। ਸਤਿਗੁਰੂ ਜੀ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਮਨੁੱਖ ਦੇ ਮਨ ਦੇ ਵਿੱਚ ਹੈ 4 ਯੁੱਗਾਂ ਜਿੱਡੀ ਉਮਰ ਹੋਵੇ ਮੇਰੀ, ਤੇ 4 ਯੁੱਗਾਂ ਜਿੱਡੀ ਉਮਰ ਲੈ ਕੇ ਉਦੋਂ 10 ਗੁਣੀ ਹੋਰ ਵੀ ਵੱਡੀ ਉਮਰ ਲੈ ਲੇ, ਪਰ ਜੇਕਰ ਰੱਬ ਦਾ ਨਾਮ ਨਹੀਂ ਫਿਰ ਭਾਵੇਂ ਜਿੰਨੀ ਮਰਜ਼ੀ ਵੱਡੀ ਉਮਰ ਲਈ ਫਿਰੋ ਜੀ। ਕਿਉਂਕਿ ਇਹ ਹਿਰਦੇ ਦੇ ਅੰਦਰ ਆ, ਚਿੱਤ ਦੇ ਅੰਦਰ ਆ, ਮਨ ਦੇ ਅੰਦਰ ਗੁਰੂ ਦੀ ਬਾਣੀ ਨਹੀਂ ਹੈ। ਇੱਥੇ ਮਹਾਰਾਜ ਜੀ ਕਹਿੰਦੇ ਸਾਧੋ ਰਚਨਾ ਰਾਮ ਬਣਾਈ। ਪਰਮਾਤਮਾ ਨੇ ਇੱਕ ਰਚਨਾ ਬਣਾ ਦਿੱਤੀ ਸ੍ਰਿਸ਼ਟੀ ਦੀ, ਦੁਨੀਆ ਦੀ। ਮਹਾਰਾਜ ਜੀ ਕਹਿੰਦੇ ਇੱਕ ਬਿਨਸਾ, ਇੱਕ ਤਾਂ ਖਤਮ ਹੋ ਗਿਆ, ਇੱਕ ਉਹਨੂੰ ਲਿਜਾਣ ਵਾਲੇ, ਉਹਦੇ ਸਰੀਰ ਨੂੰ ਖਤਮ ਕਰਨ ਵਾਲੇ, ਮਿੱਟੀ ਬਣਾਉਣ ਵਾਲੇ, ਉਹਦੇ ਸਰੀਰ ਦਾ ਸੰਸਕਾਰ ਕਰਨ ਵਾਲੇ ਇੱਕ ਭੁਲੇਖੇ ਦੇ ਵਿੱਚ ਹੈ। ਕਹਿੰਦੇ ਇੱਕ ਬਿਨਸਾ, ਇੱਕ ਅਸਥਿਰ ਮਨ ਹੈ। ਇੱਕ ਤਾਂ ਬਿਨਸ ਗਿਆ ਜੀ, ਖਤਮ ਹੋ ਗਿਆ, ਇੱਕ ਆਪਦੇ ਆਪ ਨੂੰ ਅਸਥਿਰ ਸਮਝ ਰਿਹਾ ਵੀ ਮੈਂ ਤਾਂ ਇੱਥੋਂ ਜਾਣਾ ਹੀ ਕੋਈ ਨਹੀਂ। ਇੱਕ ਅਸਥਿਰ ਮਨ ਹੈ। ਮਹਾਰਾਜ ਜੀ ਕੀ ਕਹਿੰਦੇ ਇੱਕ ਬਿਨਸਾ, ਇੱਕ ਅਸਥਿਰ ਮਨ ਹੈ। ਅਚਰਜ ਲਖਿਓ ਨਾ ਜਾਈ। ਇਹ ਪ੍ਰਮਾਤਮਾ ਦੀ ਖੇਡ ਅਚਰਜ ਹੈ ਜੀ। ਭੈਣੋ ਬੇਨਤੀ ਹੈ, ਗੱਲਾਂ ਨਹੀਂ ਮੁੱਕਦੀਆਂ, ਮੈਂ ਬਾਰ-ਬਾਰ ਬੇਨਤੀ ਕਰਦਾ, ਚੰਗਾ ਨਹੀਂ ਲੱਗਦਾ, ਗੁੱਸਾ ਨਾ ਮਨਾਓ। ਆ ਵੀਰ ਬੈਠੇ ਆ, ਦੇਖੋ ਤੁਸੀਂ ਨੋਟ ਕਰੀ ਜਾਇਓ ਗੱਲ। ਜਵਾਨ ਤਾਂ ਉਸੇ ਪ੍ਰਮਾਤਮਾ ਨੇ ਲਾਈ ਹੈ ਨਾ। ਗੁੱਸਾ ਮੈਂ ਚੰਗਾ ਮਾੜਾ ਨਹੀਂ ਕਹਿੰਦਾ। ਬੰਦੇ ਕਿਉਂ ਨਹੀਂ ਬੋਲਦੇ ਹੁੰਦੇ ਵੀ ਬੀਬੀਆਂ ਜ਼ਿਆਦਾ ਗੱਲਾਂ ਕਿਉਂ ਕਰਦੀਆਂ? ਤੇ ਮੈਂ 10 ਮਿੰਟ ਗੁਰੂ ਸਾਹਿਬ ਦਾ ਜਾਪ ਕਰਾ ਲੈਣਾ ਜੀ, ਗੁੱਸਾ ਨਾ ਮਨਾਇਓ। ਤੇ ਤੁਸੀਂ ਦੇਖ ਲਿਓ ਤੁਹਾਡੇ 'ਚੋਂ ਇੱਕ ਨਹੀਂ ਬੋਲਣੀ ਪਿੱਛੇ ਵੀ ਰੱਬ ਦਾ ਨਾਮ ਲੈਣ ਵੇਲੇ ਕੋਈ ਨਹੀਂ ਬੋਲਣਾ, ਇੱਕ ਜਾਣਾ ਨਹੀਂ ਪਿੱਛੇ ਸਤਿਨਾਮ ਵਾਹਿਗੁਰੂ ਕਹਿਣਾ। ਸਮਝੋ ਭੈਣੋ, ਆਪਣਾ ਸਾਰਿਆਂ ਦਾ ਭਲਾ, ਸ਼ਹਿਨਸ਼ਾਹ ਦੇ ਦਰਬਾਰ 'ਚ ਬੈਠੇ ਆ, ਕੋਈ ਮਾਮੂਲੀ ਚੀਜ਼ ਨਹੀਂ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਂਦ ਨੂੰ ਨਹੀਂ ਸਮਝ ਰਹੇ, ਬਸ ਫਰਕ ਇਹੀ ਹੈ। ਅਸੀਂ ਜਾਂਦੇ ਹਾਂ ਜੀ, ਰੋਜ਼ ਦੀਆਂ ਸਟੇਜਾਂ ਕਰਦੇ ਹਾਂ, ਰੋਜ਼ ਦਾ ਗੁਰੂ ਦਾ ਪ੍ਰਚਾਰ ਕਰਦੇ ਹਾਂ, ਸਾਨੂੰ ਬੀਬੀਆਂ ਮਿਲਦੀਆਂ ਰੋਜ਼, ਉਹ ਹੱਥ ਬੰਨ੍ਹ ਕੇ ਆਖਣੀਆਂ ਬਾਬਾ ਸਾਡੇ ਘਰੇ ਸੁੱਖ ਕਿਉਂ ਨਹੀਂ ਆਉਂਦਾ? ਗੁੱਸਾ ਨਾ ਮਨਾਇਓ, ਘਰ ਘਰ ਦੀ ਕਹਾਣੀ ਆ। ਕਈ ਬੀਬੀਆਂ ਆਪਦੇ ਨੂੰਹਾਂ ਦੀਆਂ ਗੱਲਾਂ ਤੋਰ ਲੈਂਦੀਆਂ, ਕਈ ਸੱਸਾਂ ਦੀਆਂ, ਕਈ ਬੱਚਿਆਂ ਦੀਆਂ, ਵੀ ਸਾਡੇ ਘਰ ਸੁੱਖ ਕਿਉਂ ਨਹੀਂ ਆਉਂਦਾ? ਉਹ ਬੀਬੀ ਜਦੋਂ ਸੁੱਖ ਲੈਣ ਦਾ ਟਾਈਮ ਸੀ ਉੱਥੇ ਤਾਂ ਤੂੰ ਗੱਲਾਂ ਮਾਰ ਕੇ ਕੱਢਿਆ ਹੀ ਘਰ। ਇਹ ਗੁਰੂ ਦਾ ਦਰਬਾਰ ਹੈ ਜੀ। ਇਹ ਕਿਸੇ ਆਮ ਸਧਾਰਨ ਜਿਹਾ ਬੰਦਾ ਨਾ ਸਮਝਿਆ ਕਰੋ ਵੀ ਛੋੜ ਵੀ ਗੁਰੂ ਗ੍ਰੰਥ ਸਾਹਿਬ ਜੀ ਹੈ ਬਸ। ਇਹ ਸ਼ਹਿਨਸ਼ਾਹ ਜੀ, ਦੁਨੀਆ 3 ਲੋਕਾਂ ਦਾ ਮਾਲਕ ਹੈ ਇਹ ਜੀ। ਪਤਾਲ ਦਾ ਮਾਲਕ ਇਹ ਹੈ, ਆਹ ਧਰਤੀ ਜਿਹੜੀ ਤੇ ਅਸੀਂ ਬ੍ਰਹਿਮੰਡ ਤੇ ਵਸਦੇ ਹਾਂ ਇਹਦਾ ਮਾਲਕ ਵੀ ਇਹ ਹੈ, ਤੇ ਉੱਪਰ ਆਕਾਸ਼ ਦਾ ਮਾਲਕ ਵੀ ਇਹ ਹੈ। ਜਿੱਦੇ ਮਰ ਕੇ ਗਏ ਉਹਦੇ ਇਹਨੇ ਹਿਸਾਬ ਕਿਤਾਬ ਲੈਣਾ ਹੈ, ਤੇ ਉਹਦੇ ਪੁੱਛੂਗਾ ਵੀ ਬਲਵੰਤ ਕੌਰ ਦੀ ਅੰਤਮ ਅਰਦਾਸ 'ਚ ਜਾ ਕੇ ਕੀ ਖੱਟ ਕੇ ਆਇਆ ਸੀ ਉੱਥੋਂ। ਗੁੱਸਾ ਨਾ ਮਨਾਇਓ ਜੀ ਭੈਣੋ, ਸਤਿਕਾਰਯੋਗ ਹੋ, ਗੁਰੂ ਦੀ ਸੰਗਤ ਹੈ। ਮਹਾਰਾਜ ਨੇ ਤੁਹਾਨੂੰ ਕਿਹਾ ਮਾਈਆਂ ਰੱਬ ਰਜਾਈਆਂ, ਇੱਥੋਂ ਤੱਕ ਦੇ ਵਚਨ। ਕਿਤੇ ਮਹਾਰਾਜ ਜੀ ਕਹਿੰਦਾ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ। ਔਕਾਤ ਨਹੀਂ ਸਾਡੀ ਤੁਹਾਨੂੰ ਮਾੜਾ ਕਹਿ ਸਕੀਏ, ਤੁਸੀਂ ਤਾਂ ਰਾਜੇ ਰਾਣਿਆਂ ਨੂੰ ਜਨਮ ਦੇਣ ਵਾਲੀ ਹੋ। ਪਰ ਬੇਨਤੀ ਇਹ ਹੈ ਜੀ ਵੀ ਗੁਰੂ ਕਾ ਦਰਬਾਰ ਹੈ, ਥੋੜ੍ਹੀ ਜੀ ਗੁਰੂ ਜੀ ਦੀ ਲੱਜਿਆ ਕਰੋ। ਸਤਿਗੁਰ ਬੈਠੇ ਆਪ, ਰਹੋ ਵਿਚਾਰ। ਹੁਣ ਮਹਾਰਾਜ ਨੇ ਕੀ ਕਿਹਾ? ਸਤਿਗੁਰੂ ਜੀ ਕਹਿੰਦੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸਾ ਇੱਕ ਅਸਥਿਰ ਮਨ। ਗੱਲ ਉਹੀ ਆ ਗਈ ਨਾ ਜੀ, ਇੱਕ ਬਿਨਸਾ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਹੁਣ ਮਾਂ ਤਾਂ ਸਾਡੇ ਕੋਲੋਂ ਮਾਤਾ ਬਲਵੰਤ ਕੌਰ ਚਲੀ ਗਈ, ਇਹ ਤਾਂ ਬਿਨਸ ਗਈ ਨਾ, ਖਤਮ ਹੋ ਗਈ। ਬਿਨਸ ਦਾ ਨਾਮ ਹੁੰਦਾ ਜੀ ਖਤਮ, ਗੁਰਬਾਣੀ ਦੇ ਵਿੱਚ ਖਤਮ ਮੰਨਿਆ ਗਿਆ ਵੀ ਇੱਕ ਤਾਂ ਬਿਨਸ ਗਿਆ ਜੀ, ਖਤਮ ਹੋ ਗਿਆ। ਹੁਣ ਆਪਾਂ ਗੱਲਾਂ ਕਿਵੇਂ ਮਾਰਦੇ ਹਾਂ? ਅਸੀਂ ਅਸਥਿਰ ਮੰਨਿਆ ਹੋਇਆ ਆਪਦੇ ਆਪ ਨੂੰ ਵੀ ਅਸੀਂ ਤਾਂ ਮਰਨਾ ਹੀ ਨਹੀਂ ਜੀ ਕਦੇ, ਸਾਡੇ ਤਾਂ ਯਾਦ ਚੇਤੇ ਨਹੀਂ ਮਰਨਾ। ਤਾਂ ਮਹਾਰਾਜ ਕਹਿੰਦੇ ਅਚਰਜ ਲਖਿਓ ਨਾ ਜਾਈ, ਪਰ ਤੂੰ ਇੱਕ ਗੱਲ ਨੂੰ ਚੇਤੇ 'ਚ ਰੱਖੀ, ਪ੍ਰਮਾਤਮਾ ਦੇ ਕੌਤਕ ਹੈ, ਅਚਰਜ ਹੈ, ਇਹਨੂੰ ਸਮਝ ਨਹੀਂ ਸਕੇ ਅਸੀਂ। ਇਹ ਕਹਿੰਦੇ ਆਹ ਜਿਹੜੀ ਦੇਹੀ ਤੇ ਤੂੰ ਝੂਠੀ ਦੇਹੀ ਤੇ ਮਾਣ ਕਰਦਾ ਨਾ, ਇਹ ਝੂਠੀ ਦੇਹੀ ਵੀ ਤੇਰੀ ਨਹੀਂ, ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਮਹਾਰਾਜ ਕਹਿੰਦੇ ਉਹ ਬੰਦਿਆ, ਆਹ ਝੂਠੀ ਦੇਹੀ ਦਾ ਕਾਹਦਾ ਗਰਭ ਕਰਦਾ, ਹੰਕਾਰ ਕਰਦਾ ਇਹਦਾ?
महाराज कहते तो एक पल दे विच निमख दे विच ही खत्म है। हम आदमी हाँ एक दमी, मोहलत मोहत ना जाना। एक दम दे मालक हैं जी गुरु नानक पातशाह कहते। दम हुंदा जी साह, ते महाराज कहते यही साह अंदर गया तो वापस मुड़न की उम्मीद नहीं। हम आदमी हाँ एक दमी, मोहलत मोहत ना जाना। तो दूजे पासे महाराज जी कहते हर जपद्या ढिल ना कीजई मेरी जिंदड़ी है, मत के जापै साहो आवे के ना आवे राम। हुण सतगुरां ने तो सारियां गल्लां खोल के करतियां ना जी। महाराज कहते हर जपद्या ढिल ना कीजई, परमात्मा का नाम लैंदियां कदे ढिल नहीं करींदी जी। ये नहीं कहींदा भी अज लै लांगे, चल कल लै लांगे, कल करदियां परसों, अज कल करदियां काल व्यापै। महाराज कहते जे अज कल करदे ही रह गए तो काल ने आ जाना नेड़े। इस करके महाराज जी कहते हर जपद्या ढिल ना कीजे मेरी जिंदड़ीए, मत के जापै ये गल नूं समझ, साहो आवे कि ना आवे राम। आ साह अंदर गया ने वापस मुड़ना है, पता नहीं नहीं मुड़ना, आऊ कि ना आऊ, ये गल चेते दे विच होवे। ते फिर जदों मरना चेते है ना जी, फिर परमात्मा नाल प्यार बनदा है। जदों मौत चित्त दे विच है ना, मौत चेते दे विच है भी एक दिन मैं मर जाना, एक दिन मैं खत्म हो जाना है, फिर समझ लो तुहाडा प्यार गुरु ग्रंथ साहिब महाराज जी नाल, सतगुरां दी बाणी दे नाल बनना ही बनना है प्यार। फिर भरोसा गुरु ते बनना ही बनना है, क्योंकि अंदर महाराज जी दी जिहड़ी बनाई हुई एक कला कह लईए, एक बनाई हुई अचरज, एक कौतक उहदा, मौत ते मौत वाली खेड, ये साडे चेते च है भी मौत वाली खेड साडे नाल वरतनी है एक दिन। ये खेड सानू भी खेडनी पैनी है, ये मरना सानू भी पैना, शरीर करके खत्म होना पैना है। क्योंकि शरीर पंज तत्तां तो तैयार की हुई एक वस्तु है जी। जिन्ने भी शरीर है इन्हूं पंज तत्तां चों महाराज ने तैयार कर लिया। दुनियादारी दे तत्त लैके मिट्टी, पानी, हवा, अग ते आकाश, पंज चीज़ां ने। पंजां नूं महाराज ने गुन लिया जी, इकट्ठा कर लिया, एक थां ते गुन के इहदे चों शरीर पैदा करते इसे चीज़ां चों ही। हुण जे नहीं यकीन आउंदा तुसीं कदे नोट करके देखिया करो, जदों महाराज जी दी आपां आ दित्ती हुई देही बिणस जाती है, खत्म हो जाती है, इनू शरीर नूं सिवियां च लैके जाते हैं ना, उत्थे देखियो तुसीं जदों तां इह शरीर नूं अग लाती इहदे चों सारा कुछ ही निकलदा है जी। जिहड़ियां गल्लां मैं कीतियां ना, हवा, मिट्टी, पानी, अग ते आकाश, ये पंजे चीज़ां इहदे विचों निकलदियां। हुण आकाश की गल करिए, धुएं दे विच जांदा ना एक उपर नूं जाके धुआं कह दिंदे जिहनूं आपां आकाश वल नूं जांदा है, वो इहदे विच एक तत्त गया जिन्हों आकाश मन्निया गया, रब च ही मिल गया जाके। वो हुण धुआं किसी नूं की पता कित्थे जाके खड़ जांदा है, हुण ऐसे शरीर चों निकलिया धुआं आकाश च जाके मिल गया, एक तत्त तो हो गया। हवा की गल करिए, इसे शरीर दे विच हवा है, जदों अग दित्ती जांदी है शरीर नूं उदों हवा भी विचों निकलदी है इसे शरीर चों। अग की गल करिए, इसे शरीर नूं अग भी लगदी, अग भी पैंदी है, अग भी नाल अग च रल गई। ते मिट्टी जदों यह सवाह बन गया, हड्ड मच गए, हाड़ जले ज्यों लकड़ी का तूला, केस जले ज्यों घास का पूला। कबीर साहब जी कहते हैं जदों हड्ड लक्कड़ वांग मच गए तो केस घाह दे पूले वांग मच गए, उदों कित्थे रलना जी, उन्हें मिट्टी दे विच सवाह बन के रल जाना है। तो महाराज जी कहते पानी की गल करिए तो इसे शरीर नूं जदों अग पै जाती है, इहदे विचों पानी भी बाष्पीकरण होकर उड़दा है जी। अग दे विच बाष्पीकरण हो के ऐसे शरीर चों मच के पानी भी उड़दा है। हुण पंज तत्त गुरु साहब ने इत्थों ही ले ले। महाराज जी कहते पंज तत्तां तो बनाई हुई देही, ते इहदा काहदा गर्भ करदे आ, इहदा हंकार काहदा है जी। काहे रे नर गर्भ करत हो बिनस जाए झूठी देही। अगे की कहते सी महाराज ने, चलो अगलियां गल्लां मेरी मेरी कैरों करते दुर्योधन से भाई, 12 योजन छत्तर चले था देही गिरजन खाई। इत्थे बहुते गिरज ना खाई कह दिंदे जी। भगत नामदेव जी की बाणी है जी, ये भी भगत नामदेव जी की बाणी है जिहड़ी मैं तुहाडे नाल सांझी करदा। समझो भैणो, ਉਹਦੀ फुलवाड़ी बैठे हो सारे, अज मैं वो बाबे दे गुण गाऊँगा, तुसीं सुणिओ ध्यान दे नाल। नाले उन्हां वाली तां अज दी जिंदगी साडी जिंदगी च हो नहीं रही साडे नाल, जिहड़ी उन्हां विचारिਆਂ नाल होई आ उस टाइम ते। भगत नामदेव जी नाल तां हीनड़ी जात मेरी याद मराया, वो तो कहने मैनू नीवी जात दे कहने ये पंडिया मोको ढेड़ कहत है, तेरी पैज पछौंडी होए ला। बाणी पढ़ते हुंदे ना उन्हां दी, वो कहंदे मैनू पंडित ढेड़ कह के बुलाउंदे हुंदे सी। आप कहते हैं जी मैं कोलों नहीं कोई बचन वरतना। वो कहते ये पंडिया मोको ढेड़ कहत है, तेरी पैज पछौंडी होए ला। वो कहते मैनू तो लोग ढेड़ कह के बुलाउंदे महाराज, पर जे मैनू कहंदे तां मैनू कोई लाज नहीं, ये तां तेरे नाम नू लाज लगदी है। फिर
क्योंकि एक गल नूं होर नोट करियो जी, भगत नामदेव जी श्रोमणी भगत कहे जाते हैं जी 15 भगतां दे विचों। कदे समझो इन्हां गल्लां नूं। मैं देखो जिथे जिहड़ी फुलवाड़ी च बह गया ना जी, मैं उस फुलवाड़ी दे बाबे दे गुण गाउंदा हुन्ना, क्योंकि सारे आप ये जातां च तां असीं पालिया जी। असीं कहण लग गए जातां पातां दे लोक, आ फलाना जी मजबी सिख जी, आ चमार सिख जी, आ शिंबे सिख। देखो जी भगत साहब जी ने तुहानूं शिंबे कहा बाणी च। मैं सारियां गल्लां खोल के करूँगा, पहलां समझ लगे भी असीं कित्थे तुरे फिरदे हां जी। असीं तां गुरु साहब जी दे, साडे तां बाबे दी बाणी गुरु ग्रंथ साहिब जी दे विच दर्ज है। गुरु नानक महाराज ने बराबर बिठा के इक्को ही बना लिया सारिਆਂ ਨੂੰ। उन्हें तो कहा ही नहीं तू बड़ा या तू छोटा, असीं अज जातां पातां तक तुरे फिरदे हां जी। फर्क हो गया ना। इस करके बेनती नूं समझो भैणो, गुरु साहब जी की बाणी नाल जुड़ो। वो कहने सर्ब सोयन की लंका होती सोने मंडप छाए। वो कहने जे रावण की सोने की लंका सी ना, तो सोने के मंडप उहदे ते झूलदे सी, छाए हुए सी। पर जिद्दे मौत आ गई इत्थे रावण वर्गिਆਂ ਨੂੰ भी मौत ने उड़ीकिया नहीं जी, भी ये तो बड़ा 12 योजन 76 चले था देही गिरजन खाई। इत्थे गिरजन शब्द है जी, गिरजन बहुवचन शब्द है। कई कह देंगे गिरज ना खाई। वो मैं सुनी है कहावत, कहने भी पत्थर की देही हो गई सी, कहते वो देही नूं भी पत्थर दी नूं गिरजा ने नहीं खाता। देखो जी एक गप है, साडी बाणी झूठ नहीं बोलती, साडी सच्ची बाणी है। गुरु ग्रंथ साहिब महाराज जी की बाणी सच है जी। इत्थे देही गिरजन शब्द है, गिरजन का मतलब बहुतियां गिरजा। महाराज कहते ओदी देही नूं की होया, ओदी भी गिरजा ने खाधी। देही तो जे शरीर का काहे रे नर गर्भ करत हो। मैं अज इत्थे पॉइंट इत्थे ही रखांगे आपां। मनुख की करदा जी, आ देही का हंकार करदा है, गर्भ करदा भी मैं मेरे वर्गा था। क्योंकि जो बचपन है जी, बचपन च माँ बाप नहीं रब का चेता आउण दिंदे। क्योंकि माँ बाप कहना जी हजे बच्चा है, हजे की है, इनू रब का जे कहीए ना भी भैणों बीबियां तुसीं केस रखाओ बच्चों के, इन्हों गुरमत नाल जोड़ो, इन्हों सिੱਖੀ का ज्ञान दईए, तो भैणां कह दिंदियां अजे तो जी बचपन है, हजे बाबा जी की है सारी उम्र ही पई है। अगे थोड़ा जिहा वड्डा हो जाता जवानी आ जाती है। हुण जवानी वाले नूं पुछ के कहिंदा भी तू भाई रब का नाम ले ला, अमृतधारी हो जा, गुरु दे लड़ लग जा, तू बाणी पढ़िया कर। वो कहना जी हजे तो बड़े हट्टे कट्टे पे, की होया जो बुढ़े हो गए उदों ही गल करांगे। तो जे बुढ़िया नाल कईयां नाल गल करींदी है, बापू तू अमृत छक लै, तेरे भी लोड़ है हुण समय दी तैनूं। वो कहना जी हुण तां अगे जाके छकांगे, हुण तां रब दा ना अगे जाके लवांगे जी। हुण एक गल दी समझ नहीं आई आपां नूं, सारे जाने बैठे हाँ भी बचपन वाला कहना हजे लोड़ नहीं, जवानी वाला कहना हजे लोड़ नहीं, बुढ़ेपे वाला कहना अगे जाके जपांगे। फिर जपूगा कौन जी? तो बाणी कहती है, कहती ये देही काहदे वास्ते मिली है? रब का नाम जपण वास्ते मनुखा देही मिली है। ऐस देही राही, ऐस शरीर राही जूना चो मुक्त हो सकता बंदा। हाँ शरीरां चो मुक्त हो सकता है जी, आत्मा नूं मुक्त कर सकते हैं शरीरां चो इस जीवन दे विच आके। हुण भगत नामदेव जी कहने कहने इत्थे तां बड़े बड़े होके चले गए जी। सर्ब सोयण की लंका होती, जिन्हां दी सोने की लंका सी वो भी इत्थों तुर गए। रावण से अधिकाई, रावण नालों बड़े बड़े जिहड़े अधिक छत्रपत वो भी खिंद दे विच अख दी पलक झमकण समय च इत्थों दुनिया तो तुर गए। फिर मनुख ने काहदा हंकार कीता होया, काहदा गर्व कीता इस देही दा, शरीर दा। इस करके समझण दी लोड़ है जी। बाणी नाल जुड़ो तो बाणी दा सत्कार करया करो। हुण उधर जपजी साहब दी विचार आपां नाल लैके चले आ। गुरु नानक देव महाराज जी कहंदे जे जुग चारे आरजा, साडी तां 20-50 साल की उम्र है ना जी, तो गुरु नानक जी तां कहंदे भावें तू 4 जुगां जिड्डी उम्र ले लै। असीं तां किसी की पता नहीं 10 साल उम्र है, किसी की 20 है, 50 है, चलो वध तो वध कोई बजुर्ग 100 साल तक वग जाता अज की घड़ी दे विच। ते 100 साल दे असीं तां हंकार करी जाने भी मैनू तां जी देही मिल गई। तो गुरु नानक जी कहंदे जपजी साहब च कहंदे जे जुग चारे आरजा, 4 जुगां जिड्डी उम्र ले ले मनुख, होर दसूणी होए, दसूणी हुंदी है 10 गुणी। तो महाराज जी कहंदे जे 10 गुण होर हो जे, 4 गुणा 10 40, महाराज कहंदे 40 जुगां जिड्डी उम्र ले ले। अगे की कहंदे होर दसूणी होए नवां खंडां विच जाणी है। नवां खंडां दा मतलब पूरी धरती, 9 खंडां दी धरती है जी आ सारी, 9 खंडां दी धरती। ते महाराज कहंदे सारी धरती जानदी होवे बंदे नूं भी फलाना स्यों,
ਤੇ ਅੱਗੇ ਮਹਾਰਾਜ ਜੀ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਜਿੰਨੇ ਧਰਤੀ ਤੇ ਲੋਕ ਵਸਦੇ ਆ, ਜਿੰਨੇ ਜੀਵ ਜੰਤੂ ਵਸਦੇ ਆ, ਸਾਰੇ ਨਾਲ ਤੁਰਦੇ ਹੋਣ ਉਹਦੇ, ਮਨੁੱਖ ਦੇ, ਉਸ ਦੇ। ਐਡੀ ਉਮਰ ਹੋਵੇ, ਇੰਨਾ ਕੁਝ ਮਾਲਕ ਹੋਵੇ ਇੰਨੇ ਕਾਸੇ ਦਾ, ਮਹਾਰਾਜ ਕਹਿੰਦੇ ਸਾਰੇ ਨਾਲ ਤੁਰਦੇ ਹੋਣ। ਨਾਲ ਚੱਲਿਆ ਸਭ ਕੋਏ। ਅੱਗੇ ਕਹਿੰਦੇ ਚੰਗਾ ਨਾਉ ਰਖਾਏ ਕਾ ਜਸ ਕੀਰਤ ਜਗ ਲੇ। ਉਹਦੇ ਨਾਮ ਦਾ ਲੋਕ ਕੀਰਤੀ ਕਰਦੇ ਹੋਣ ਤੇ ਉਹਦਾ ਜਸ ਗਾਉਂਦੇ ਹੋਣ ਵੀ ਹਾਂ ਫਲਾਨਾ ਸਿਉ ਹੈ। ਤੇ ਫਿਰ ਵੀ ਮਹਾਰਾਜ ਜੀ ਦੀ ਅਗਲੀ ਗੱਲ ਨੂੰ ਸਮਝੋ ਜੀ, ਜਸ ਕੀਰਤ ਜਗ ਲੇ। ਅੱਗੇ ਕਹਿੰਦੇ ਜੇ ਤਿਸ ਨਦਰ ਨਾ ਆਵਈ। ਜੇ ਕਹਿੰਦੇ ਤੁਸੀਂ ਯਾਦ ਨਹੀਂ ਨਾ ਆਇਆ, ਰੱਬ ਚੇਤੇ 'ਚ ਨਹੀਂ, ਪਰਮਾਤਮਾ ਯਾਦ ਨਹੀਂ ਜਿਹਦੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਮਹਾਰਾਜ ਜੀ ਕਹਿੰਦੇ ਜੇ ਰੱਬ ਚੇਤੇ 'ਚ ਨਹੀਂ, ਰੱਬ ਦੀ ਨਿਗਾਹ ਦੇ ਵਿੱਚ ਨਹੀਂ ਮਨੁੱਖ, ਹੁਣ ਨਿਗਾਹ 'ਚ ਕਿਵੇਂ ਆਊਗਾ ਜੀ? ਅੱਜ ਮੈਂ ਨਿਗਾਹ 'ਚ ਆਉਣ ਵਾਲੇ ਪਿਆਰੇ ਨੂੰ ਯਾਦ ਕਰੂੰਗਾ। ਭਗਤ ਨਾਮਦੇਵ ਰੱਬ ਦੀ ਨਿਗਾਹ 'ਚ ਆਇਆ ਸੀ ਜੀ, ਤਾਂ ਅੱਜ ਏਡੇ ਵੱਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਣੀ ਦਰਜ ਹੈ। ਗੱਲ ਕਰਦੇ ਆਪਾਂ ਯਾਦ ਆਉਣ ਦੀ। ਹੁਣ ਜਿਹਦੇ ਰੱਬ ਜਿਹਦੇ ਸਾਹਮਣੇ ਆ ਗਿਆ, ਨਿਗਾਹ 'ਚ ਆ ਗਿਆ, ਜਿਹੜਾ ਰੱਬ ਦੀ ਨਿਗਾਹ ਦੇ ਵਿੱਚ ਆ ਗਿਆ, ਉਹਦਾ ਜੀਵਨ ਬਦਲਾਤਾ ਰੱਬ ਨੇ। ਹੁਣ ਨਿਗਾਹ 'ਚ ਕਿਵੇਂ ਆਵਾਂਗੇ ਜੀ? ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵਈ। ਹੁਣ ਬੀਬੀ ਉਹ ਗੱਲਾਂ ਮਾਰੀ ਜਾਂਦੀਆਂ ਕਿ ਰੱਬ ਦੀ ਨਿਗਾਹ 'ਚ ਆਉਂਗੀ, ਮੈਨੂੰ ਨਹੀਂ ਲੱਗਦਾ। ਗੁੱਸਾ ਨਾ ਮਨਾਇਓ, ਇਹ ਤਾਂ ਘੜੀ ਘੜੀ ਦਾ ਲੇਖਾ ਮੰਗਣਾ ਜੀ। ਉਹਨੇ ਕਾਇਤ ਚੇਤੂ ਨਾਉ, ਇਹ ਵੀ ਮੇਰੇ, ਕਿਉਂਕਿ ਅਸੀਂ ਜਦੋਂ ਸਟੇਜ ਤੋਂ ਉਤਰਦੇ ਆ ਨਾ ਜੀ, ਤੇ ਕਈ ਸਾਨੂੰ ਇੱਦਾਂ ਦੇ ਸਵਾਲਕਾਰ ਮਿਲ ਜਾਂਦੇ ਆ ਅੱਜ ਕੱਲ੍ਹ, ਕਿਉਂਕਿ ਅੱਜ ਕੱਲ੍ਹ ਤਰਕਸ਼ੀਲ ਬੜੇ ਆ ਜੀ, ਲੋਕ ਤਰਕ ਕਰਦੇ ਆ ਹਰੇਕ ਗੱਲ ਦੀ। ਤੇ ਉਹ ਮਿਲਦੇ ਆ ਜਦੋਂ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਕਿਹਾ ਸੀਗਾ ਆਹ ਫਲਾਨੀ ਗੱਲ ਸਟੇਜ ਤੋਂ ਬੋਲੀ ਸੀ, ਅਸੀਂ ਜਵਾਬ ਦੇਣਾ ਪੈਂਦਾ ਉਸ ਗੱਲ ਦਾ ਸਾਨੂੰ। ਹੁਣ ਮੈਂ ਗੱਲ ਕੀਤੀ ਹੈ ਨਾ, ਦੇਖੋ ਵੀ ਕਈ ਕਹਿ ਦਿੰਦੇ ਆ ਜੀ ਰੱਬ ਤਾਂ ਇੱਥੇ ਹੀ ਹੈ ਜੀ, ਸਾਰਾ ਕੁਝ ਅੱਗੇ ਕਿਹਨੇ ਦੇਖਿਆ ਜੀ? ਹੁਣ ਮਹਾਰਾਜ ਦੀ ਬਾਣੀ ਦੇਖੋ, ਕਹੀ ਤਾਂ ਜਾਂਦੀ ਹੈ ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਕਿਹੜੇ ਸਮੇਂ ਦੇ ਵਿੱਚ ਰੱਬ ਦਾ ਨਾਮ ਚੇਤਿਆ ਸੀ ਤੂੰ, ਉਹ ਘੜੀ ਦਾ ਲੇਖਾ ਮੰਗਣਾ ਤੇਥੋਂ। ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਵਹੀ, ਤੇ ਵਹੀ ਉਹੀ ਚੱਕੂਗਾ ਜੀ ਜਿਹੜਾ ਹਿਸਾਬ ਲਿਖੂਗਾ। ਹੁਣ ਮੰਨ ਲਓ ਜਿਹਨੇ ਹਿਸਾਬ ਹੀ ਨਹੀਂ ਲਿਖਿਆ, ਵਹੀ ਕੀ ਚੱਕੂਗਾ ਜੀ? ਵਹੀ ਖਾਤਾ ਤਾਂ ਉਹੀ ਫਰੋਲੂ ਜਿਹਨੇ ਹਿਸਾਬ ਲਿਖਿਆ। ਤਾਂ ਮੈਂ ਗੱਲ ਕਰਦਾ ਭੈਣੋ, ਇੱਥੇ ਗੁਰੂ ਦੇ ਦਰਬਾਰ 'ਚ ਬੈਠਿਆ, ਲੇਖਾ ਲਿਖਿਆ ਜਾ ਰਿਹਾ ਗੁਰੂ ਦੇ ਦਰ 'ਤੇ। ਸਫਲਾ ਕਰ ਲਓ, ਘੰਟਾ ਬੈਠੇ ਹੋ ਨਾ ਮਾਤਾ ਜੀ ਦੀ ਯਾਦ 'ਚ, ਤੇ ਇੱਥੇ ਬਹਿ ਕੇ ਹੁਣ ਸਫਲਾ ਕਰ ਲਓ ਜੀਵਨਾ। ਘੰਟਾ ਤਾਂ ਗੁਰੂ ਦੇ ਲੇਖੇ 'ਚ ਲਿਖਾ ਲਓ, ਛੱਡ ਦਿਓ ਗੱਲਾਂ ਨੂੰ। ਬਾਰ-ਬਾਰ ਕਹਿਣਾ ਬੜਾ ਆਪਦੇ ਆਪ ਨੂੰ ਵੀ ਲੱਜਿਆ ਆਉਂਦੀ ਆ, ਇਸ ਕਰਕੇ ਬੇਨਤੀ ਹੈ। ਹੁਣ ਮੈਂ ਗੱਲ ਕਰ ਰਿਹਾ ਜੀ ਭਗਤ ਨਾਮਦੇਵ ਜੀ ਦੀ। ਭਗਤ ਨਾਮਦੇਵ ਜੀ, ਮੈਂ ਗੱਲ ਕੀਤੀ ਹੈ ਨਾ, ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਮਹਾਰਾਜ ਕਹਿੰਦੇ ਜੇ ਰੱਬ ਦੀ ਨਿਗਾਹ 'ਚ ਹੀ ਨਾ ਆਏ ਤੇ ਗੱਲ ਕਿਹਨੇ ਪੁੱਛਣੀ ਆ ਸਾਡੀ? ਤੇ ਰੱਬ ਦੀ ਨਿਗਾਹ 'ਚ ਤਾਂ ਫੇਰ ਆਵਾਂਗੇ ਜੀ, ਜੇ ਰੱਬ ਦਾ ਨਾਮ ਜਪਾਂਗੇ, ਅੰਮ੍ਰਿਤ ਵੇਲੇ ਉੱਠ ਕੇ ਉਹਦੇ ਨਾਮ ਨੂੰ ਚੇਤੇ ਦੇ ਵਿੱਚ ਲਿਆਵਾਂਗੇ, ਬਾਣੀ ਪੜ੍ਹਿਆ ਕਰਾਂਗੇ, ਫੇਰ ਹੀ ਰੱਬ ਦੀ ਨਜ਼ਰ 'ਚ ਆਉਣਾ ਵੀ ਨਿਗਾਹ 'ਚ ਆ ਗਿਆ ਜੀ ਮੈਂ ਤਾਂ ਰੱਬ ਦੇ। ਤੇ ਜਦੋਂ ਰੱਬ ਦੀ ਨਿਗਾਹ 'ਚ ਆ ਗਏ ਫਿਰ ਬਾਰੇ ਨਿਆਰੇ ਹੁੰਦੇ ਆ, ਉਹਨਾਂ ਚਿਰ ਨਹੀਂ। ਤੇ ਭਗਤ ਨਾਮਦੇਵ ਜੀ ਦੀ ਹੁਣ ਵਾਰਤਾ ਸੁਣਿਓ ਜੀ, ਗੁਰਬਾਣੀ ਦੇ ਅਨੁਸਾਰ ਗੱਲ ਕਰਾਂਗਾ ਮੈਂ। ਇੱਕ ਵੀ ਗੱਲ ਉਹਨਾਂ ਦੀ ਮੈਂ ਬਾਹਰੋਂ ਨਹੀਂ ਕਰਨੀ, ਉਹਨਾਂ ਦੇ ਜੀਵਨ 'ਚੋਂ, ਗੁਰਬਾਣੀ 'ਚੋਂ ਜੀਵਨ ਮਿਲੀ ਜਾਂਦਾ ਉਹਨਾਂ ਦਾ ਸਾਰਾ। ਆਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀ ਜਾਓ। ਤੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਨਾਲ ਰੱਬ ਬੈਠ ਕੇ ਐਂ ਗੱਲਾਂ ਕਰਦਾ ਸੀ, ਐਂ ਗੱਲਾਂ ਕਰਦਾ ਸੀ। ਇੱਕ ਮੈਂ ਬਾਰ-ਬਾਰ ਬੇਨਤੀ ਕਰਾਂ, 15 ਭਗਤਾਂ 'ਚੋਂ ਇਹਨਾਂ ਨੂੰ ਸ਼੍ਰੋਮਣੀ ਭਗਤ ਕਿਹਾ ਜਾਂਦਾ ਜੀ। ਗੱਲਾਂ ਬੰਦ ਕਰੋ ਭੈਣੋ, ਜੇ ਗੱਲਾਂ ਕਰਨੀਆਂ ਨਾ ਬਾਹਰ ਭੇਜੋ, ਮੈਨੂੰ ਗੁੱਸਾ ਕੋਈ ਨਹੀਂ, ਤੁਸੀਂ ਭਾਵੇਂ ਮੇਰਾ ਗੁੱਸਾ ਕਰ ਜਾਓ। ਮੈਂ ਬਾਰ-ਬਾਰ ਬੇਨਤੀ ਨਹੀਂ ਕਰਦਾ, ਕਿਉਂਕਿ ਸਤਿਗੁਰਾਂ ਨੇ ਕਿਹਾ ਪਹਿਲਾਂ ਮਿੰਨਤ ਕਰਨੀ ਹੈ ਤੇ ਬਾਅਦ 'ਚ ਫਿਰ ਕਰੜਾ ਬਚਨ ਵੀ ਬੋਲਿਆ ਜਾਊ। ਗੁੱਸਾ ਨਾ ਮਨਾਓ। ਜਿਹਨੇ ਬੀਬੀਆਂ ਨੇ ਗੱਲਾਂ ਕਰਨੀਆਂ ਬਾਹਰ ਬਹਿ ਜਾਓ, ਕੋਈ ਇਤਰਾਜ਼ ਨਹੀਂ ਸਾਨੂੰ। ਸੁਣਨ ਵਾਲਾ ਭਾਵੇਂ ਇੱਕੋ ਹੀ ਬੈਠਾ ਰਹੇ, ਆਪਾਂ ਉਸੇ ਨੂੰ ਹੀ ਸੁਣਾ ਲੈਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੈਠੇ ਆ, ਮੈਂ ਤਾਂ ਇਹਨਾਂ ਨੂੰ ਸੁਣਾਉਣਾ ਆ। ਇਸ ਕਰਕੇ ਬੇਨਤੀ ਹੈ ਨਾ ਬੋਲੋ। ਹੁਣ ਸਤਿਗੁਰੂ ਜੀ ਦੇ ਪਿਆਰੇ ਭਗਤ ਨਾਮਦੇਵ ਜੀ ਨੂੰ ਸ਼੍ਰੋਮਣੀ ਕਿਉਂ ਕਿਹਾ ਜਾਂਦਾ ਭਲਾ? ਸ਼੍ਰੋਮਣੀ ਦਾ ਮਤਲਬ ਹੁੰਦਾ ਜੀ ਸਿਰ ਕੱਢਵਾਂ, ਉੱਚਾ ਕਹਿ ਦਿੰਦੇ, ਜਿਵੇਂ ਆਪਾਂ ਸਰਬ ਉੱਚ ਕਹਿ ਲਈਏ। ਜਿਵੇਂ ਇੱਕ ਗੱਲ ਕਹੀ ਜਾਂਦੀ ਹੈ ਨਾ, ਅਦਾਲਤ ਨੂੰ ਕਿਹਾ ਜਾਂਦਾ ਵੀ ਦਿੱਲੀ ਦੇ ਵਿੱਚ ਜੀ ਸੁਪਰੀਮ ਕੋਰਟ ਹੈ, ਉਹਨੂੰ ਕੀ ਕਿਹਾ ਜਾਂਦਾ? ਸਰਬ ਉੱਚ ਅਦਾਲਤ। ਉਹਨੂੰ ਸ਼੍ਰੋਮਣੀ ਅਦਾਲਤ ਵੀ ਕਹਿ ਸਕਦੇ ਹਾਂ ਆਪਾਂ, ਸਰਬ ਉੱਚ ਅਦਾਲਤ ਜਿਹਨੂੰ। ਇਸੇ ਤਰ੍ਹਾਂ ਇਹ ਸਰਬ ਉੱਚ ਨੇ ਜੀ, ਸ਼੍ਰੋਮਣੀ ਨੇ, ਸਿਰ ਕੱਢਵੇਂ ਆ ਸਾਰੇ ਭਗਤਾਂ ਦੇ ਵਿੱਚੋਂ। ਉਹ ਕਿਉਂ ਨੇ? ਕਿਉਂਕਿ ਇਹਨਾਂ ਨੇ 72 ਵਾਰ ਪਰਮਾਤਮਾ ਨੂੰ ਸਾਹਮਣੇ ਬਿਠਾ ਕੇ ਗੱਲਾਂ ਕੀਤੀਆਂ। ਆਪਾਂ ਤਾਂ ਇੱਕ ਵਾਰੀ ਦੀ ਆਸ ਨਹੀਂ ਨਾ ਰੱਖ ਸਕਦੇ ਵੀ ਰੱਬ ਸਾਡੇ ਸਾਹਮਣੇ ਬਹਿ ਜੇ ਤੇ ਗੱਲਾਂ ਮਾਰੇ।
ਹੁਣ ਭਗਤ ਨਾਮਦੇਵ ਜੀ ਦੇ ਨਾਲ 72 ਵਾਰ ਰੱਬ ਬਹਿ ਕੇ ਗੱਲਾਂ ਕਰਕੇ ਗਿਆ। ਕਹਿੰਦੇ ਰੱਬ ਨੂੰ ਐਂ ਆਵਾਜ਼ ਮਾਰ ਲੈਂਦਾ ਸੀ ਆਪਾਂ ਜਿਵੇਂ ਦੋਸਤ ਮਿੱਤਰ ਨੂੰ ਆਵਾਜ਼ ਮਾਰਦੇ ਨੇ ਵੀ ਆਈ ਮਾੜਾ ਜਿਹਾ ਬੈਠੀ ਕੋਲੇ, ਐਂ ਸੱਦ ਲੈਂਦੇ ਸੀ ਰੱਬ ਨੂੰ। ਕਿੱਡੀ ਵੱਡੀ ਭਗਤੀ ਹੋਊਗੀ ਜੀ। ਤੇ 1270 ਵਿੱਚ ਇਸ ਪਿਆਰੇ ਦਾ ਜਨਮ ਹੋਇਆ ਸੀ। ਮਾਤਾ ਗੋਨਾਬਾਈ ਇਹਨਾਂ ਦੀ ਮਾਂ ਸੀ ਤੇ ਦਾਮਸ਼ੇੜ ਇਹਨਾਂ ਦੇ ਪਿਤਾ ਦਾ ਨਾਮ ਸੀ ਜੀ। ਤੇ ਇਹਨਾਂ ਦਾ ਜੇ ਕਿਤੇ ਨਗਰ ਦੇਖਣਾ ਹੋਵੇ ਮਹਾਰਾਸ਼ਟਰ ਦੇ ਵਿੱਚ ਹੰਸੌਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ। ਭਗਤ ਨਾਮਦੇਵ ਜੀ ਦਾ ਪਿੰਡ ਘਰ ਪੁਰਾਣਾ ਅੱਜ ਵੀ ਹੈ। ਤੁਸੀਂ ਤਾਂ ਸੰਗਤ ਨੇ ਦਰਸ਼ਨ ਕੀਤੇ ਹੋਣਗੇ ਕਿਉਂਕਿ ਫਲਵਾੜੀ ਬੈਠੇ ਉਹਨਾਂ ਦੀ ਸਾਰੀ। ਉਹਨਾਂ ਦਾ ਨਾਮ ਨਰਸੀ ਬਾਮਣੀ ਪਿੰਡ ਦੇ ਵਿੱਚ ਜਨਮ ਹੋਇਆ ਸੀ ਇਹਨਾਂ ਦਾ। ਨਰਸੀ ਬਾਮਣੀ ਹੰਸੌਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਮਹਾਰਾਸ਼ਟਰ ਦੇ ਵਿੱਚ। ਅੱਜ ਉਸੇ ਨਗਰ ਨੂੰ ਨਰਸੀ ਬਾਮਣੀ ਦੇ ਨਾਂ 'ਤੇ ਨਾਮਦੇਵ ਬਾਮਣੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨਰਸੀ ਕੱਟਿਆ ਗਿਆ ਨਾਮ ਦੇ ਮੂਹਰੋਂ। ਹੁਣ ਉਸ ਪਿਆਰੇ ਦਾ ਜਦੋਂ ਜਨਮ ਹੋਇਆ ਜੀ 1270 ਦੇ ਵਿੱਚ। ਇੱਕ ਮੈਂ ਹੋਰ ਗੱਲ ਕਰਾਂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਮੁੱਢ 1170 'ਚ ਹੋਇਆ। ਉਹਨਾਂ ਦਾ ਜਨਮ 1270 'ਚ ਹੁੰਦਾ। 100 ਸਾਲ ਦਾ ਫਰਕ ਹੈ। ਹੁਣ ਤੁਸੀਂ ਸੋਚੋਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮੁੱਢ ਕਿਵੇਂ 1170 'ਚ? ਕਿਉਂਕਿ ਗੁਰੂ ਨਾਨਕ ਜੀ ਕਿੰਨੇ 'ਚ ਆਏ ਆ ਜੀ? 1469 'ਚ। ਸਾਰਿਆਂ ਦੇ ਮਨ 'ਚ ਵਿਚਾਰ ਆ ਗਈ ਹੋ ਵੀ 1469 'ਚ ਗੁਰੂ ਨਾਨਕ ਜੀ ਆਏ ਆ। ਨਾਲੇ ਕਹਿੰਦੇ ਸਿੱਖ ਪੰਥ ਦਾ ਮੋਢੀ ਗੁਰੂ ਨਾਨਕ ਪਾਤਸ਼ਾਹ ਹੋਏ ਆ। ਤੇ ਇਹ ਕਹੀ ਜਾਂਦੇ ਆ 1170 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁੱਢ ਹੋਇਆ। ਪਰ ਇੱਕ ਗੱਲ ਨੂੰ ਨੋਟ ਕਰਿਓ ਜੀ, ਜਿਹੜੇ ਭਗਤ ਜੈਦੇਵ ਜੀ ਹੋਏ ਆ ਨਾ, ਪਹਿਲੇ ਭਗਤ ਹੋਇਆ 15 ਦੇ ਵਿੱਚੋਂ ਪਹਿਲੇ ਭਗਤ। ਇਹਨਾਂ ਦਾ ਜਨਮ 1170 'ਚ ਹੋਇਆ ਸੀ। ਕਿਉਂਕਿ ਅਸੀਂ ਤਾਂ ਗੱਲ ਉਹਨਾਂ ਦੀ ਕਰਨੀ ਹੈ ਨਾ ਜਿਨ੍ਹਾਂ 35 ਜਣਿਆਂ ਦੀ ਬਾਣੀ ਹੈ ਇਸ ਗ੍ਰੰਥ 'ਚ। ਉਹਨਾਂ ਦਾ ਜਨਮ 1170 'ਚ ਭਗਤ ਜੈਦੇਵ ਜੀ ਦਾ ਹੁੰਦਾ ਹੈ। ਤਾਂ ਕਹਿ ਲਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਢ 1170 ਤੋਂ ਵੱਜਣਾ ਸ਼ੁਰੂ ਹੋਇਆ ਜੀ। ਤੇ 1270 ਦੇ ਵਿੱਚ ਭਗਤ ਪਿਆਰੇ ਭਗਤ ਨਾਮਦੇਵ ਜੀ ਦਾ ਜਨਮ ਹੁੰਦਾ ਹੈ। ਦਾਮਸ਼ੇੜ ਜੀ ਦੇ ਘਰ ਮਾਈ ਗੋਨਾਬਾਈ ਜਿਨ੍ਹਾਂ ਦੀ ਮਾਤਾ ਦਾ ਨਾਂ ਹੈ। ਹੁਣ ਭਗਤ ਨਾਮਦੇਵ ਜੀ ਨੂੰ ਜਨਮ ਦੇਣ ਵਾਲੀ ਮਾਂ ਦੀ ਕਿੰਨੀ ਭਗਤੀ ਹੋਊ ਜੀ, ਕਦੇ ਧਿਆਨ ਮਾਰਿਓ। ਜਿਹਨੇ 72 ਵਾਰ ਰੱਬ ਨੂੰ ਸਾਹਮਣੇ ਵਾ ਕੇ ਗੱਲਾਂ ਕੀਤੀਆਂ। ਮੈਂ ਇੱਕ ਵਾਰ ਦੀ ਵਾਰਤਾ ਨਾਲ ਦੀ ਨਾਲ ਸਾਂਝੀ ਕਰ ਲਾਂ, ਗੁਰਬਾਣੀ 'ਚੋਂ ਹੀ ਗੱਲਾਂ ਮਿਲਦੀਆਂ। ਭਗਤ ਨਾਮਦੇਵ ਜੀ ਦੇ ਜੀਵਨ 'ਚ ਕਹਿੰਦੇ ਇਹੋ ਜਿਹੇ ਦਿਨ ਵੀ ਆ ਗਏ ਜੀ ਜਿਹੜੇ ਸਮੇਂ ਦੀ ਸਰਕਾਰ ਸੀ ਨਾ, ਉਸ ਸਮੇਂ 'ਤੇ ਐਂ ਕਹਿ ਲਈਏ ਸਮੇਂ ਦੇ ਜਿਹੜੇ ਸਰਕਾਰਾਂ ਹੋਈਆਂ ਉਦੋਂ ਰਾਜ ਚੱਲਦੇ ਹੁੰਦੇ, ਰਾਜਿਆਂ ਦੇ ਰਾਜ। ਜਿਹੜਾ ਸਮੇਂ ਦਾ ਰਾਜਾ ਸੀ ਉਹਨੇ ਕਹਿੰਦੇ ਇੱਥੋਂ ਤੱਕ ਦੀ ਸਜ਼ਾ ਦੇਤੀ ਭਗਤ ਨਾਮਦੇਵ ਜੀ ਨੂੰ, ਹੰਕਾਰੀ ਬ੍ਰਾਹਮਣਾਂ ਦੇ ਕਹਿਣ 'ਤੇ, ਪੰਡਤਾਂ ਦੇ। ਕਿਉਂਕਿ ਗੱਲ ਕੀਤੀ ਹੈ ਇਹ ਪੰਡੀਆ ਮੋਕੋ ਢੇੜ ਕਹਿਤ ਹੈ ਮੇਰੀ ਪੈਜ ਪਛੌਂਡੀ ਹੋਇਲਾ। ਉਹ ਕਹਿੰਦੇ ਜਿਹੜੇ ਪੰਡਤ ਸੀ, ਜਿਹੜੇ ਜਾਤ ਅਭਿਮਾਨੀ, ਦੇਖੋ ਸਾਰੇ ਬ੍ਰਾਹਮਣ ਮਾੜੇ ਨਹੀਂ ਹੋਏ ਜੀ, ਸਾਰੇ ਪੰਡਤ ਮਾੜੇ ਨਹੀਂ ਹੋਏ। ਉਹ ਪੰਡਤ ਮਾੜੇ ਹੋਏ ਜਿਨ੍ਹਾਂ ਨੂੰ ਜਾਤ ਦਾ ਹੰਕਾਰ ਸੀ। ਜਾਤ ਕਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦਾ ਸੋ ਬ੍ਰਾਹਮਣ ਹੋਈ। ਬਾਣੀ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਵੀ। ਫੋਨ ਬੰਦ ਕਰੋ ਜੀ, ਜਿਨ੍ਹਾਂ ਕੋਲ ਫੋਨ ਆ ਸਾਈਲੈਂਟ ਕਰੋ ਆਪੋ ਆਪਣੇ ਫੋਨ। ਤਕਰੀਬਨ ਫੋਨ ਤਾਂ ਸਾਰੀ ਦੁਨੀਆ ਕੋਲ ਹੀ ਆ। ਬੇਨਤੀ ਆ ਸਾਰੀਆਂ ਸੰਗਤਾਂ ਇਹਨਾਂ ਨੂੰ ਸਾਈਲੈਂਟ ਰੱਖੋ, ਕਿਉਂਕਿ ਗੱਲ ਘੰਟਾ ਗੁਰੂ ਦੀ ਕਰਨਾ ਹੈ। ਜੇ ਫੋਨਾਂ 'ਤੇ ਕੱਢ ਕੇ ਟਾਈਮ, ਫਿਰ ਗੁਰੂ ਦਾ ਗੁਣ ਕਦੋਂ ਗਾਵਾਂਗੇ। ਹੁਣ ਸਤਿਗੁਰੂ ਮਹਾਰਾਜ ਜੀ ਦੇ ਕਹਿੰਦੇ ਜਦੋਂ ਇਸ ਪਿਆਰੇ ਦਾ ਭਗਤ ਜੀ ਦਾ ਜਨਮ ਹੋਇਆ ਨਾ 1270 ਦੇ ਵਿੱਚ, ਤੇ ਕਹਿੰਦੇ ਇਹਨਾਂ ਦਾ ਪਿਤਾ ਕੀ ਕਰਦਾ ਹੁੰਦਾ ਸੀ ਜੀ ਉਦੋਂ? ਉਸ ਟਾਈਮ 'ਤੇ ਕਹਿੰਦੇ ਪੰਡਰਪੁਰ ਨਗਰ ਦੇ ਵਿੱਚ ਜਾ ਕੇ, ਪੰਡਰਪੁਰ ਇੱਥੇ ਜਾ ਕੇ ਦੇਵੀ ਦੇਵਤਿਆਂ ਨੂੰ ਨੈਵੇਦ ਕਰਦਾ ਹੁੰਦਾ। ਹੁਣ ਨੈਵੇਦ ਸਮਝੋਗੇ ਜੀ? ਨੈਵੇਦ ਦਾ ਮਤਲਬ ਹੈ ਜੀ ਇੱਕ ਥਾਲੀ ਦੇ ਵਿੱਚ ਦੇਵਤਿਆਂ ਲਈ ਲੈ ਜਾਣੀਆਂ ਚੀਜ਼ਾਂ ਪਾ ਕੇ, ਦੇਵਤਿਆਂ ਦੀ ਪੂਜਾ ਕਰਨ ਵਾਸਤੇ। ਜਿਵੇਂ ਐਂ ਕਹਿ ਲਈਏ ਆਰਤੀ ਕਰਨ ਵਾਸਤੇ ਘਿਓ ਪਾ ਲਿਆ ਜੀ, ਜੋਤਾਂ ਲਾ ਲਈਆਂ, ਉਹਦੇ ਵਿੱਚ ਧੂਪ ਪਾ ਲਈ ਜੀ ਘਿਓ ਦੇ ਉੱਪਰ, ਤੇ ਉਹਨੂੰ ਅੱਗ ਲਾ ਲਈ। ਸਾਰੇ ਨੂੰ ਨੈਵੇਦ ਵਸਤੂਆਂ ਜਿਹੜੀਆਂ ਦੇਵਤਿਆਂ ਦੀ ਪੂਜਾ ਕਰਨ ਵਾਸਤੇ ਮੰਦਿਰ ਦੇ ਵਿੱਚ ਉਹ ਪੰਡਰਪੁਰ ਜਾਂਦੇ ਹੁੰਦੇ ਆਪਦੇ ਨਗਰ ਨੂੰ। ਨਰਸੀ ਬਾਮਣੀ ਨੂੰ ਛੱਡ ਕੇ ਪੈਦਲ ਜਾਂਦੇ ਕਾਫੀ ਦੂਰ, ਹਰ ਰੋਜ਼ ਜਾਂਦੇ ਪੰਡਰਪੁਰ ਕਹਿੰਦੇ। ਤੇ ਭਗਤ ਨਾਮਦੇਵ ਜੀ ਬਚਪਨ ਤੋਂ ਆਪਦੇ ਪਿਤਾ ਨੂੰ ਦੇਖਦੇ ਰਹੇ ਆ ਵੀ ਮੇਰਾ ਪਿਤਾ ਕੀ ਕਰਦਾ। ਕਿਉਂਕਿ ਬੱਚੇ ਨੂੰ ਦੇਖੋ ਜੀ ਸਿੱਖਿਆ ਘਰ ਚੋਂ ਮਿਲਣੀ ਹੁੰਦੀ ਆ। ਇੱਕ ਗੱਲ ਨੂੰ ਨੋਟ ਕਰਿਓ, ਜੇ ਮਾਂ-ਬਾਪ ਚੇਲੇ ਚਪਟਿਆਂ ਦੇ ਜਾਂਦਾ ਤਾਂ ਬੱਚਾ ਵੱਡਾ ਹੋ ਕੇ ਚੇਲੇ ਚਪਟਿਆਂ ਦੀ ਜਾਊ। ਧਿਆਨ ਮਾਰਿਓ ਗੱਲ ਦੇ ਵੱਲ। ਜੇ ਮਾਂ-ਬਾਪ ਗੁਰੂ ਘਰ ਜਾਂਦਾ, ਗੁਰਦੁਆਰੇ ਜਾਂਦਾ, ਤਾਂ ਬੱਚਾ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲ ਹੀ ਆਊਗਾ। ਘਰ ਦੇ ਜਿਹੋ ਜਿਹਾ ਮਾਹੌਲ ਹੈ ਉਹੋ ਜਿਹਾ ਬੱਚੇ ਨੂੰ ਸਿੱਖਿਆ ਮਿਲਣੀ ਹੈ ਨਾ। ਸੰਸਕਾਰ ਤਾਂ ਮਾਂ-ਬਾਪ 'ਚੋਂ ਹੀ ਮਿਲਣੇ ਆ ਜੀ ਬੱਚੇ ਨੂੰ। ਤੇ ਭਗਤ ਨਾਮਦੇਵ ਜੀ ਨੂੰ ਸੰਸਕਾਰ ਕਿੱਥੋਂ ਮਿਲਿਆ? ਆਪਦੇ ਮਾਂ-ਬਾਪ ਤੋਂ।
ਹੁਣ ਦਾਮਸ਼ੇੜ ਜੀ ਕਿੱਥੇ ਜਾਂਦੇ ਆ? ਪੰਡਰਪੁਰ ਨਗਰ ਦੇ ਵਿੱਚ ਜਾਂਦੇ ਆ, ਮੰਦਿਰ ਦੇ ਵਿੱਚ ਕੀ ਲੈ ਕੇ? ਨਹੀਂ ਵੇਦ ਲੈ ਕੇ, ਥਾਲੀ ਦੇ ਵਿੱਚ ਚੀਜ਼ਾਂ ਲੈ ਕੇ, ਉਹ ਚੀਜ਼ਾਂ ਨੂੰ ਦੇਵੀ ਦੇਵਤਿਆਂ ਦੇ ਅਰਪਣ ਕਰਨ ਜਾਂਦੇ ਆ। ਉਹਦੇ ਵਿੱਚ ਕੀ ਲੈ ਕੇ ਜਾਂਦੇ ਆ? ਕਪਲ ਗਊ ਦਾ ਦੁੱਧ ਲੈ ਕੇ ਜਾਂਦੇ ਆ ਜੀ। ਕਪਲ ਗਊ, ਕਪਲ ਦਾ ਨਾਮ ਹੈ ਜੀ, ਜੇ ਅਰਥ ਕਰੀਏ ਤਾਂ ਚਿੱਟੀ, ਦੇਸੀ ਗਊ, ਚਿੱਟੀ ਗਊ, ਉਹਦਾ ਦੁੱਧ ਲੈ ਕੇ ਜਾਂਦੇ ਆ। ਦੁੱਧ ਪੀਓ ਗੋਬਿੰਦੇ ਰਾਏ। ਦੇਖੋ ਭਗਤ ਨਾਮਦੇਵ ਜੀ ਕਹਿੰਦੇ ਆ, ਸਾਹਮਣੇ ਖੜ ਕੇ ਮੂਰਤੀ ਦੇ ਬਾਅਦ ਦੇ ਵਿੱਚ ਉਹਨਾਂ ਨੇ ਜਿੱਦੇ ਆਪ ਗਏ ਉਹਦੇ ਗੱਲਾਂ ਵੀ ਕੀਤੀਆਂ ਵੀ ਤੂੰ ਗੋਬਿੰਦ ਪਰਮਾਤਮਾ ਵਾਹਿਗੁਰੂ ਜੀ ਤੂੰ ਦੁੱਧ ਛਕ, ਮੈਂ ਤੇਰੇ ਲਈ ਦੁੱਧ ਲੈ ਕੇ ਆਇਆ। ਇਸੇ ਤਰ੍ਹਾਂ ਕਹਿੰਦੇ ਭਗਤ ਨਾਮਦੇਵ ਜੀ ਆਪਦੇ ਬਾਪ ਨੂੰ ਨਿੱਤ ਜਾਂਦਿਆਂ ਦੇਖਦੇ ਆ ਵੀ ਇਹ ਤਾਂ ਮੰਦਿਰ 'ਚ ਜਾਂਦੇ ਆ, ਨੈਵੇਦ ਲੈ ਕੇ ਜਾਂਦੇ ਆ, ਥਾਲੀ ਉਹਦੇ ਵਿੱਚ ਵਸਤੂਆਂ ਰੱਖ ਕੇ ਲਿਜਾਂਦੇ ਆ, ਦੁੱਧ ਲਿਜਾਂਦੇ ਆ ਜੀ, ਪਾਣੀ ਲਿਜਾਂਦੇ ਆ ਚਰਨ ਧੋਣ ਵਾਸਤੇ ਮੂਰਤੀ ਦੇ, ਤੇ ਦੁੱਧ ਛਕਣ ਵਾਸਤੇ ਲੈ ਕੇ ਜਾਂਦੇ ਆ ਮੂਰਤੀ ਦੇ। ਹੋਰ ਕਾਫੀ ਚੀਜ਼ਾਂ ਜਿਵੇਂ ਫੁੱਲ ਲੈ ਗਏ ਜੀ, ਫੁੱਲ ਧਰ ਕੇ ਲੈ ਗਏ। ਇਹਨਾਂ ਗੱਲਾਂ ਦਾ ਭਗਤ ਨਾਮਦੇਵ ਜੀ ਨੇ ਤਾਂ ਖੰਡਨ ਕਰਤਾ ਜੀ ਅੱਗੇ ਜਾ ਕੇ। ਕਹਿੰਦੇ ਦੁੱਧ ਤਾਂ ਬਛਰੈ ਥਨੋਂ ਵਟਾਰਿਓ। ਕਹਿੰਦੇ ਜੇ ਦੁੱਧ ਨੂੰ ਕਹੀਏ ਆਪਾਂ ਵੀ ਦੁੱਧ ਸੁੱਚਾ ਦੁੱਧ ਤਾਂ ਬੱਚੇ ਨੇ ਮੂੰਹ ਲਾਤਾ ਪਹਿਲਾਂ ਹੀ ਗਊ ਦੇ ਦਣਾ ਨੂੰ। ਫੂਲ ਭਵਰ ਜਲ ਮੀਨ ਵਗਾਰੇ, ਉਹ ਕਹਿੰਦੇ ਜੇ ਫੁੱਲ ਚੰਗੇ ਸਮਝ ਗਏ ਤਾਂ ਫੁੱਲਾਂ ਦੀ ਗੱਲ ਕਰੀਏ ਤਾਂ ਫੁੱਲ ਵੀ ਭੋਰੇ ਨੇ ਗਾਲੇ ਹੋਏ ਆ ਜੀ, ਜੂਠੇ ਕੀਤੇ ਆ। ਫੂਲ ਭਵਰ ਤੇ ਜਲ ਮੈਨੇ ਪਾਣੀ, ਮੀਨ ਭਾਵ ਮੱਛੀ, ਜਲ ਮੀਨ ਵਗਾਰਿਓ। ਉਹ ਕਹਿੰਦੇ ਜੇ ਪਾਣੀ ਕਹੀਏ ਸੁੱਚਾ ਅਰਪਣ ਕਰਤਾ ਵਿਠਲ ਨੂੰ, ਪਰਮਾਤਮਾ ਨੂੰ। ਵਿਠਲ ਵੈਸੇ ਉਹਨਾਂ ਦੇ ਵੇਲੇ ਪਰਮਾਤਮਾ ਦਾ ਨਾਮ ਸੀ ਜੀ। ਇੱਕ ਗੱਲ ਨੂੰ ਹੋਰ ਨੋਟ ਕਰਿਓ, ਵਿਠਲ ਦੇ ਜੇ ਅਰਥ ਕਰੀਏ ਨਾ, ਭਾਈ ਕਾਹਨ ਸਿੰਘ ਨਾਭਾ ਜੀ ਨੇ ਬੜੇ ਸੋਹਣੇ ਕੀਤੇ ਹੋਏ ਆ। ਬੱਬੇ ਦਾ ਨਾਮ ਉਹਨਾਂ ਨੇ ਕਿਹਾ ਵੀ ਗਿਆਨਵਾਨ, ਵਿਠਲ ਦਾ ਬੱਬਾ ਗਿਆਨਵਾਨ, ਠੱਠੇ ਦਾ ਗਰੀਬੀ ਜੀ, ਤੇ ਲੱਲੇ ਦਾ ਉਹਨਾਂ ਨੇ ਕਿਹਾ ਜੀ ਬਾਂਹ ਫੜਨ ਵਾਲਾ। ਵਿਠਲ ਹੈ ਵੀ ਗਰੀਬ ਦੀ ਬਾਂਹ ਫੜਨ ਵਾਲਾ, ਗਿਆਨ ਅੰਦਰ ਦੇਣ ਵਾਲਾ ਗਰੀਬ ਦੇ, ਐਂ ਕਹਿ ਲਈਏ ਵੀ ਗਰੀਬ ਨੂੰ ਗਿਆਨ ਵੰਡਣ ਵਾਲਾ ਵਿਠਲ, ਪਰਮਾਤਮਾ ਦਾ ਵਿਠਲ ਪਹਿਲਾ ਕਾਏ ਕਰੋ। ਉਹਨਾਂ ਨੇ ਵਾਰ-ਵਾਰ ਵਿਠਲ ਦਾ ਨਾਮ ਲਿਆ, ਰੱਬ ਦਾ ਨਾਮ ਸੀ ਭਗਤ ਨਾਮਦੇਵ ਜੀ ਦੇ ਵੇਲੇ। ਹੁਣ ਕਹਿੰਦੇ ਜਦੋਂ ਇਹਨਾਂ ਨੇ ਆਪਦੇ ਪਿਤਾ ਨੂੰ ਨਿੱਤ ਜਾਂਦਿਆਂ ਦੇਖਿਆ, ਇਹ 6 ਸਾਲ ਦੇ ਹੋਏ ਸੀ ਜੀ ਭਗਤ ਨਾਮਦੇਵ। ਐਂ ਕਹਿ ਲਈਏ 1276 ਦੀ ਗੱਲ ਹੈ, 70 'ਚ ਜਨਮ ਹੁੰਦਾ ਜੀ, 76 ਦੇ ਵਿੱਚ ਆਪਦੇ ਪਿਤਾ ਨੂੰ ਕਹਿਣ ਲੱਗੇ, ਕਹਿੰਦੇ ਬਾਪੂ ਤੁਸੀਂ ਰੋਜ਼ ਕਿੱਥੇ ਜਾਂਦੇ ਹੋ? ਉਹ ਕਹਿੰਦੇ ਮੈਂ ਤਾਂ ਪੁੱਤਰਾ ਮੰਦਿਰ ਜਾਂਦਾ। ਕਹਿੰਦੇ ਕੀ ਕਰਨ ਜਾਂਦਾ? ਕਹਿੰਦੇ ਮੈਂ ਦੇਵੀ ਦੇਵਤਿਆਂ ਦੀਆਂ ਮੂਰਤਾਂ ਨੂੰ ਆਹ ਚੀਜ਼ਾਂ ਅਰਪਣ ਕਰਨ ਜਾਂਦਾ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਾਂਦਾ, ਉਹਨਾਂ ਨੂੰ ਧਿਆਉਣ ਜਾਂਦਾ। ਤੇ ਫਿਰ ਕਹਿੰਦੇ ਬਾਪੂ ਇੱਕ ਗੱਲ ਨੂੰ ਮੇਰੀ ਨੂੰ ਸਮਝੋਗੇ? ਆਪਦੇ ਬਾਪ ਨੂੰ ਕਹਿਣ ਲੱਗੇ। ਉਹ ਕਹਿੰਦੇ ਹਾਂ। ਕਹਿੰਦੇ ਮੈਂ ਵੀ ਚੱਲਿਆ ਕਰਾਂਗਾ। ਕਹਿੰਦੇ ਨਹੀਂ ਪੁੱਤਰਾ ਤੂੰ ਅਜੇ ਨਿਆਣਾ, ਤੈਨੂੰ ਜਾਣ ਦੀ ਲੋੜ ਨਹੀਂ, ਅਜੇ ਸਮਾਂ ਆਵੇਗਾ ਤੈਨੂੰ ਮੈਂ ਮੰਦਿਰ ਲੈ ਕੇ ਜਾਵਾਂਗਾ, ਪਰ ਅਜੇ ਨਾ ਜਾ, ਤੈਨੂੰ ਕੋਈ ਲੋੜ ਨਹੀਂ ਜਿੰਨਾ ਚਿਰ ਮੈਂ ਜਾਂਦਾ। ਤੇ ਕਹਿੰਦੇ ਜੀ ਮਨ ਉਦਾਸ ਰਹਿਣ ਲੱਗ ਪਿਆ ਜਦੋਂ ਬਾਪ ਨੇ ਜਵਾਬ ਦਿੱਤਾ ਵੀ ਤੂੰ ਨਹੀਂ ਜਾਣਾ, ਕਿਉਂਕਿ ਅੰਦਰੋਂ ਤਾਂ ਚੇਟਕ ਪਰਮਾਤਮਾ ਦੇ ਨਾਮ ਦੀ ਹੈ ਨਾ ਜੀ, ਅੰਦਰੋਂ ਤਾਂ ਖਿੱਚ ਉਹੀ ਹੈ ਨਾ ਰੱਬ ਵੱਲ ਨੂੰ। ਤੇ ਕਹਿੰਦੇ ਜਦੋਂ ਜਵਾਬ ਦਿੱਤਾ ਉਦਾਸ ਰਹਿਣ ਲੱਗ ਪਏ। ਕਾਫੀ ਸਮਾਂ ਬਤੀਤ ਹੋਇਆ ਜੀ ਇੱਦਾਂ ਚੱਲਦਿਆਂ। ਕਹਿੰਦੇ ਜਦੋਂ 10-11 ਕੁ ਸਾਲ ਦੇ ਹੋ ਗਏ ਸੀ ਭਗਤ ਨਾਮਦੇਵ ਜੀ, ਤੇ ਜਦੋਂ 10-11 ਕੁ ਸਾਲ ਦੇ ਹੋਏ, ਇੱਕ ਦਿਨ ਕਹਿੰਦੇ ਬਾਪ ਨੂੰ ਪੰਡਰਪੁਰ ਤੋਂ ਬਾਹਰ ਜਾਣਾ ਪੈ ਗਿਆ। ਹੁਣ ਇੱਥੇ ਮੈਂ ਥੋੜ੍ਹੀ ਜਿਹੀ ਗੱਲ ਕਰ ਲਵਾਂ। ਇੱਥੇ ਭਗਤ ਨਾਮਦੇਵ ਜੀ ਨੇ ਬਾਰ-ਬਾਰ ਸ਼ੀਪਾ ਕਿਉਂ ਕਿਹਾ ਜੀ? ਸ਼ੀਪੇ ਕੈ ਜਨਮ ਕਾਹੇ ਕੋ ਆਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ। ਉਹ ਕਹਿੰਦੇ ਮੈਂ ਸ਼ੀਪਿਆਂ ਦੇ ਕਿਉਂ ਜੰਮਿਆ? ਹੁਣ ਸ਼ੀਪੇ ਦੇ ਅਰਥ ਕਰਕੇ ਦੇਖਦੇ ਹਾਂ ਜੀ। ਸ਼ੀਪੇ ਦੇ ਅਰਥ ਬਾਣੀ ਦੇ ਮੁਤਾਬਕ ਕਹਿ ਲਈਏ ਜਾਂ ਇਤਿਹਾਸਕਾਰਾਂ ਦੇ ਮੁਤਾਬਕ ਕਹਿ ਲਈਏ, ਇਹ ਜਿਹੜੀ ਫੁਲਵਾੜੀ ਸੀ ਜਾਂ ਇਹ ਜਾਤੀ ਕਹਿ ਲਈਏ ਆਪਾਂ, ਇਹ ਕੱਪੜੇ ਨੂੰ ਪਹਿਲਾਂ ਤਾਂ ਜੀ ਬਣਾਉਂਦੇ ਹੁੰਦੇ ਸੀ। ਕੱਪੜਾ ਬਣਾਉਂਦੇ, ਫਿਰ ਉਹਨੂੰ ਰੰਗ ਦਿੰਦੇ ਜੀ, ਛਾਪ ਦਿੰਦੇ, ਉਹਦੇ 'ਤੇ ਛਾਪਾ ਲਾਉਂਦੇ ਹੁੰਦੇ। ਛਾਪੇ ਤੋਂ ਬਾਅਦ ਇਹ ਸਿਉਂ ਲੈਂਦੇ ਕੱਪੜੇ ਨੂੰ। ਇਹ ਤਾਂ ਭਗਤ ਨਾਮਦੇਵ ਜੀ ਨੇ ਛੀਪਾ ਸ਼ਬਦ ਵਰਤਿਆ, ਕੱਪੜੇ ਨੂੰ ਛਾਪਣ ਵਾਲਾ ਛੀਪਾ ਸ਼ਬਦ। ਇਹ ਤੋਂ ਚਲੋ ਬਾਅਦ ਦੇ ਵਿੱਚ ਬਦਲਦਿਆਂ ਹੋਰ ਨਾਮ ਦੇਤਾ ਆਪਾਂ, ਪਰ ਅਸਲ ਦੇ ਵਿੱਚ ਛੀਪਾ ਸ਼ਬਦ ਹੀ ਹੈ ਉਹਨਾਂ ਦੇ ਵੇਲੇ ਦਾ ਬਾਣੀ ਦੇ ਵਿੱਚੋਂ। ਤੇ ਉਹ ਕਹਿੰਦੇ ਵੀ ਮੈਂ ਛੀਪਿਆਂ ਦੇ ਘਰ ਦੇ ਵਿੱਚ ਜੰਮਿਆ। ਮੇਰੇ ਬਾਪ ਦਾ ਜਿਹੜਾ ਪਿਤਾ ਪੁਰਖੀ ਕੀਤਾ ਸੀ ਕੱਪੜਾ ਬਣਾਉਣਾ ਜੀ, ਕੱਪੜੇ ਨੂੰ ਛਾਪਾ ਦੇਣਾ। ਜਿਵੇਂ ਆਪਾਂ ਕਹਿੰਦੇ ਹੁੰਦੇ ਆ ਜੀ ਚੰਦੇ ਠੇਕ ਤੇ ਚੰਦਾ ਛਾਪਤਾ, ਅੱਜ ਕੱਲ੍ਹ ਤਾਂ ਬੱਚਿਆਂ ਨੂੰ ਇਹ ਵੀ ਨਹੀਂ ਪਤਾ। ਉਹ ਕੰਮ ਹੁੰਦਾ ਸੀ ਇਸ ਪਰਿਵਾਰਾਂ ਦਾ, ਇਸ ਘਰਾਂ ਦਾ। ਤੇ ਫਿਰ ਬਾਅਦ ਦੇ ਵਿੱਚ ਉਸੇ ਕੱਪੜੇ ਨੂੰ ਸਿਲਾਈ ਕਰਕੇ ਮਹਿੰਗੇ ਮੁੱਲ ਵੇਚ ਕੇ ਆਪਦੇ ਪਰਿਵਾਰ ਦਾ ਪੇਟ ਭਰਨਾ, ਬੱਚੇ ਪਾਲਣੇ, ਇਹ ਕਿੱਤਾ ਸੀ ਪਿਤਾ ਪੁਰਖੀ ਕਿੱਤਾ। ਹੁਣ ਉਹ ਕਿੱਤਾ ਵੀ ਭਗਤ ਨਾਮਦੇਵ ਜੀ ਆਪਦੇ ਘਰ ਦੇ ਵਿੱਚ ਰੋਜ਼ ਦੇਖਦੇ ਆ ਵੀ ਸੂਈ ਧਾਗੇ ਦਾ ਕੰਮ ਰੋਜ਼ ਹੁੰਦਾ, ਕਿਉਂਕਿ ਸੋਨੇ ਕੀ ਸੀ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰਸਿਓ ਲਾਗਾ। ਅੱਗੇ ਜਾ ਕੇ ਗੱਲਾਂ ਆਉਣਗੀਆਂ ਜੀ, ਉਹ ਵੀ ਆਪਾਂ ਇਤਿਹਾਸ 'ਚੋਂ ਸਾਂਝੀਆਂ ਕਰਾਂਗੇ।
ਕਹਿੰਦੇ ਜਦੋਂ ਭਗਤ ਨਾਮਦੇਵ ਜੀ ਪਿਤਾ ਪੁਰਖੀ ਕਿੱਤਾ ਵੀ ਦਿੰਦੇ ਆ ਵੀ ਮੇਰਾ ਬਾਪ ਆਹ ਕੰਮ ਕਰਦਾ ਤੇ ਮੈਨੂੰ ਵੀ ਪਿੱਛੇ ਕਰਨਾ ਪੈਣਾ। ਨਾਲ ਦੀ ਨਾਲ ਕਹਿੰਦੇ ਜੇ ਧਾਰਮਿਕ ਤੌਰ 'ਤੇ ਗੱਲ ਕਰੀਏ ਮੰਦਰ ਜਾਂਦੇ ਆ ਮੈਨੂੰ ਵੀ ਜਾਣਾ ਪੈਣਾ। ਤੇ ਕਹਿੰਦੇ ਇੱਕ ਦਿਨ ਜੀ ਪੰਡਰਪੁਰ ਦੇ ਵਿੱਚ ਹੀ ਸਾਰਾ ਪਰਿਵਾਰ ਆ ਕੇ ਰਹਿਣ ਲੱਗ ਪਿਆ। ਨਰਸੀ ਬਾਹਮਣੀ ਛੱਡ ਦਿੱਤੀ, ਜਿਹੜਾ ਨਰਸੀ ਬਾਹਮਣੀ ਨਗਰ ਹੈ ਨਾ ਜੀ, ਅੱਜ ਨਾਮਦੇਵ ਬਾਹਮਣੀ ਕਿਹਾ ਜਾਂਦਾ, ਚਲੋ ਨਰਸੀ ਬਾਹਮਣੀ ਦੀ ਥਾਂ ਤੇ ਉਹ ਨਗਰ ਛੱਡ ਕੇ ਕਹਿੰਦੇ ਪੰਡਰਪੁਰ, ਕਿਉਂਕਿ ਕੱਪੜਾ ਵੇਚਣ ਵੀ ਪੰਡਰਪੁਰ ਆਉਣਾ ਪੈਂਦਾ ਸੀ, ਸ਼ਹਿਰ ਸੀ ਇਹ ਪੰਡਰਪੁਰ। ਇੱਥੇ ਹੀ ਭਗਤ ਨਾਮਦੇਵ ਜੀ ਦੇ ਪਿਤਾ ਦਾਮਸ਼ੇੜ ਜੀ ਨੂੰ ਕੱਪੜਾ ਵੇਚਣ ਵੀ ਇੱਥੇ ਆਉਣਾ ਪੈਂਦਾ ਜੀ। ਨਾਲ ਦੀ ਨਾਲ ਐਂ ਕਹਿ ਲਈਏ ਜਿਹੜਾ ਮੰਦਰ ਆਉਣਾ ਉਹ ਵੀ ਰੋਜ਼ ਪੰਡਰਪੁਰ ਹੀ ਆਉਣਾ। ਉਹਨਾਂ ਨੇ ਆਪਦੇ ਘਰ ਵਾਲੀ ਨਾਲ, ਗੋਨਾ ਬਾਈ ਜੀ ਨਾਲ ਰਾਏ ਕੀਤੀ ਵੀ ਆਪਾਂ ਬੱਚਿਆਂ ਸਮੇਤ ਜਿਹੜੀ ਰਿਹਾਇਸ਼ ਆ ਉਹੀ ਪੰਡਰਪੁਰ ਕਰ ਲਈਏ, ਇੱਥੋਂ ਪਿੰਡ ਹੀ ਛੱਡ ਦਿੰਦੇ ਹਾਂ। ਫਿਰ ਇੱਥੇ ਜਦੋਂ ਆਪਾਂ ਨੂੰ ਕੰਮ ਕਰਨਾ ਉਹ ਵੀ ਉੱਥੇ ਕਰਨਾ, ਮੰਦਰ ਜਾਣਾ ਉਹ ਵੀ ਉੱਥੇ ਜਾਣਾ ਪੈਂਦਾ। ਕਹਿੰਦੇ ਜੀ ਫਿਰ ਪੰਡਰਪੁਰ ਰਹਿਣ ਲੱਗ ਪਏ। ਤੇ ਤਕਰੀਬਨ 10-11 ਕੁ ਸਾਲ ਦੇ ਆ ਭਗਤ ਨਾਮਦੇਵ ਜੀ। ਤੇ ਇੱਕ ਦਿਨ ਪੰਡਰਪੁਰ ਤੋਂ ਬਾਹਰ ਜਾਣਾ ਪੈ ਗਿਆ ਭਗਤ ਨਾਮਦੇਵ ਜੀ ਦੇ ਪਿਤਾ ਜੀ ਨੂੰ। ਉਹ ਕਹਿੰਦੇ ਲੈ ਪੁੱਤਰਾ, ਤੂੰ ਰੋਜ਼ ਕਹਿੰਦਾ ਹੁੰਦਾ ਸੀ ਮੰਦਰ ਜਾਣਾ ਮੈਂ। ਕਹਿੰਦੇ ਆਪਾਂ ਜਿਹੜੀ ਨਿਤਨੇਮ ਆ ਨਾ ਉਹ ਨਹੀਂ ਤੋੜਨਾ। ਇੱਕ ਗੱਲ ਨੂੰ ਨੋਟ ਕਰਿਓ ਸਿੱਖੋ, ਸਾਰੇ ਗੁਰੂ ਦੇ ਪਿਆਰ ਵਾਲੇ ਬੈਠੇ ਆ। ਭਗਤ ਨਾਮਦੇਵ ਜੀ ਦਾ ਪਿਤਾ ਕਹਿੰਦਾ ਆਪਾਂ ਨਿਤਨੇਮ ਨਹੀਂ ਤੋੜਨਾ, ਤੇ ਆਪਾਂ ਸਾਰੇ ਬੈਠੇ ਆਪਾਂ ਨਿਤਨੇਮ ਨਾਲ ਕਿੰਨਾ ਕੁ ਜੁੜੇ ਆ ਜੀ। ਗੁੱਸਾ ਨਾ ਮਨਾਇਓ, ਕੋਈ ਮੈਂ ਆਪਦੇ ਆਪ ਨੂੰ ਨਹੀਂ ਚੰਗਾ ਕਹਿਣ ਲੱਗਿਆ ਵੀ ਅਸੀਂ ਨਿਤਨੇਮ ਤੋੜਦੇ ਹਾਂ ਜਾਂ ਜੋੜਦੇ ਹਾਂ। ਨਿਤਨੇਮ ਦਾ ਕੀ ਮਤਲਬ ਹੁੰਦਾ? ਰੋਜ਼ ਕਰਨ ਵਾਲਾ ਕੰਮ। ਤੇ ਰੋਜ਼ ਕਰਨ ਵਾਲਾ ਕੰਮ ਕੀ ਹੈ ਜੀ? ਨਿਤਨੇਮ। ਉਹ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਾਂ ਐਂ ਕਹਿ ਲਈਏ ਵੀ 5 ਬਾਣੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਕਹਿ ਕੇ ਗਏ ਆ। ਹੁਣ ਜਦੋਂ ਪੰਜਾਂ ਦੇ ਪੇਸ਼ ਹੁੰਦੇ ਆ ਜੀ 5 ਪਿਆਰਿਆਂ ਦੇ, ਉਹ ਕਹਿੰਦੇ ਆ ਨਾ ਵੀ ਨਿਤਨੇਮ ਰੋਜ਼ ਕਰਨਾ ਭਾਈ, ਨਿਤਨੇਮ ਨਹੀਂ ਛੱਡਣਾ। ਤੇ ਸਾਰੇ ਆਪਾਂ ਗੁਰੂ ਦੀ ਸਿੱਖ ਸੰਗਤ ਬੈਠੇ ਆ, ਕੀ ਅਸੀਂ ਨਿਤਨੇਮ ਕਰਦੇ ਹਾਂ ਜੀ? ਅੱਜ ਸਾਨੂੰ ਬੜੇ ਮਿਲਦੇ ਆ, ਬੀਬੀਆਂ ਵੀ ਮਿਲਦੀਆਂ, ਵੀਰ ਵੀ ਮਿਲਦੇ ਜੀ। ਘਰ 'ਚ ਦੁੱਖ ਆ ਗਿਆ, ਉੱਥੇ ਇੱਕੋ ਹੀ ਗੱਲ ਅਸੀਂ ਪੁੱਛਦੇ ਹੁੰਦੇ ਹਾਂ ਵੀ ਬਾਣੀ ਪੜ੍ਹਦਾ ਉਹਨਾਂ, ਨਿਤਨੇਮ ਕਰਦਾ? ਜਦੋਂ ਨਿਤਨੇਮ ਹੈ ਨਹੀਂ ਅੰਦਰ, ਫਿਰ ਦੁੱਖ ਤਾਂ ਖੜਨਾ ਹੀ ਹੈ ਜੀ ਅੰਦਰ। ਦੇਖੋ ਜਿਹੜੇ ਸਰੀਰ ਦੇ ਅੰਦਰ ਬਾਣੀ ਨਹੀਂ, ਮਹਾਰਾਜ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਹੁਣ ਜਿਹੜੇ ਸਰੀਰ ਦੇ ਵਿੱਚ ਬਾਣੀ ਨਹੀਂ ਜੀ, ਤਨ ਸਰੀਰ ਜੈ ਤਨ ਬਾਣੀ ਵਿਸਰ ਜਾਏ, ਵਿਸਰੋਗੇ ਭੁੱਲ ਗਏ ਬਾਣੀ। ਮਹਾਰਾਜ ਕਹਿੰਦੇ ਜਿਹੜੇ ਸਰੀਰ 'ਚੋਂ ਬਾਣੀ ਭੁੱਲ ਗਈ, ਜਿਉਂ ਪੱਕਾ ਰੋਗੀ ਬਿਲ ਲਾਏ, ਫਿਰ ਰੋਗੀ ਤਾਂ ਬਣਨਾ ਹੀ ਹੈ ਜੀ ਉਹਨੇ। ਉਹਨੂੰ ਕਿੱਥੋਂ ਕਵਾਂਗੇ ਵੀ ਸੁੱਖ ਹੋ ਜੂ ਤੈਨੂੰ? ਸਭ ਤੋਂ ਵੱਡੀ ਘਾਟ ਹੈ ਜੀ ਇਹ ਨਿਤਨੇਮ ਦੀ। ਤੇ ਭਗਤ ਨਾਮਦੇਵ ਜੀ ਦੇ ਪਿਤਾ ਜੀ ਕਹਿੰਦੇ ਲੈ ਪੁੱਤਰਾ ਆਪਾਂ ਨਿਤਨੇਮ ਨਹੀਂ ਤੋੜਨਾ। ਭਗਤ ਨਾਮਦੇਵ ਜੀ ਕਹਿੰਦੇ ਬਾਪੂ ਜੀ ਮੈਂ ਸਮਝਿਆ ਨਹੀਂ, ਮੈਨੂੰ ਗੱਲ ਸਮਝਾਓ ਕਾ। ਉਹ ਕਹਿੰਦੇ ਮੈਂ ਰੋਜ਼ ਜਾਣਾ ਅੰਮ੍ਰਿਤ ਵੇਲੇ ਮੰਦਰ, ਤੇ ਜਾਣਾ ਮੈਂ ਉੱਥੇ ਥਾਲੀ ਲੈ ਕੇ ਜਾਣਾ। ਥਾਲੀ ਦੇ ਵਿੱਚ ਆਹ ਵਸਤੂਆਂ, ਜਿਵੇਂ ਦੁੱਧ ਕਹਿ ਲਓ ਜੀ, ਕਪਲ ਗਊ ਦਾ ਦੁੱਧ, ਜਿਵੇਂ ਪਾਣੀ ਕਹਿ ਲਓ ਜੀ, ਜਿਵੇਂ ਫੁੱਲ ਕਹਿ ਲਓ, ਜਿਵੇਂ ਇਹ ਚੀਜ਼ਾਂ ਲੈ ਕੇ ਕਹਿੰਦੇ ਮੈਂ ਰੋਜ਼ ਜਾਣਾ। ਤੇ ਮੈਂ ਪਾਣੀ ਦੇ ਨਾਲ ਤਾਂ ਦੇਵੀ ਦੇਵਤਿਆਂ ਦੇ ਪੈਰ ਧੋਣਾ, ਚਰਨ ਧੋਣਾ ਮੂਰਤੀ ਦੇ। ਦੇਖੋ ਜੀ ਪੱਥਰ ਕਦੇ ਵੀ ਰੱਬ ਨਹੀਂ ਹੋ ਸਕਦਾ, ਇੱਕ ਗੱਲ ਨੂੰ ਨੋਟ ਕਰ ਲਿਓ, ਠੀਕ ਹੈ। ਸਮੇਂ ਦੀਆਂ ਉਦੋਂ ਮੰਨਤਾਂ ਮਨੌਤਾਂ ਸੀ, ਅੱਜ ਦੇ ਸਮੇਂ ਦੀਆਂ ਮੰਨਤਾਂ ਮਨੌਤਾਂ ਨਹੀਂ ਹੈ ਜੇ ਕੋਈ ਕਹੇ। ਅੱਜ ਤਾਂ ਅਸੀਂ ਸਮਝਦਾਰ ਹਾਂ ਜੀ। ਉਸ ਸਮੇਂ ਤਾਂ ਅਸੀਂ ਚਲੋ ਪੰਡਤਾਂ ਦੇ ਪਿੱਛੇ ਲੱਗੇ ਹੋਏ ਸੀ, ਬ੍ਰਾਹਮਣਾਂ ਦੇ ਪਿੱਛੇ, ਜਿਵੇਂ ਬ੍ਰਾਹਮਣ ਕਰੀ ਜਾਂਦੇ ਸੀ ਉਵੇਂ ਅਸੀਂ ਕਰੀ ਜਾਂਦੇ ਸੀ ਉਹਨਾਂ ਨੂੰ ਦੇਖ ਦੇਖ। ਪਰ ਅੱਜ ਤਾਂ ਸਾਡੇ ਕੋਲ ਗਿਆਨ ਦਾ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਤੇ ਸਤਿਗੁਰਾਂ ਤੋਂ ਜੋ ਮਰਜ਼ੀ ਪੁੱਛ ਲਈਏ, ਮਹਾਰਾਜ ਕਹਿੰਦੇ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਜੋ ਪਾਥਰ ਕੋ ਕਹਤੇ ਦੇਵ ਤਿਸ ਕੀ ਬਿਰਥਾ ਹੋਵੇ ਸੇਵ। ਤੇ ਮਹਾਰਾਜ ਜੀ ਕਹਿੰਦੇ ਪੱਥਰ ਕਿਸੇ ਨੂੰ ਕੀ ਦੇਊਗਾ ਬਈ? ਪੱਥਰ ਨੇ ਨਾ ਕਿਸੇ ਦਾ ਮਾੜਾ ਕਰਨਾ ਨਾ ਚੰਗਾ, ਕਿਉਂਕਿ ਉਹ ਪੱਥਰ ਹੈ, ਕਠੋਰ ਹੈ। ਕਠੋਰ ਚੀਜ਼ ਨੇ ਕਿਸੇ ਦਾ ਭਲਾ ਕੀ ਕਰਨਾ ਜੀ। ਇਸ ਕਰਕੇ ਬੇਨਤੀ ਹੈ ਜੀ, ਭਗਤ ਨਾਮਦੇਵ ਜੀ ਦੇ ਵੇਲੇ ਇਹ ਚੀਜ਼ਾਂ ਹੁੰਦੀਆਂ ਸੀ, ਪਰ ਉਹਨਾਂ ਨੇ ਕੱਟਿਆ, ਇਹਨਾਂ ਦੇ ਵਿੱਚੋਂ ਸਾਨੂੰ ਕੱਢਿਆ। ਤੇ ਉਹ ਪਿਤਾ ਜੀ ਨੂੰ ਕਹਿੰਦੇ ਜੀ ਪਾਣੀ ਦਾ ਕੀ ਕਰਾਂ? ਕਹਿੰਦੇ ਪਾਣੀ ਨਾਲ ਚਰਨ ਧੋ ਲਈ ਜਾ ਕੇ ਮੂਰਤੀ ਦੇ। ਕਹਿੰਦੇ ਜੀ ਦੁੱਧ, ਕਹਿੰਦੇ ਵੀ ਦੁੱਧ ਉੱਥੇ ਸੋਨੇ ਦੀ ਕੌਲੀ ਪਈ ਹੋਊ, ਕਟੋਰੀ ਸੋਨੇ ਦੀ ਜੀ, ਅੱਗੇ ਮੰਦਰ 'ਚ ਰੱਖੀ ਹੋਈ ਸੀ। ਕਹਿੰਦੇ ਵੀ ਸੋਨੇ ਦੀ ਕਟੋਰੀ 'ਚ ਦੁੱਧ ਪਾ ਦੀ ਗੜਬੀ 'ਚੋਂ, ਤੇ ਅਰਦਾਸਾਂ ਕਰਨ ਲੱਗ ਜੀ ਬੈਠ ਕੇ ਵੀ ਦੁੱਧ ਛਕੋ। ਉਹਨਾਂ ਨੇ ਬਸ 5-4 ਮਿੰਟਾਂ 'ਚ ਜਿਹੜਾ ਛਕਣਾ ਛਕ ਲੈਣਾ, ਬਾਕੀ ਚੱਕ ਕੇ ਤੂੰ ਪੀ ਲਈ। ਨਹੀਂ ਉੱਥੇ ਜਿਹੜੇ ਬ੍ਰਾਹਮਣ ਬੈਠੇ ਹੋਣਗੇ ਉਹਨਾਂ ਨੂੰ ਫੜਾ ਦੀ, ਸਾਰੇ ਪੀ ਲੈਂਦੇ ਆ। ਕਿਉਂਕਿ ਬ੍ਰਾਹਮਣਾਂ 'ਚ ਤਾਂ ਇਹੀ ਚੱਲਦਾ ਨਾ, ਜੇ ਅੱਜ ਵੀ ਚੱਲਦਾ। ਮਾਫ ਕਰੋ, ਪੁਜਾਰੀ ਪੁਣਾ ਤਾਂ ਸਾਡੇ ਅੰਦਰ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਨਹੀਂ ਅਸੀਂ ਤਾਂ ਆਪ ਨਹੀਂ ਛੱਡਦੇ ਮੌਕਾ। ਅਸੀਂ ਤਾਂ ਆਪ ਬਸ ਮੌਕਾ ਸਾਰੇ ਹੀ ਹੈ ਜੀ, ਉਡੀਕਦੇ ਰਹਿੰਦੇ ਹਾਂ ਵੀ ਬਸ ਬਣੇ ਸਹੀ ਗੱਲ ਕਿਸੇ ਪਾਸਿਓਂ। ਮਾਫ ਕਰਿਓ, ਉਦੋਂ ਮੰਦਰਾਂ 'ਚ ਇਹੀ ਸੀ ਵੀ ਬਸ ਜਿਹੜਾ ਅਰਪਣ ਕਰ ਜਿੰਨਾ ਕੁ ਰੱਬ ਨੇ ਕੀ, ਉਹ ਪੱਥਰ ਨੇ ਕੀ ਛਕਣਾ ਜੀ। ਪਰ ਇੱਕ ਗੱਲ ਨੂੰ ਨੋਟ ਕਰਿਓ, ਗੁਰੂ ਗ੍ਰੰਥ ਸਾਹਿਬ ਛਕਦੇ ਆ ਜੀ। ਇਹ ਵੀ ਮਨ 'ਚ ਭੁਲੇਖਾ ਨਾ ਰੱਖ ਲਓ ਵੀ ਤੁਸੀਂ ਦੇਗ ਬਣਾ ਕੇ ਰੱਖ ਲੈਣੋ ਤੁਹਾਡਾ ਛਕਦਾ।
ਸਾਡੇ ਤਾਂ ਛਕਦੇ ਆ ਜੀ, ਤੁਸੀਂ ਕਦੇ ਕਰਕੇ ਦੇਖ ਲਿਓ ਤਜਰਬਾ। ਅੱਜ ਕੱਲ੍ਹ ਤਾਂ ਕੰਪਿਊਟਰ ਕੰਡੇ ਆ ਗਏ ਨਾ। ਚਲੋ ਪਹਿਲਾਂ ਤਾਂ ਗ੍ਰਾਮਾਂ 'ਚ ਅਸੀਂ ਮਿਣ ਹੀ ਨਹੀਂ ਸਕਦੇ ਸੀ ਚੀਜ਼ ਨੂੰ, ਹੁਣ ਤਾਂ ਗ੍ਰਾਮਾਂ 'ਚ ਮਿਣ ਸਕਦੇ ਆ ਨਾ। ਜੇ ਕੋਈ ਸ਼ੰਕਾਵਾਦੀ ਹੋਵੇ, ਤਰਕਵਾਦੀ ਲੋਕ ਬੜੇ ਆ ਜੀ, ਤਰਕਾਂ ਕਰ ਦੇਖਦੇ ਆ ਹਰ ਇੱਕ ਚੀਜ਼ 'ਤੇ ਤੁਸੀਂ ਆਹ ਦੇਗ ਸੱਜ ਕੇ ਆਉਂਦੀ ਹੈ ਗੁਰੂ ਸਾਹਿਬ ਜੀ ਦੇ ਦਰਬਾਰ, ਪਰ ਬਣਾਈ ਹੋਵੇ ਮਰਜ਼ਾਦਾ ਨਾਲ। ਇੱਕ ਗੱਲ ਨੂੰ ਇਹ ਵੀ ਨੋਟ ਰੱਖਿਓ, ਜੇ ਮਰਜ਼ਾਦਾ ਨਹੀਂ ਗੁਰੂ ਦੀ ਵਰਤੀ ਦੇਗ ਬਣਾਉਣ ਲੱਗਿਆ ਫੇਰ ਨਹੀਂ ਗੱਲ ਬਣਨੀ। ਗੁਰੂ ਦੀ ਪੂਰੀ ਸੰਪੂਰਨ ਮਰਜ਼ਾਦਾ ਅਨੁਸਾਰ ਦੇਗ ਸਜਾ ਕੇ ਰੱਖ ਲਿਓ ਜੀ। ਜਦੋਂ ਭੋਗ ਲਵਾਤਾ, ਸ੍ਰੀ ਸਾਹਿਬ ਭੇਟ ਕਰਤੀ, ਬਾਅਦ 'ਚ ਤੋਲ ਕੇ ਦੇਖ ਲਿਓ, ਜੇ ਨਾ ਘਟੇ ਗੁਰੂ ਕਾ ਸਿੱਖ ਨਾ ਕਿਉ। ਸਾਡਾ ਗੁਰੂ ਛਕਦਾ ਹੈ, ਪਰ ਮੰਦਰਾਂ 'ਚ ਨਹੀਂ ਛਕਿਆ ਜਾਂਦਾ ਸੀ ਉਹਨਾਂ ਵੇਲਿਆਂ 'ਤੇ। ਉਹ ਕਹਿੰਦੇ ਜੀ ਮੰਦਰ 'ਚ ਫਿਰ ਦੁੱਧ ਦਾ ਕੀ ਕਰਾਂ, ਕਹਿੰਦੇ ਵੀ ਸੋਨੇ ਦੀ ਕੌਲੀ ਲੈ ਲਈ ਜਿਹੜੀ ਉੱਥੇ ਪਈ ਹੋ, ਉਹ 'ਚ ਦੁੱਧ ਪਾ ਦੀ, ਰੱਬ ਨੂੰ ਅਰਦਾਸਾਂ ਕਰਨ ਲੱਗ ਜੀ, ਫੁੱਲ ਅਰਪਣ ਕਰਦੀ। ਤਿੰਨੇ ਚੀਜ਼ਾਂ ਹੀ ਕਹਿੰਦਾ ਨਾ, ਫੁੱਲ, ਪਾਣੀ ਤੇ ਦੁੱਧ। ਕਹਿੰਦੇ ਜੀ ਭਗਤ ਨਾਮਦੇਵ ਜੀ ਅਗਲਾ ਦਿਨ ਆਇਆ, ਬਾਪ ਚਲੇ ਗਏ ਪੰਡਰਪੁਰ ਦੇ ਵਿੱਚੋਂ ਬਾਹਰ। ਅੰਮ੍ਰਿਤ ਵੇਲੇ ਉੱਠੇ ਜੀ, ਇਸ਼ਨਾਨ ਪਾਣੀ ਕੀਤਾ, ਕਪਲ ਗਊ ਚੋਈ ਪਹਿਲਾਂ ਤਾਂ। ਹੁਣ ਜਦੋਂ ਕਪਲ ਗਊ, ਕਪਲ ਦਾ ਮਤਲਬ ਮੈਂ ਦੁਬਾਰਾ ਦੱਸਾਂ ਜੀ, ਚਿੱਟੀ ਗਊ ਦੇਸੀ, ਉਹ ਕਪਲ ਗਊ ਨੂੰ ਚੋਇਆ। ਚੋ ਕੇ ਜਦੋਂ ਚੋਣ ਲੱਗੇ, ਮਨ 'ਚ ਤਾਂ ਪਹਿਲਾਂ ਹੀ ਵਿਚਾਰ ਬਣ ਗਈ, ਉਹ ਮਨਾ ਰੱਬ ਨੂੰ ਦੁੱਧ ਚੜਾਉਣ ਜਾਣਾ ਤੇ ਉਹ ਜੂਠਾ ਲੈ ਕੇ ਜਾਊਂ, ਕਿਉਂਕਿ ਬੱਚੇ ਨੇ ਮੂੰਹ ਲਾਤਾ ਜੀ ਪਹਿਲਾਂ ਹੀ। ਉਹਨਾਂ ਦੇ ਮਨ 'ਚ ਤਾਂ ਪਹਿਲਾਂ ਹੀ ਸ਼ੰਕਾ ਪੈਦਾ ਹੋ ਗਈ ਵੀ ਰੱਬ ਲਈ ਮੈਂ ਦੁੱਧ ਲੈ ਕੇ ਜਾਊਂ, ਤੇ ਉਹੀ ਆ ਜੂਠਾ। ਫਿਰ ਜਦੋਂ ਕਹਿੰਦੇ ਫੁੱਲ ਚੁੱਕ ਕੇ ਥਾਲੀ 'ਚ ਧਰੇ, ਉੱਥੇ ਵੀ ਮਨ 'ਚ ਵਿਚਾਰ ਬਣ ਗਈ, ਉਹ ਮਨਾ ਆ ਫੁੱਲਾਂ 'ਚ ਤਾਂ ਭੌਰਾ ਬੜਿਆ ਹੋਊਗਾ, ਫੂਲ ਭਵਰ ਜਲ ਮੀਨ ਬਗਾਰਿਓ। ਜਦੋਂ ਪਾਣੀ ਚੁੱਕਿਆ ਕਹਿੰਦੇ ਉਦੋਂ ਵੀ ਗੱਲ ਮਨ 'ਚ ਆ ਗਈ ਵੀ ਮੱਛੀਆਂ ਨੇ ਕੀ ਕੁਝ ਨਹੀਂ ਕੀਤਾ ਹੋਣਾ ਪਾਣੀ 'ਚ ਜੀ, ਮਲ ਮੂਤਰ ਵੀ ਕੀਤਾ ਹੋਊ, ਮੂੰਹ ਵੀ ਲਾਇਆ, ਮੂੰਹ 'ਚੋਂ ਪਾਣੀ ਭਰਦੀਆਂ, ਗਲਫੜਿਆਂ ਰਾਹੀਂ ਬਾਹਰ ਕੱਢ ਦਿੰਦੀਆਂ। ਉਹ ਕਹਿੰਦੇ ਉੱਥੇ ਵੀ ਮਨ 'ਚ ਵਿਚਾਰ ਬਣ ਗਈ ਵੀ ਪਾਣੀ ਵੀ ਜੂਠਾ, ਹੁਣ ਸੁੱਚਾ ਕਿੱਥੇ ਲੈ ਕੇ ਜਾਵਾਂ। ਚਲੋ ਕਹਿੰਦੇ ਤੁਰ ਪਏ ਜੀ, ਮੰਦਰ ਦੇ ਵਿੱਚ ਜਾਂਦੇ ਆ। 11 ਕੁ ਸਾਲ ਇਤਿਹਾਸ 'ਚ ਉਮਰ ਲਿਖੀ ਹੋਈ ਹੈ ਜੀ। ਤੇ ਜਦੋਂ ਮੰਦਰ 'ਚ ਜਾ ਕੇ ਕਹਿੰਦੇ ਦੁੱਧ ਰੱਖ ਦਿੱਤਾ ਠਾਕੁਰ ਦੀ ਮੂਰਤੀ ਦੇ ਮੂਹਰੇ, ਬਿੱਠਲ ਜਿਹਨੂੰ ਮੈਂ ਵਾਰ-ਵਾਰ ਕਹਾਂ, ਬਿੱਠਲ ਦੇ ਮੂਹਰੇ ਰੱਬ ਰੱਖ, ਜਿਹਦੀ ਭਗਵਾਨ ਕ੍ਰਿਸ਼ਨ ਦੀ ਮੂਰਤੀ ਕਹਿ ਲਈਏ, ਭਗਵਾਨ ਕ੍ਰਿਸ਼ਨ ਦੀ ਮੂਰਤੀ। ਕਿਉਂਕਿ ਨਾਈ ਵੇਦ, ਅੱਗੇ ਸ਼ਬਦ ਆਊਗਾ ਜੀ ਨਾਈ ਵੇਦ, ਜਾਦਮ ਰਾਇਆ, ਜਿੱਥੇ ਜਾਦਮ ਰਾਇਆ ਆ ਗਿਆ, ਉਹ ਜਾਦਮ ਰਾਇਆ ਮਤਲਬ ਭਗਵਾਨ ਕ੍ਰਿਸ਼ਨ। ਅੱਗੇ ਜਾਦਮ ਰਾਇਆ ਸ਼ਬਦ ਵਰਤਿਆ ਇਹਨਾਂ ਨੇ ਬਾਣੀ ਦੇ ਵਿੱਚ ਹੀ, ਉਹ ਯਾਦਮ ਰਾਇਆ ਕ੍ਰਿਸ਼ਨ ਦਾ ਨਾਮ ਸੀ ਜੀ। ਤੇ ਭਗਵਾਨ ਕ੍ਰਿਸ਼ਨ ਦੇ ਮੰਦਰ ਦੇ ਵਿੱਚ ਜਦੋਂ ਮੂਰਤੀ ਦੇ ਮੂਹਰੇ ਰੱਖਤਾ ਦੁੱਧ, ਕਹਿੰਦੇ ਲਿਜਾ ਕੇ, ਤੇ ਪਹਿਲਾਂ ਤਾਂ ਪਾਣੀ ਲਿਆ ਜੀ, ਜਿਵੇਂ ਮਾਂ ਬਾਪ ਨੇ ਦੱਸਿਆ ਸੀ ਉਵੇਂ ਬਾਪ ਦੇ ਕਹਿਣ ਅਨੁਸਾਰ ਚਰਨ ਧੋਤੇ ਮੂਰਤੀ ਦੇ। ਚਲੋ ਫੁੱਲ ਵੀ ਅਰਪਣ ਕਰਤੇ। ਉਹ ਕਹਿੰਦੇ ਵੀ ਚਲੋ ਪਾਣੀ ਨਾਲ ਜਿਹੜਾ ਬਾਪ ਨੇ ਕਿਹਾ ਸੀ ਪੈਰ ਧੋਤੇ ਗਏ, ਫੁੱਲ ਅਰਪਣ ਕਰਤਾ, ਮੂਹਰੇ ਰੱਖਤਾ ਵੀ ਲੈ ਬਾਬਾ ਤੈਨੂੰ ਫੁੱਲ ਵੀ ਚੜਾਤੇ। ਹੁਣ ਤੀਜੀ ਗੱਲ, ਦੁੱਧ ਉਹ ਕਹਿੰਦੇ ਪਹਿਲਾਂ ਤੂੰ ਛੱਕ ਭੋਗ ਲਾ ਮੇਰੇ ਸਾਹਮਣੇ ਬਹਿ ਕੇ, ਫੇਰ ਮੰਨੂਗਾ ਵੀ ਹਾਂ ਤੂੰ ਹੈਗਾ, ਮਿਲ ਮੈਨੂੰ ਸਾਹਮਣੇ। ਸ਼ਰਤ ਰੱਖਤੀ ਨਾ ਜੀ, ਅੰਦਰੋਂ ਬੱਚਾ ਪੈਣਾ। ਪਰ ਗੱਲ ਇੱਥੇ ਇਹ ਹੈ ਜੀ, ਗਿਆਨ ਬੱਚੇ ਉਮਰ ਨਹੀਂ ਦੇਖਦਾ ਹੁੰਦਾ ਕਦੇ ਵੀ। ਦੇਖੋ 100 ਸਾਲ ਦਿਆਂ ਨੂੰ ਕਈ ਵਾਰ ਗਿਆਨ ਨਹੀਂ ਆਉਂਦਾ, ਕਈ ਵਾਰ 5 ਸਾਲ ਦੇ ਬੱਚੇ ਨੇ ਕੋਲ ਵੀ ਉਹ ਗਿਆਨ ਹੁੰਦਾ ਜਿਹੜਾ 100 ਸਾਲ ਦੇ ਬਜ਼ੁਰਗ ਕੋਲ ਨਹੀਂ ਹੁੰਦਾ। ਵੈਸੇ ਤਾਂ ਬਾਣੀ ਨੂੰ ਪੜ੍ਹ ਲਈਏ ਤਾਂ ਜੀ 80 ਸਾਲਾਂ ਤੋਂ ਬਾਅਦ ਗਿਆਨ ਹੀ ਘਟ ਜਾਂਦਾ। ਸਤਿਗੁਰਾਂ ਦੀ ਮੈਂ ਬਾਣੀ ਪੜ੍ਹ ਲਵਾਂ ਥੋੜ੍ਹੀ ਜੀ, ਗੁਰੂ ਕਿਰਪਾ ਕਰੇ। ਦੇਖੋ ਮਹਾਰਾਜ ਜੀ ਕੀ ਕਹਿੰਦੇ, 10 ਵਰਸ਼ ਬਾਲਪਣ ਬੀਤੇ, 20 वर्ष कछ तप ना कियो, 30 वर्ष कछ देव ना पूजा, फिर पछताना बिरध भयो। ये तो अवस्था शरीर की दसती जी, भी जो बुढ़ेपा आ गया 10 वरियां तक भी रब याद नहीं किया, 20 वरियां तक भी, 30 वरियां तक भी, 40 तक भी। अगे महाराज जी एक कहते 10 बालपन 20 रबन 30 का सुंदर कहावा है, सुनियो जी। महाराज कहते 10 बालपन 20 रबन, रबन नाम है जी जवानी वाला। महाराज कहते 20 रबन 30 का सुंदर कहावा है। 30 साल का कहना जी मैं सुंदर हाँ, 40 सी पर होए 85, पग खिस्सै 60 के बुढ़ेपा आवे। हुण एक गल इत्थे नोट कर लियो जी थोड़ी जी, सारे मेरे नालों तां ज़्यादा पढ़े लिखे बैठे हो, ज़्यादा ज्ञानवान हो, मैं तां बाणी दे मुताबक गल करांगा। महाराज कहते पग खिस्सै 60 के बुढ़ेपा आवे, 70 का मतहीन। मतहीन का मतलब की हुंदा, जिन्हों मत ना रहे। महाराज कहते जो 70 साल तो बजुर्ग टप्पण लग जे, बच्चों वाली मत वाला होने लग जाता है। तो गुस्सा ना मनायो, मैं एक दिन भरी स्टेज पर बोलता सी जी, लीडर बैठे सी, अज भी पार्टी के बंदे बैठे मैनूं पता है, पर 70 साल दे नूं तां असीं मुख मंत्री की बांगडोर जां प्रधानमंत्री की बांगडोर फड़ाउने देश की, तो भारत कित्थों जी भला चाहुंदे हो तुसीं? गल निगाह मार लो, आ जिन्ने लीडर 95 साल के बाबे जी नूं 4 जाने फड़ के लियाउंदे हुंदे, वो कह दिंदे जी सानूं देश दे बनाओ एक बारी होर,
ਪ੍ਰਧਾਨ ਮੰਤਰੀ, ਮੁੱਖ ਮੰਤਰੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦਾ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ। 80 ਸਾਲ ਦੇ ਤੇ ਯਕੀਨ ਕਰਨੋਂ ਹਟ ਜਾਂਦੇ ਆ ਜੀ। ਦੁਨੀਆ ਦੇ ਲੋਕ ਵਿਹਾਰ ਨਹੀਂ ਪਾਉਂਦੇ ਉਹਦੇ ਨਾਲ। ਤੁਸੀਂ ਕਦੇ ਬਾਬੇ ਨੂੰ ਤੋਰ ਦਿਓ, ਬੜੇ ਆਪਣੇ ਘਰੇ ਬਜ਼ੁਰਗ ਪਿਆ ਹੋਵੇ, ਉਹਨੂੰ ਕਹਿ ਦੇਈਏ ਬਾਪੂ ਬਾਜ਼ਾਰੋਂ ਜਾ ਕੇ ਪੈਸੇ ਲੈ ਕੇ ਆਈ, ਫਲਾਨੀ ਚੀਜ਼ ਲੈ ਕੇ ਆਈ, ਉਹ ਉਧਾਰ ਲੈਣੀ ਹੋਵੇ, ਉਹਨੇ ਚੀਜ਼ ਕਹਿ ਲਈਏ, ਉਹਨੂੰ ਅਗਲਾ ਕਹਿ ਦੂ ਤੇਰੇ ਮੁੰਡੇ ਨੂੰ ਲੈ ਕੇ ਆ ਜਿਹੜਾ ਘਰ ਦਾ ਕਬੀਲਦਾਰ ਹੈ, ਉਹਦੀ ਮੰਨਾਂਗੇ ਬਈ, ਤੇਰੀ ਹੁਣ ਬਜ਼ੁਰਗ ਦੀ ਕਿਹਨੇ ਸੁਣਨੀ ਹੈ, ਇਹੀ ਕਵਾਂਗੇ ਨਾ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਕਹਿੰਦੇ 80 ਕਾ ਵਿਹਾਰ ਨਾ ਪਾਵੈ। ਤੇ ਮਾਫ ਕਰੋ, ਅਸੀਂ 70 ਸਾਲ ਦੇ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਮਤਹੀਣ, ਅਸੀਂ 70 ਸਾਲ ਦੇ ਨੂੰ ਦੇਸ਼ ਦੀ ਬਾਂਗ ਡੋਰ ਫੜਾਉਂਦੇ ਹਾਂ ਜੀ। ਫਿਰ ਧੱਕੇ ਤਾਂ ਹੋਣੀ ਆ ਨਾ ਜੀ। ਇਹ ਤਾਂ ਸਧਾਰਨ ਜੀ ਗੱਲ ਹੈ। ਗੁਰੂ ਸਾਹਿਬ ਹੀ ਕਹਿੰਦੇ ਮੈਂ ਕੋਲੋਂ ਨਹੀਂ ਕੋਈ ਵਚਨ ਵਰਤਿਆ। ਆਹ ਸਾਰਿਆਂ ਦੇ ਮੋਬਾਈਲ ਜੇਬ 'ਚ ਹੈ ਜੀ, ਹੁਣੇ ਮਾਰ ਲਓ ਨੈੱਟ 'ਤੇ ਸਰਚ, ਗੁਰਬਾਣੀ ਦੀ ਪੰਗਤੀ ਤੇ ਅੰਗ ਨਿਕਲੇ ਆਉਣੇ ਨਾਲ ਦੀ ਨਾਲ। ਫਿਰ ਕਹਿੰਦੇ 90 ਕਾ ਸੇਜ ਆਸਣੀ, 90 ਸਾਲ ਦਾ ਜੀ ਸੇਜ 'ਤੇ ਪੈ ਜਾਂਦਾ, ਆਸਣ ਲਾ ਲੈਂਦਾ ਮੰਜੇ 'ਤੇ, ਬਜ਼ੁਰਗ ਹੋ ਗਿਆ ਜਦੋਂ। ਬੋਲ ਨਾ ਜਾਣਾ ਅੱਪਵਾਲ, ਪਰਮਾਤਮਾ ਦੇ ਬੋਲਾਂ ਨੂੰ ਉਦੋਂ ਤੱਕ ਵੀ ਨਹੀਂ ਸਮਝਿਆ। ਉਮਰ ਭਾਵੇਂ 90 ਸਾਲ ਦੀ ਲੈ ਲਈ। ਅੱਗੇ ਕਹਿੰਦੇ ਢੰਡੋਲ ਮਢੂੰਡ ਮੈਂ ਡਿੱਠ ਮੈਂ ਜੱਗ ਧੂਏ ਕਾ ਧਵਲ ਹਰ। ਮਹਾਰਾਜ ਕਹਿੰਦੇ ਧੂਏ ਦਾ ਬੱਦਲ ਹੈ ਦੁਨੀਆ ਦਾ ਜੀ, ਇੱਥੋਂ ਸਾਰੇ ਆਈ ਜਾਂਦੇ ਆ ਜਾਈ ਜਾਂਦੇ ਆ। ਚਲੋ ਇਹ ਇੱਕ ਸਮਝਣ ਵਾਸਤੇ ਗੱਲ ਕੀਤੀ ਆ, ਮੈਂ ਪੁਆਇੰਟ ਲਿਆ ਗੁਰਬਾਣੀ ਦੇ ਵਿੱਚੋਂ ਚੱਲਦੇ ਚੱਲਦੇ। ਹੁਣ ਜਦੋਂ 11 ਸਾਲ ਦੇ ਭਗਤ ਨਾਮਦੇਵ ਜੀ ਧਰ ਕੇ ਦੁੱਧ ਪਰਮਾਤਮਾ ਦੇ ਮੂਹਰੇ ਬਿੱਠਲ ਦੇ, ਉਹਨੂੰ ਕਹਿੰਦੇ ਪੀ ਦੁੱਧ ਪੀਓ ਗੋਬਿੰਦੇ ਰਾਏ, ਕਹਿੰਦੇ ਪਰਮਾਤਮਾ ਆ ਜਾ ਫਿਰ ਪੀ ਦੁੱਧ। ਹੁਣ ਬੱਚਾ ਹੈ ਜੀ, ਉਹਦੇ ਮਨ 'ਚ ਤਾਂ ਐਂ ਵੀ ਪੀਂਦਾ ਹੋਊ ਜਿਹਦਾ ਮੇਰਾ ਬਾਪੂ ਰੋਜ਼ ਆ ਕੇ ਧਰ ਲੈਂਦਾ ਇਹਦੇ ਮੂਹਰੇ। ਹੁਣ ਪੱਥਰ ਨੇ ਕੀ ਪੀਣਾ ਸੀ ਜੀ। ਕਹਿੰਦੇ ਕਈ ਘੰਟੇ ਹੀ ਬੈਠੇ ਰਹੇ ਭਗਤ ਨਾਮਦੇਵ ਜੀ। ਕਹਿੰਦੇ ਵੀ ਜਿੰਨਾ ਚਿਰ ਪੀਂਦਾ ਨਹੀਂ, ਜੇ ਘਰੇ ਜਾਊਂ ਤਾਂ ਬਾਪੂ ਮਾਰੂਗਾ, ਕਿਉਂਕਿ ਘਰੋਂ ਬਾਪ ਨੇ ਰੁੱਸ ਜਾਣਾ ਹੈ। ਬਾਪੂ ਆਖੂਗਾ ਤੂੰ ਦੁੱਧ ਪਿਆ ਕੇ ਨਹੀਂ ਆਇਆ, ਉਵੇਂ ਹੀ ਉੱਠ ਕੇ ਆ ਗਿਆ। ਹੁਣ ਮਨ ਦੇ ਵਿੱਚ ਇਹ ਆ ਵੀ ਪੀਊਗਾ ਫਿਰ ਉੱਠ ਕੇ ਜਾਊਂਗਾ। ਕਹਿੰਦੇ ਜੀ ਕੀ ਹੋਇਆ, ਭਗਤ ਨਾਮਦੇਵ ਜੀ ਦੇ ਕਹਿੰਦੇ ਜਦੋਂ ਇੱਦਾਂ ਮਨ ਦੇ ਵਿੱਚ ਵਿਚਾਰਾਂ ਚੱਲਦੀਆਂ ਰਹੀਆਂ ਤੇ ਰੱਬ ਨੂੰ ਅਰਾਧ ਦੇ ਰਹੇ ਵੀ ਰੱਬਾ ਤੂੰ ਆ ਜਾ, ਤੂੰ ਦੁੱਧ ਪੀ ਲਾ, ਮੈਨੂੰ ਤਾਂ ਘਰੇ ਗਏ ਨੂੰ ਵੀ ਮਾਰਾਂ ਪੈਣੀਆਂ, ਮੈਨੂੰ ਤਾਂ ਕੁੱਟ ਪਊ, ਮੇਰਾ ਬਾਪੂ ਝਿੜਕਾਂ ਦੇਊਗਾ, ਮੇਰਾ ਬਾਪੂ ਰੁੱਸ ਜੂਗਾ। ਤੇ ਕਹਿੰਦੇ ਇੰਨੇ ਨੂੰ ਪਰਮਾਤਮਾ ਫਿਰ ਬੱਚੇ ਦੀ ਉਸ ਦਇਆ ਤੇ ਦੇਖ ਕੇ ਤੇ ਅੰਦਰ ਦੀ ਭਾਵਨਾ ਨੂੰ ਦੇਖ ਕੇ, ਗੱਲ ਭਾਵਨਾ ਦੀ ਬਣਦੀ ਹੈ ਜੀ। ਇੱਕ ਦਿਨ ਮੈਂ ਭਗਤ ਧੰਨਾ ਜੀ ਦੀ ਵਾਰਤਾ ਕੀਤੀ, ਆਹ ਵਿਚਾਰਾਂ ਚੱਲੀ ਜਾਣ, ਕਿਸੇ ਸਟੇਜ ਤੋਂ ਬੋਲ ਦਿੱਤਾ। ਭਗਤ ਧੰਨਾ ਜੀ ਨੇ ਵੀ ਇੱਦਾਂ ਹੀ ਕੀਤਾ ਸੀ, ਠਾਕੁਰ ਦੇ ਮੂਹਰੇ ਰੱਖ ਲਈ ਸੀ, ਰੋਟੀ ਬਣਾ ਕੇ ਰੋਜ਼ ਧਰ ਲੈਂਦਾ ਸੀ। ਉਹ ਕਹਿੰਦਾ ਜਿੰਨਾ ਚਿਰ ਤੂੰ ਨਹੀਂ ਖਾਂਦਾ ਮੈਂ ਵੀ ਨਹੀਂ ਭੁੱਖਾ ਮਰਦਾ ਰਿਹਾ ਕਈ ਦਿਨ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਜੀ, ਗੁਰਬਾਣੀ 'ਚੋਂ ਮਿਲਦਾ ਹੈ। ਕਹਿੰਦੇ ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲੱਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ। ਪ੍ਰਤੱਖ ਰੂਪ 'ਚ ਜਦੋਂ ਪਰਮਾਤਮਾ ਸਾਹਮਣੇ ਖੜ ਗਿਆ ਫਿਰ ਵੱਡੇ ਭਾਗਾਂ ਵਾਲਾ ਹੋ ਗਿਆ ਧੰਨਾ। ਤੇ ਗੱਲ ਕਰਦਿਆਂ ਵੀ ਉਹਨੇ ਮੂਹਰੇ ਰੱਖ ਲਈ। ਤੇ ਮੈਨੂੰ ਇੱਕ ਸੰਗਤ 'ਚੋਂ ਜਾਂਦਿਆਂ ਬਜ਼ੁਰਗ ਬੋਲਿਆ, ਕਹਿੰਦਾ ਜੇ ਬਾਬਾ ਆਪਾਂ ਰੱਖ ਲਈਏ ਪਲੇਟ ਹੁਣ ਮੰਨੂਗਾ, ਆ ਜਾਊਗਾ ਗੁਰੂ ਗ੍ਰੰਥ ਸਾਹਿਬ ਛਕਣ ਵਾਸਤੇ ਮਨੁੱਖ ਰੂਪ 'ਚ ਹੋ ਕੇ। ਮੈਂ ਕਿਹਾ ਜੀ ਜੇ ਤਾਂ ਭਰੋਸਾ ਹੈ ਤਾਂ ਗੁਰੂ ਸਾਹਿਬ ਕਦੇ ਕਿਤੇ ਗਏ ਹੀ ਨਹੀਂ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਨਾ ਆਵੈ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੇ ਰਿਹਾ ਸਮਾਏ। ਉਹ ਤਾਂ ਜੀ ਸਾਰੀ ਦੁਨੀਆ 'ਚ ਬੈਠਾ ਹੈ, ਉਹਨੇ ਜਾਣਾ ਥੋੜ੍ਹੀ ਇੱਥੋਂ, ਨਾ ਉਹਨੇ ਆਉਣਾ, ਉਹ ਤਾਂ ਸਦਾ ਹੀ ਕੋਲ ਹੈ ਜੀ, ਬਸ ਉਹਨੂੰ ਸਮਝਣ ਦੀ ਲੋੜ ਹੈ। ਹੁਣ ਜੇ ਤਾਂ ਪਰਮਾਤਮਾ 'ਤੇ ਹੈ ਜੀ ਭਰੋਸਾ, ਅੰਦਰੋਂ ਵਿਸ਼ਵਾਸ, ਤਾਂ ਰੱਬ ਪ੍ਰਗਟ ਹੈ। ਅਤੇ ਜੇ ਭਰੋਸਾ ਵਿਸ਼ਵਾਸ ਹੀ ਨਹੀਂ, ਇੱਥੇ ਕੁਝ ਹੋਰ ਅਤੇ ਉੱਥੇ ਕੁਝ ਹੋਰ, ਫਿਰ ਨਹੀਂ ਰੱਬ ਨੇ। ਫਿਰ ਭਾਵੇਂ ਭੁੱਖੇ ਮਰੀ ਜਾਓ, ਥਾਲੀਆਂ ਭਾਵੇਂ ਮੂਹਰੇ ਦੇ 100 ਪ੍ਰਸ਼ਾਦ ਦੇ 100 ਪ੍ਰਕਾਰ ਦੇ ਪ੍ਰਸ਼ਾਦੇ ਰੱਖ ਲਓ ਤਾਂ ਨਹੀਂ ਛਕਣ ਆਉਣਾ। ਗੱਲ ਭਰੋਸੇ ਦੀ ਹੈ ਜੀ, ਵਿਸ਼ਵਾਸ ਦੀ ਹੈ। ਹੁਣ ਕਹਿੰਦੇ ਜਦੋਂ ਭਗਤ ਨਾਮਦੇਵ ਜੀ ਇੱਥੇ ਆਉਂਦੇ ਆ, ਫਿਰ ਕਹਿੰਦੇ ਉੱਥੇ ਭਗਤ ਨਾਮਦੇਵ ਜੀ ਦੇ ਸਾਹਮਣੇ ਰੱਬ ਪ੍ਰਗਟ ਹੋਇਆ ਜੀ, ਪਰਮਾਤਮਾ। ਅਤੇ ਪਰਮਾਤਮਾ ਨੇ ਫਿਰ ਦੁੱਧ ਛਕਿਆ। ਅਤੇ ਜਦੋਂ ਦੁੱਧ ਛਕ ਲਿਆ ਜੀ, ਕਹਿੰਦੇ ਘਰ ਨੂੰ ਜਾਂਦਿਆਂ ਖੁਸ਼ੀ ਖੁਸ਼ੀ, ਕਿਉਂਕਿ ਸੋਨੇ ਦੀ ਕੌਲੀ ਦੇ ਵਿੱਚ ਪਰਮਾਤਮਾ ਨੂੰ ਦੁੱਧ ਛਕਾਇਆ ਜੀ। ਸੋਇਨ ਕਟੋਰੀ ਅੱਗ ਹੈ ਧਰੀ, ਕਹਿੰਦੇ ਪਰਮਾਤਮਾ ਦੇ ਸਾਹਮਣੇ ਸੋਨੇ ਦੀ ਕਟੋਰੀ 'ਚ ਦੁੱਧ ਪਾ ਕੇ ਅੱਗੇ ਧਰਤਾ ਸੀ। ਅਤੇ ਜਦੋਂ ਫਿਰ ਪ੍ਰਗਟ ਹੋ ਗਏ ਨਾ ਜੀ, ਅਤੇ ਫਿਰ ਖੁਸ਼ੀ ਚੜ੍ਹ ਗਈ। ਉਹ ਕਹਿੰਦੇ ਪਰਮਾਤਮਾ ਮੈਂ ਤਾਂ ਤੁਹਾਨੂੰ ਅੱਜ ਤੱਕਿਆ ਜੀ, ਤੁਹਾਡਾ ਸਰੂਪ ਇੱਦਾਂ ਦਾ, ਮੈਂ ਤੁਹਾਨੂੰ ਅੱਜ ਤੱਕਿਆ, ਅਤੇ ਕਿਰਪਾ ਕਰਿਓ ਤੁਸੀਂ ਰੋਜ਼ ਹੀ ਮਿਲ ਜਾਇਆ ਕਰੋਗੇ ਮੈਨੂੰ, ਬੱਚੇ ਰੂਪ ਦੇ ਵਿੱਚ ਹੈ। ਉਹ ਕਹਿੰਦੇ ਨਾਮਦੇਵ ਰੌਲਾ ਨਾ ਪਾ, ਰੱਬ ਨੇ ਕਿਹਾ ਜੀ, ਕਹਿੰਦੇ ਰੌਲਾ ਨਾ ਪਾ, ਤੂੰ ਅਰਾਧਨਾ ਕਰਿਆ ਕਰ, ਰੱਬ ਨੂੰ ਚੇਤੇ 'ਚ ਰੱਖਿਆ ਕਰ, ਅਤੇ ਆਹ ਜਿਹੜਾ ਭਰੋਸਾ ਵਿਸ਼ਵਾਸ ਤੇਰੇ ਅੰਦਰ ਅੱਜ ਹੈ ਨਾ, ਇਹੀ ਬਣਾ ਕੇ ਰੱਖੀ ਸਦਾ। ਤੂੰ ਜਦੋਂ ਯਾਦ ਕਰਿਆ ਕਰੇਂਗਾ ਮੈਂ ਤੇਰੇ ਕੋਲ ਆਇਆ ਕਰਾਂਗਾ। ਅਤੇ 72 ਵਾਰ ਆਏ ਜੀ ਰੱਬ ਜੀ। ਅਤੇ ਮੈਂ ਇੱਕ ਦਿਨ ਬਾਣੀ ਪੜ੍ਹਦਿਆਂ ਬਾਬਾ ਜੀ ਦੀਆਂ ਗੱਲਾਂ ਆ ਗਈਆਂ ਵਿੱਚ, ਅਤੇ ਉੱਥੇ
बड़ा मन नूं ऐ लग्या भी की गल कीती है इत्थे परमात्मा ने। इन्हां ने खोल के तां देखीए इस गल नूं, अर्थ पढ़ के देखीए। तो पढ़द्या पढ़द्या कहंदे जी भगत नामदेव जी नूं समय दी सरकार ने कह लगे उत्थों दे राजे ने बड़ा ठिठ कीता सी, क्योंकि समय दीआं सरकारां सब नूं नाम जपण वालिआं नूं मारां पैंदिआं आईआं जी, करदे आए। तो कहंदे जी वो जिहड़े राजे ने बड़ा तंग कीता सी ते हाथी दे मूहरे भी सुੱਟता सी पंड बन के। एक कबीर जी नूं सुੱਟਿਆ सी सिकंदर लोधी ने, ते एक भगत नामदेव जी नूं भी हाथी दे मूहरे सुੱਟਤਾ सी उपर हाथी दा पैर रखाउण वास्ते। ते गऊ मरी हुई मूहरे रखती सी भी जां गां जिउंदी करदे जे मौत नहीं लैणी चाहुंदा तां। ते उत्थे कहंदे जी भगत नामदेव जी आप लिखदे आ जी भी मेरे कोल परमात्मा जी आए मेरी लाज रखण वास्ते, मेरी इज्जत रखण वास्ते। ते कहंदे वो कहंदे भी जदों कोल आके खड़ गए कहंदे भी नामदेव मैनूं हुक्म कर। देखो जी रब कहंदा है नामदेव जी नूं कहंदे भी नामदेव मैनूं हुक्म कर। ते कहंदे भी मैं इन्हां दा करां निपटारा कर दियां। कहंदे फिर मैनूं रब ने कहा कहंदे कह है तां धरने कोडी करो। हुण खोल के देखो जी पंगती नूं, वो कहंदे धरन नाम है धरती दा। भगत नामदेव जी कहंदे मैनूं रब कहना कह है तूं कह भी मैं धरती नूं कोडी कर दियां, उल्ट कर दियां मूधी हत्थ ते चक के लोकां नूं दिखावां स्वाद। भगत नामदेव जी कहंदे मैं हत्थ बन के क्या ना महाराज लोकां दा की कसूर है। ठीक है समय दी आ हुकूमत मैनूं तंग करदी है पर महाराज आम लोकां दा तां कोई कसूर नहीं। अगे कहंदे कह है तां ले कर उपर धरों, जे तूं हुक्म देवें तां धरती नूं तां चक दिना थल्ले हत्थ पा के धरती दे। हुण जी रब है परमात्मा जी ने धरती नूं खिलारिया होया, वो चुक भी सकदा जी। वो कहंदे मैं उपरी चुक दिना धरती नूं। कहंदे नहीं महाराज। अगे कहंदे कहे तां मूई गऊ दियों जी आए, जे तू कहे तां मरी हुई गां च साह पा दे इहनूं जिउंदी कर दियां। कहंदा जी आही तां करवाउणा चाहुंदे ये लोक, बस मरी गां तां मेरे मूहरे रख के शर्त रखी है जी भी इहनूं जिउंदी कर, नहीं मौत दे घाट उतारांगे। तू देवी देवतिਆਂ ਦੀਆਂ ਮੂਰਤਾਂ ਨੂੰ ਧਿਆਉਣਾ है, तेरा ਤਾਂ हक ही नहीं बनता, तू नीवीं जात दा। तू रब का नां किवें ले लिया, तू मंदिर च किवें जाके शिवजी भगवान के मूहरे बह के बीठल बीठल करन लग पिया, रब नूं याद करन लग पिया। क्योंकि जे कदे जाओ ना जी अज महाराष्ट्र दे विच उत्थे भगत नामदेव जी का सारा इतिहास सांभिया पिया। आवाज़ ना आवे जी। देखो जिन्ना चिर मन की एकाग्रता ना नहीं बनती उन्ना चिर ना तो मैनूं सुनाउण च आनंद आउणा ते ना तुहानूं सुणन च आउणा। गल मन की एकाग्रता नाल है। एक गल नूं होर नोट करियो जी, मनुख अज मन की एकाग्रता नहीं बना रहा तां ही धोखे खांदा है। असीं की करदे मन लो बाणी पढ़न लग पे, मनुख जां तां भविख काल च वग जांदा है जी, जिहड़ा आउण वाला समा है भविख, ते जां भूत काल च वग जांदा है जी, जिहड़ा समा बीत चुक्या भूत काल, जिन्हों असीं प्रैजेंट पास्ट ते फ्यूचर कहंदे हुंदे आ अंग्रेजी दे विच। चलो जां तां जी मनुख जांदा पास्ट समय दे विच ते जां जाऊगा फ्यूचर समय दे विच, आउण वाले फ्यूचर। ये ध्यान जांदा जी मन की सोच। कोई प्रैजेंट समय च कदे जिउया जी? आपां गुरबाणी पढ़न लग जाने, लो सारे जाने हुण गुटके फड़ लो मन दे विच, हत्थां 'च पढ़न लग जाओ बाणी। हुण मन जां तां वो सोचां सोचू जिहड़ियां किते बीत चुकीआं साडे नाल, जां मन आउण वाले समय बारे सोचू भी मैं आउण वाले समय 'च आ कर लां, आपदे धीआं पुत्तां नूं पोते पड़ोतिਆਂ नूं आ बना के दे जां। यही सोचूगा कि जिहड़े समय दे विच बैठे आ इस समय दे विच सोचिया? जमा नहीं सोचदा मन। इसे तरह ही है जी ये मन की अवस्था है, जिन्ना चिर तुसीं इहनूं एकागर नहीं ना करदे उन्ना चिर ये गल नहीं बनती। तां मैं बेनती करदा भी एकागरता तुसीं भी बनाओ। समा साडे कोले बहुता नहीं, बस 5-7 मिनट ही तुहाडे लैणे आ। मैं गल कर रहा उस प्यारे दी, फिर आपां समाप्ति कर देनी आ। हुण कहंदे जी जदों इन्हां ने मरी हुई गऊ जिउंदी करवा ली, परमात्मा तो दे बच्चे ने दुੱਧ चुंघिया जी मरी हुई गऊ जिउंदी हुई जदों, ते लोकां ने फिर भगत नामदेव जी की जय जयकार कीती सी। ते भगत नामदेव जी इदां करदे घर आ गए जी। घर आके कहंदे मां नूं रौला पाउण लगे, कहंदे मां अज रब दुੱਧ पीण आया सी। आपदी मां गोना बाई जी नूं आके कहंदे कहंदे अज रब दुੱਧ पीण आया। वो मां कहंदी ठेडा खा के किते दुੱਧ डोल लिया होना, हुण गालां तो बचण दा मारा कुੱਟ तो डरदा हुण गप मारदा। वो कहना नहीं माता मैं गप नहीं मारदा, अज रब प्रगट होया सी। कहंदी हो ही नहीं सकदा। कहना फिर मेरा बापू रोज़ क्यों जाता उत्थे मंदिर दे विच दुੱਧ चढ़ाउण, फिर जे पींदा ही नहीं। हुण बापू भी कई दिनों तो वापस आ गया जी। बापू नूं कहना बापू अज मंदिर दे विच भगवान आया सी, बीठल आया सी, रब आया सी, मैथों दुੱਧ पी के गया, मेरे नाल गल्लां करके गया। हुण विश्वास बापू नूं भी नहीं होया जी, क्योंकि बापू ने बेचारे ने भगवान दे दर्शन नहीं कीते सी कदे। कर्मकांड जरूर करते सी। देखो जी कर्म धर्म पखंड जो दिसै तेन जम जगाती लुट है। आ जिहड़े कर्म धर्म पखंड असीं करते हैं ना जी, कर्म धर्म
ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੁੱਟੈ। ਇਹ ਜਮਾਂ ਦੇ ਨੇੜੇ ਹੋਈ ਜਾਂਦੇ ਇਸ ਤਰ੍ਹਾਂ ਤਾਂ ਅਸੀਂ। ਕਰਮ ਧਰਮ ਕਿਹੜੇ ਆ ਜੀ? ਆ ਜੀ ਫਲਾਨੇ ਥਾਂ ਮਿੱਟੀ ਕੱਢ ਲਈ, ਫਲਾਨੇ ਥਾਂ ਲੱਸੀ ਪਾਤੀ ਜੀ, ਫਲਾਨਾ ਕੁਛ ਆਹ ਕਰ ਲਿਆ ਜੀ। ਇਹ ਕਰਮ ਹੈ, ਇਹ ਕਰਮ ਦੇ ਧਰਮ ਪਖੰਡ ਹੈ। ਧਰਮ ਦੇ ਅਨੁਸਾਰ ਕਰਦੇ ਨਾ। ਕਈ ਤਾਂ ਕਹਿੰਦੇ ਜੀ ਸਾਡਾ ਸਿੱਖ ਧਰਮ ਕਹਿੰਦੇ ਹੀ ਨਹੀਂ। ਦੇਖੋ ਗੁਰੂ ਨਾਨਕ ਤਾਂ ਕਦੇ ਨਹੀਂ ਕਹਿੰਦੇ, ਉਹ ਤਾਂ ਕਹਿੰਦੇ ਆ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ। ਮੜੀਆਂ ਮਸਾਣੀਆਂ ਤੇ ਗੁਰੂ ਨਾਨਕ ਨਹੀਂ ਜਾਣ ਦਿੰਦਾ ਸਿੱਖ ਨੂੰ। ਪਰ ਮਾਫ਼ ਕਰਿਓ, ਕਈ ਕਹਿ ਦਿੰਦੇ ਜੀ ਸਾਡੇ ਤਾਂ ਧਰਮ ਦੇ ਅਨੁਸਾਰ ਇੱਦਾਂ ਹੋਈ ਜਾਂਦਾ। ਹੁਣ ਦੇਵੀ ਦੇਵਤਿਆਂ ਦੀਆਂ ਮੂਰਤਾਂ ਹਿੰਦੂ ਵੀਰ ਪੂਜਦੇ ਆ ਨਾ, ਮੁਸਲਮਾਨ ਕਬਰਾਂ ਪੂਜੀ ਜਾਂਦੇ ਆ। ਹਿੰਦੂ ਪੂਜਾ ਦੇਵਰਾ, ਮੁਸਲਮਾਨ ਮਸੀਤ। ਅਸੀਂ ਤਾਂ ਦੋਨੇ ਹੀ ਨਹੀਂ ਪੂਜਦੇ, ਨਾ ਦੇਵਰਾ ਪੂਜਦੇ ਹਾਂ ਜੀ ਮੰਦਰ, ਨਾ ਅਸੀਂ ਮਸੀਤਾਂ ਨੂੰ ਪੂਜਣਾ। ਅਸੀਂ ਤਾਂ ਗੁਰੂ ਕਰਤੇ ਦੀ ਪੂਜਾ ਕਰਦੇ ਹਾਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਗਾਤੀ ਲੁੱਟੈ। ਅੱਗੇ ਕਹਿੰਦੇ ਨਿਰਵਾਣ ਕੀਰਤਨ ਗਾਵਹੋ ਕਰਤੇ ਕਾ। ਨਿਰਵਾਣ ਕੀਰਤਨ ਗਾਉਣਾ ਜੀ, ਕੀਰਤੀ ਕਰਨੀ, ਇਹਦੀ ਬਾਣੀ ਗਾਉਣੀ ਹੈ। ਨਿਮਖ ਸਿਮਰਤ, ਮਹਾਰਾਜ ਤਾਂ ਕਹਿੰਦੇ ਜੇ ਉਹਨੂੰ ਮਾੜਾ ਜਿਹਾ ਵੀ ਸਿਮਰ ਲੈ ਨਾ ਧਿਆਨ ਨਾਲ। ਮੈਂ ਗੱਲ ਧਿਆਨ ਦੀ ਕੀਤੀ ਹੈ ਵੀ ਇਸ ਵਰਤਮਾਨ ਸਮੇਂ 'ਚ ਜੇ ਜਿਉਂ ਕੇ ਦੇਖੀਏ ਭੋਰਾ ਪਰ ਵੀ, ਮਹਾਰਾਜ ਕਹਿੰਦੇ ਨਿਮਖ ਸਿਮਰਤ ਜਿਤ ਛੁੱਟੈ। ਉਹਨੂੰ ਭੋਰਾ ਪਰ ਵੀ ਸਹੀ ਢੰਗ ਨਾਲ ਯਾਦ ਕਰ ਲਓ। ਮਹਾਰਾਜ ਕਹਿੰਦੇ ਇੰਨੇ ਯਾਦ ਕਰਨ ਨਾਲ ਹੀ ਆ ਜੂਨਾਂ 'ਚੋਂ ਛੁੱਟ ਜਾਏਗਾ, ਆ ਮੁੜ ਕੇ ਜੂਨਾਂ 'ਚ ਹੀ ਨਹੀਂ ਆਉਣਾ ਤੂੰ। ਇਸ ਕਰਕੇ ਭਗਤ ਨਾਮਦੇਵ ਜੀ ਦੇ ਪਿਤਾ ਜੀ ਵੀ ਕਰਮ ਧਰਮ ਕਰਦੇ ਰਹੇ, ਪਖੰਡ ਕਰਦੇ ਰਹੇ, ਪਰ ਸੱਚ ਫੇਰ ਨਾ ਆਵੇ ਮਨ 'ਤੇ। ਸਮਾਂ ਉਦੋਂ ਪਤਾ ਲੱਗਿਆ ਜੀ ਜਦੋਂ ਸਮਾਂ ਇਹੋ ਜਿਹਾ ਬਣ ਗਿਆ। ਕਹਿੰਦੇ ਇੱਕ ਦਿਨ ਭਗਤ ਨਾਮਦੇਵ ਜੀ ਨੂੰ ਲੋਕਾਂ ਨੇ ਸ਼ਿੰਬਾ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਹੀਨੜੀ ਜਾਤ, ਨੀਵੀਂ ਜਾਤ ਦਾ ਉਹਨਾਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਜਿਹੜਾ ਕੌਰਵਾਂ ਪਾਂਡਵਾਂ ਨੇ, 5 ਪਾਂਡਵ ਹੋਏ ਆ ਨਾ ਜੀ, ਜਿਹੜੇ ਕੌਰਵ ਤੇ ਪਾਂਡਵ ਹੋਏ ਆ, ਜਿਨ੍ਹਾਂ ਦਾ ਮਹਾਭਾਰਤ ਦਾ ਜੰਗ ਹੋਇਆ, ਭਗਵਾਨ ਕ੍ਰਿਸ਼ਨ ਦੇ ਨੇੜੇ ਦੇ ਸੀ ਇਹ। ਇਹਨਾਂ ਸਾਰਿਆਂ ਨੇ ਕਹਿੰਦੇ ਜਿਹੜਾ ਮੰਦਿਰ ਬਣਵਾਇਆ ਹੋਇਆ ਮਹਾਰਾਸ਼ਟਰ ਦੇ ਵਿੱਚ, ਅੱਜ ਤੁਸੀਂ ਜਾਓ ਉੱਥੇ ਕਦੇ ਦਰਸ਼ਨ ਕਰਿਓ, ਉਹ ਪਹਾੜੀ ਨੂੰ ਘੜ ਕੇ ਮੰਦਿਰ ਕਲਾਕ੍ਰਿਤੀ ਕੀਤੀ ਹੋਈ ਹੈ ਜੀ। ਉੱਤੇ ਜਿਹੜਾ ਮੰਦਿਰ ਭਗਤ ਨਾਮਦੇਵ ਜੀ ਨੇ ਫੇਰਿਆ ਸੀ ਨਾ, ਫੇਰ ਦੀਆ ਦੇਹੁਰਾ, ਜਿਹਦਾ ਦਰਵਾਜ਼ਾ ਹੀ ਫਿਰ ਗਿਆ ਸੀ ਕਹਿੰਦੇ, ਤੇ ਉਹ ਮੰਦਿਰ ਨੂੰ ਪਹਾੜ ਘੜਿਆ ਸੀ 5 ਪਾਂਡਵਾਂ ਨੇ ਤੇ ਕੌਰਵਾਂ ਨੇ ਰਲ ਕੇ। ਪਹਾੜ ਨੂੰ ਘੜ ਕੇ ਉਹਦੇ ਤੇ ਅੱਜ ਵੀ ਦੇਖੋ ਕਲਾਕ੍ਰਿਤੀ ਇੰਨੀ ਸੋਹਣੀ ਕੀਤੀ ਹੋਈ ਹੈ। ਉਹ ਆਮ ਮੰਦਿਰ ਨਹੀਂ, 5-6 ਹਜ਼ਾਰ ਸਾਲ ਪਹਿਲਾਂ ਬਣਿਆ ਹੋਇਆ। ਤੇ ਉਹਨਾਂ ਮੰਦਿਰਾਂ ਦੇ ਵਿੱਚ ਜੀ ਆਪਾਂ ਧਿਆਨ ਮਾਰਿਓ ਕਦੇ, ਉਹ ਮੰਦਿਰ ਦੇ ਵਿੱਚ ਕਹਿੰਦੇ ਭਗਤ ਨਾਮਦੇਵ ਜੀ, ਸ਼ਿਵਜੀ ਭਗਵਾਨ ਦਾ ਮੰਦਿਰ ਹੈ, ਉਹ ਸ਼ਿਵਜੀ ਦੀ ਯਾਦ 'ਚ ਬਣਵਾਇਆ ਸੀ ਕੌਰਵਾਂ ਪਾਂਡਵਾਂ ਨੇ। ਉੱਥੇ ਸਾਹਮਣੇ ਬਹਿ ਜਾਂਦੇ ਤੇ ਬੀਠਲ ਦਾ ਨਾਮ ਜਪਣ ਲੱਗ ਜਾਂਦੇ, ਰੱਬ ਦਾ ਨਾਮ, ਪਰਮਾਤਮਾ ਦਾ। ਤੇ ਇੱਕ ਦਿਨ ਬ੍ਰਾਹਮਣ ਆ ਕੇ ਕਹਿੰਦੇ, ਕਿਉਂਕਿ ਬ੍ਰਾਹਮਣਾਂ ਨੂੰ ਕੀ ਖਤਰਾ ਸੀ ਜੀ, ਹੁਣ ਗੱਲ ਸੁਣਿਓ। ਭਗਤ ਨਾਮਦੇਵ ਜੀ ਸੱਚ ਦਾ ਹੋਕਾ ਮਾਰਦੇ ਸੀ ਤੇ ਬ੍ਰਾਹਮਣਾਂ ਕੋਲ ਪਖੰਡ ਸੀ ਜੀ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਉਹਨਾਂ ਨੇ ਪੈਸਾ ਲੁੱਟਣਾ ਸੀ, ਅੱਜ ਵੀ ਲੁੱਟਦੇ ਆ ਜੀ। ਆ ਤੁਹਾਡੇ ਵੱਡੇ ਦੀ ਗਤੀ ਨਹੀਂ ਹੋਈ, ਆ ਜਾਓ ਹਰਿਦੁਆਰ ਗਤੀ ਕਰ ਦਿਆਂਗੇ, ਕਰਦੇ ਆ ਨਾ ਜੀ। ਉੱਥੇ 3500 ਵਾਲੀ ਗਤੀ ਵੀ ਹੈ ਜੀ, ਉੱਥੇ 2500 ਵਾਲੀ ਗਤੀ ਵੀ ਹੈ, ਉੱਥੇ 10,000 ਵਾਲੀ ਵੀ ਹੈ, 20 ਵਾਲੀ ਹੈ, 50 ਵਾਲੀ ਹੈ। ਹੁਣ ਗਤੀ ਤੁਹਾਡੇ ਤੇ ਡਿਪੈਂਡ ਕਰਦੀ ਹੈ ਵੀ ਕਿੰਨੇ ਕਾਲੀ ਕਰਾਉਣੀ ਆ। ਇਹੀ ਉਦੋਂ ਚੱਲਦਾ ਸੀ ਜੀ। ਉਹ ਕਹਿੰਦੇ ਵੀ ਇਹ ਕੰਮ ਛੱਡਣਾ ਪੈਣਾ ਤੇ ਕਰਤੇ ਦੀ ਪੂਜਾ ਕਰੋ, ਪਰਮਾਤਮਾ ਦੀ, ਜਿਹੜਾ ਤੁਹਾਡੇ ਅੰਦਰ ਬੈਠਾ ਪਰਮਾਤਮਾ, ਉਹਨੂੰ ਮੰਨਿਆ ਕਰੋ। ਆਹ ਦੁਨੀਆਦਾਰੀ ਦੇ ਪਖੰਡ ਕਿਉਂ ਕਰਦੇ ਹੋ? ਲੋਕਾਂ ਨੂੰ ਆਹ ਕਹਿੰਦੇ ਹੁੰਦੇ ਸੀ। ਹੁਣ ਬ੍ਰਾਹਮਣਾਂ ਨੇ ਵਿਰੋਧਤਾ ਸ਼ੁਰੂ ਕਰਤੀ ਵੀ ਜੇ ਇਹ ਜਿਉਂਦਾ ਰਹਿ ਗਿਆ ਜਾਂ ਇਹ ਮੰਦਿਰ ਦੇ ਵਿੱਚ ਬਹਿ ਕੇ ਰੱਬ ਦਾ ਨਾਮ ਜਪਣ ਲੱਗ ਗਿਆ, ਲੋਕ ਇਹਦੇ ਮਗਰ ਲੱਗ ਜਾਣਗੇ। ਤੇ ਆਪਾਂ ਨੂੰ ਕਿਹਨੇ ਪੁੱਛਿਆ ਬਈ? ਆਪਾਂ ਨੂੰ ਲਟਾਈ ਕਿਹਨੇ ਕਰਾਈ? ਮਾਫ਼ ਕਰਿਓ ਸਿੱਖੋ, ਗੁੱਸਾ ਨਾ ਮਨਾਇਓ ਮੇਰਾ। ਅੱਜ ਸਾਰੇ ਕੁਝ ਸਾਡੇ ਧਰਮ 'ਚ ਵੀ ਇਹੀ ਚੱਲਦਾ ਜੀ। ਮੈਨੂੰ ਇੱਕ ਦਿਨ ਇੱਕ ਬੀਬੀ ਮਿਲੀ, ਮੈਨੂੰ ਕਹਿੰਦੀ ਬਾਬਾ ਜੀ ਸੰਪਟ ਪਾਠ ਕਰਾਉਣਾ। ਗੁੱਸਾ ਨਾ ਮਨਾਇਓ, ਵਿੱਚ ਸੰਗਤ ਬੈਠੀ ਹੁੰਦੀ ਹੈ, ਮੈਨੂੰ ਨਹੀਂ ਪਤਾ ਕੌਣ ਕਿੱਥੇ ਜਾਂਦਾ, ਮੈਂ ਤਾਂ ਵੈਸੇ ਗੱਲ ਕਰਦਾ। ਇਹ ਉਹ ਹੈ ਜੀ ਨਾਮਦੇਵ ਜੀ ਜਿੱਥੇ ਡੰਕਾ ਮਾਰਦੇ ਹੁੰਦੇ ਸੀ, ਤੇ ਨਾਮਦੇਵ ਜੀ ਦੀ ਅਸੀਂ ਗੱਲ ਨੂੰ ਸੁਣਿਆ ਨਹੀਂ। ਤੇ ਮੈਨੂੰ ਬੀਬੀ ਆ ਕੇ ਕਹਿੰਦੀ ਬਾਬਾ ਜੀ ਸੰਪਟ ਪਾਠ ਕਰਾਉਣਾ ਸੀ। ਮੈਂ ਕਿਹਾ ਭੈਣੇ ਸੰਪਟ ਪਾਠ ਕੋਈ ਨਹੀਂ ਹੁੰਦਾ, ਗੱਲ ਨੂੰ ਸਮਝ, ਸਤਿਕਾਰਯੋਗ ਹੈ। ਮੈਂ ਕਿਹਾ ਗੁਰਬਾਣੀ ਦਾ ਪਾਠ ਭਾਵੇਂ ਸਹਿਜ ਪਾਠ ਹੈ, ਭਾਵੇਂ ਅਖੰਡ ਪਾਠ ਹੈ, ਜਿਹੜਾ ਮਰਜ਼ੀ ਕਰਵਾ ਲੈ, ਉਹੀ ਕਰ ਦਿਆਂਗੇ। ਵੀ ਆ ਜਿਹੜਾ ਤੂੰ ਕਹਿੰਦੀ ਹੈ ਇਹ ਸਾਥੋਂ ਕਰਮ ਧਰਮ ਪਖੰਡ ਜੋ ਦਿਸਾ, ਇਹ ਨਹੀਂ ਸਾਥੋਂ ਹੋਣੇ। ਮੈਂ ਚਲੋ ਕੱਲ ਚਲਦਿਆਂ ਗੱਲ ਪਰਿਵਾਰਿਕ ਤੌਰ 'ਤੇ ਗੱਲਾਂ ਕਰਨ ਲੱਗ ਗਏ। ਮੈਂ ਕਿਹਾ ਭੈਣੇ ਫਿਰ ਕਿਤੋਂ ਹੋਰ ਕਰਾ ਲਓ, ਜਿਹਨੇ ਤੁਹਾਨੂੰ ਕਿਹਾ ਉਹ ਤੋਂ ਕਰਾ ਲਓ। ਕਹਿੰਦੀ ਬਾਬਾ ਜੀ ਉਹਨੇ 1,25,000 ਰੁਪਈਆ ਮੰਗਿਆ। ਆਹ ਗੁਰੂ ਜੀ ਬੈਠੇ ਆ ਜੀ, ਮੈਂ ਹਜ਼ੂਰੀ 'ਚ ਬਹਿ ਕੇ ਗੱਲ ਕਰਦਾ, 1% ਝੂਠ ਨਹੀਂ ਮਾਰਦਾ ਮੈਂ ਸਟੇਜ ਤੋਂ। ਮੇਰੇ ਕੋਲ ਹਰ ਇੱਕ ਗੱਲ ਦਾ ਸਬੂਤ ਹੁੰਦਾ, ਮੈਂ ਗੱਲ ਤਾਂ ਕਰਦਾ ਹੁੰਦਾ। ਤੇ ਮੈਂ ਕਿਹਾ ਜੀ ਫਿਰ ਐਂ ਕਰਿਓ, ਅਸੀਂ ਕਰ ਦਿੰਦੇ ਹਾਂ, ਸਾਨੂੰ 25,000 ਹੀ ਦੇ ਦਿਓ, ਲੱਖ ਰੱਖ ਲਿਓ ਤਲਾ। ਚਲੋ ਮਖੌਲ ਤੌਰ 'ਤੇ ਗੱਲ ਕੀਤੀ।
ਮੈਂ ਕਿਹਾ ਭੈਣੇ ਐਂ ਕਰਾਂਗੇ ਅਸੀਂ 2 ਜਾਣੇ ਲੱਗ ਜਾਾਂਗੇ ਪੜ੍ਹਨ, ਸਾਨੂੰ ਤੂੰ ਐਂ ਕਰੀ 8 ਦਿਨਾਂ 'ਚ ਕਰਾਉਣਾ ਕਿ 15 'ਚ ਕਰਾਉਣਾ ਕਿ 21 'ਚ ਕਰਾਉਣਾ ਕਿ 27 'ਚ, ਸਾਨੂੰ ਦਿਨ ਦੱਸ ਦੀ, ਅਸੀਂ ਮਹੀਨੇ 'ਚ ਵੀ ਕਰ ਦਿਆਂਗੇ, 3 ਦਿਨ ਵੱਧ ਹੀ ਲਾ ਦਿਆਂਗੇ। ਪਰ ਮੈਂ ਕਿਹਾ ਸਾਨੂੰ ਉਤਲਾ 25 ਦੇ ਦੀ, ਲੱਖ ਤੈਨੂੰ ਛੱਡਿਆ। ਕਹਿਣ ਦਾ ਭਾਵ ਦੇਖੋ ਗੁਰੂ ਪਿਆਰਿਓ, ਮੇਰੇ ਨਾਲੋਂ ਸਾਰੇ ਸਤਿਕਾਰਯੋਗ ਹੋ, ਇਹ ਚੀਜ਼ਾਂ 'ਚ ਨਹੀਂ ਅਸੀਂ ਪੈਣਾ। ਕਈ ਥਾਈਂ ਕਿਹਾ ਜਾਂਦਾ ਤੂੰ 41 ਦਿਨ ਸੁਖਮਨੀ ਸਾਹਿਬ ਦੇ ਪਾਠ ਕਰ ਲੈ ਤੇ ਤੇਰਾ ਭਲਾ ਹੋ ਜੂ। 41 ਦਿਨਾਂ ਨਾਲ ਕੀ ਹੋ ਜੂ ਜੀ? ਮਹਾਰਾਜ ਤਾਂ ਕਹਿੰਦੇ ਮਰਦੇ ਦਮ ਤੱਕ ਪੜ੍ਹਦਾ ਰਹਿ ਬਾਣੀ, ਸਵਾਸ ਸਵਾਸ ਰੱਬ ਦਾ ਨਾਮ ਜਪਿਆ ਕਰ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਉਹ ਤਾਂ ਕਹਿੰਦੇ ਸਿਮਰਨੀ ਬਣਾ ਲਾ ਰਸਨਾ ਨੂੰ, ਸਦਾ ਲਈ ਜਪਦਾ ਰਹਿ। ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁੱਖ ਵਿਸ਼ਰਾਮ, ਉਹ ਤਾਂ ਕਹਿੰਦੇ ਆਦਿ ਜੁਗਾਦ ਪਰਮਾਤਮਾ ਨੂੰ ਯਾਦ ਕਰ ਸਦਾ ਲਈ। ਇਸ ਕਰਕੇ ਸਮਝਣ ਦੀ ਲੋੜ ਹੈ ਜੀ ਪਿਆਰਿਓ। ਤੇ ਫਿਰ ਕਹਿੰਦੇ ਭਗਤ ਨਾਮਦੇਵ ਜੀ ਨੂੰ ਜੀ ਜਦੋਂ ਲੋਕਾਂ ਨੇ ਇੱਦਾਂ ਜਾਤ ਬਹਾਨੀਆਂ ਨੇ ਮੰਦਰਾਂ 'ਚੋਂ ਕਢਾਉਣਾ ਸ਼ੁਰੂ ਕਰਤਾ, ਫਿਰ ਭਗਤ ਨਾਮਦੇਵ ਜੀ ਕਹਿੰਦੇ ਫਿਰ ਮੈਂ ਇੱਕ ਦਿਨ ਪਰਮਾਤਮਾ ਨੂੰ ਉਲਾਂਭਾ ਮਾਰਿਆ। ਫਿਰ ਦੇਖੋ ਜੀ ਉਲਾਂਭਾ ਮਾਰਨਾ ਸੁਭਾਵਿਕ ਗੱਲ ਹੈ, ਕਿਉਂਕਿ ਉਹਨਾਂ ਦੇ ਸਾਹਮਣੇ ਬਹਿੰਦੇ ਸੀ ਰੱਬ। ਉਹ ਕਹਿੰਦੇ ਤੂੰ ਮੇਰੇ ਨਾਲ ਹੁਣ ਆਹ ਦੁਰਦਸ਼ਾ ਹੋਣ ਲੱਗ ਪਈ ਮੇਰੇ ਨਾਲ ਤਾਂ, ਤੇ ਤੂੰ ਗੱਲ ਨੂੰ ਸਮਝਦਾ ਹੀ ਨਹੀਂ। ਉਹ ਕਹਿੰਦੇ ਫਿਰ ਅੱਗੋਂ ਮੈਂ ਸ਼ਬਦ ਵਰਤਿਆ ਜੀ, ਕਹਿੰਦੇ ਹਸਤ ਖੇਲਤ ਤੇਰੇ ਦਿਹੁਰੇ ਆਇਆ, ਭਗਤ ਕਰਤ ਨਾਮਾ ਪੱਕਰ ਉਠਾਇਆ। ਹੱਸਦੇ ਖੇਡਦੇ ਉਹ ਮੰਦਿਰ 'ਚ ਚਲੇ ਗਏ, ਜਿਹੜੇ ਮੰਦਿਰ ਦੀ ਮੈਂ ਗੱਲ ਕਰਦਾ ਸ਼ਿਵ ਜੀ ਭਗਵਾਨ ਦੇ, ਉੱਥੇ ਬਹਿ ਕੇ ਰੱਬ ਦਾ ਨਾਮ ਜਪਣ ਲੱਗ ਪਏ। ਤੇ ਬ੍ਰਾਹਮਣਾਂ ਨੇ ਕੀ ਕੀਤਾ, ਕਹਿੰਦੇ ਭਗਤ ਕਰਤ ਨਾਮਾ ਪਕੜ ਉਠਾਇਆ। ਭਗਤੀ ਕਰਦੇ ਕਰਦੇ ਇਹਨੂੰ ਚੱਕ ਲਿਆ ਜੀ ਬਾਹਾਂ ਤੋਂ, ਥੱਲੇ ਹੱਥ ਪਾ ਕੇ, ਤੇ ਕਹਿੰਦੇ ਬਾਹਰ ਸੁੱਟਤਾ ਮੰਦਿਰ ਤੋਂ। ਭਗਤ ਕਰਤ ਨਾਮਾ ਪਕੜ ਉਠਾਇਆ। ਦੇਖੋ ਜੀ ਬਾਣੀ 'ਚੋਂ ਸਾਰੀਆਂ ਗੱਲਾਂ ਮਿਲਦੀਆਂ, ਇਤਿਹਾਸ ਉੱਥੋਂ ਹੀ ਮਿਲੀ ਜਾਂਦਾ। ਅੱਗੇ ਕਹਿੰਦੇ ਫਿਰ ਕਿਉਂ ਉਠਾਇਆ, ਕਹਿੰਦੇ ਹੀਨੜੀ ਜਾਤ ਮੇਰੀ ਯਾਦ ਮਰਾਇਆ। ਕਹਿੰਦੇ ਹੇ ਭਗਵਾਨ ਕ੍ਰਿਸ਼ਨ ਪਰਮਾਤਮਾ ਤੇਰੇ ਚਰਨਾਂ 'ਚ ਬੇਨਤੀ ਹੈ ਮੇਰੀ, ਵੀ ਮੈਨੂੰ ਨੀਵੀਂ ਜਾਤ ਦਾ ਕਹਿੰਦੇ ਸੀ, ਮੈਨੂੰ ਤਾਂ ਚੱਕ ਕੇ ਬਾਹਰ ਸੁੱਟਤਾ। ਹੀਨੜੀ ਜਾਤ ਮੇਰੀ ਯਾਦ ਮਰਾਇਆ। ਯਾਦ ਮਰਾਇਆ ਕ੍ਰਿਸ਼ਨ ਭਗਵਾਨ ਦਾ ਨਾਂ ਜੀ। ਉਹ ਕਹਿੰਦੇ ਭਗਵਾਨ ਜੀ ਮੈਨੂੰ ਤਾਂ ਬਾਹਰ ਸੁੱਟਤਾ ਚੁੱਕ ਕੇ ਵੀ ਤੂੰ ਨੀਵੀਂ ਜਾਤ ਦਾ ਹੈ। ਅੱਗੇ ਕਹਿੰਦੇ ਛੀਪੇ ਕੇ ਜਨਮ ਕਾਹੇ ਕੋ ਆਇਆ। ਛੀਪੇ ਗਿਆ ਨਾ ਜੀ ਮੈਂ, ਛਾਪੇ ਲਾਉਣ ਵਾਲੇ। ਉਹ ਕਹਿੰਦੇ ਫਿਰ ਮੇਰਾ ਇਸ ਜਾਤੀ ਦੇ ਵਿੱਚ ਕਿਉਂ ਜਨਮ ਹੋਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਤੇ ਅੱਗੇ ਭਗਵਾਨ ਕ੍ਰਿਸ਼ਨ ਜੀ ਨਾਲ ਜਦੋਂ ਇੱਦਾਂ ਗੱਲ ਕਰਦਿਆਂ ਕਹਿੰਦੇ ਇਹ ਪੰਡੀਆ ਮੋ ਕੋ ਢੇੜ ਕਹਿਤ ਹੈ ਤੇਰੀ ਪੈਜ ਪਛੌਂਡੀ ਹੋਏ ਲਾ। ਲਾਂਭਾ ਮਾਰਿਆ ਜੀ ਰੱਬ ਨੂੰ, ਭਗਵਾਨ ਕ੍ਰਿਸ਼ਨ ਨੂੰ। ਕਹਿੰਦਾ ਇਹ ਲੋਕ ਮੈਨੂੰ ਆ ਪੰਡੀਏ, ਇਹ ਪੰਡੀਆ ਮੋ ਕੋ ਢੇੜ ਕਹਿਤ ਹੈ, ਮੈਨੂੰ ਢੇੜ ਕਹਿੰਦੇ ਆ ਜੀ ਨੀਵੀਂ ਜਾਤ ਦਾ। ਕਹਿੰਦੇ ਮੈਨੂੰ ਕੋਈ ਨਹੀਂ, ਭਾਵੇਂ ਮੈਨੂੰ ਤਾਂ ਜੋ ਮਰਜ਼ੀ ਕਹਿ ਲੈਣ, ਮੈਨੂੰ ਜੁੱਤੀਆਂ ਮਾਰਨ, ਮੈਨੂੰ ਮੰਦਿਰ 'ਚੋਂ ਬਾਹਰ ਸੁੱਟ ਦੇਣ, ਪਰ ਕਹਿੰਦੇ ਤੇਰੀ ਪੈਜ ਪਿਛੌਂਡੀ ਹੋਏ ਲਾ। ਮਹਾਰਾਜ ਤੇਰੀ ਇੱਜ਼ਤ ਨੂੰ ਲਾਜ ਲੱਗਦੀ ਹੈ, ਮੈਨੂੰ ਕੋਈ ਨਹੀਂ। ਹੁਣ ਤੂੰ ਸੋਚ ਆਪਦੇ ਬਾਰੇ ਵੀ ਤੂੰ ਕੀ ਕਰਨਾ ਚਾਹੁੰਦਾ ਹੈ। ਫਿਰ ਕਹਿੰਦੇ ਭਗਵਾਨ ਕ੍ਰਿਸ਼ਨ ਨੂੰ ਜਦੋਂ ਇਹ ਲਾਂਭੇ ਮਾਰੇ ਨਾ, ਬਾਹਰ ਬੈਠ ਕੇ ਮੰਦਿਰ ਤੋਂ ਬਾਹਰ ਸੁੱਟ ਦਿੱਤਾ, ਤੇ ਫਿਰ ਕਹਿੰਦੇ ਅੱਗੇ ਕੀ ਕੀਤਾ, ਲੈ ਕੰਬਲੀ ਚੱਲਿਓ ਪਲਟਾਏ। ਭਗਤ ਨਾਮਦੇਵ ਜੀ ਨੇ ਜਿਹੜੀ ਕੰਬਲੀ ਸੀ ਜੀ ਉਹਨੂੰ ਉੱਤੇ ਲੈ ਲਿਆ, ਬੁੱਕਲ ਮਾਰ ਲਈ, ਤੇ ਕਹਿੰਦੇ ਪਲਟ ਕੇ ਤੁਰ ਪਏ। ਲੈ ਕੰਬਲੀ ਚੱਲਿਓ ਪਲਟਾਏ। ਕਹਿੰਦੇ ਉਲਟ ਜਦੋਂ ਤੁਰ ਪਏ ਨਾ, ਤੇ ਫਿਰ ਕਹਿੰਦੇ ਇਦੋਂ ਬਾਅਦ ਕੀ ਹੋਇਆ, ਦੇਹੁਰਾ ਪਾਛੈ ਬੈਠਾ ਆਏ। ਜਿਹੜਾ ਮੰਦਿਰ ਦਾ ਦਰਵਾਜ਼ਾ ਸੀ ਨਾ ਜੀ, ਮੰਦਿਰ ਦਾ ਦੇਹੁਰਾ, ਉਹੀ ਫਿਰਨਾ ਸ਼ੁਰੂ ਹੋ ਗਿਆ। ਦੇਹੁਰਾ ਪਾਛੈ ਬੈਠਾ ਆਏ। ਅੱਜ ਤੁਸੀਂ ਇੱਕ ਗੱਲ ਨੂੰ ਨੋਟ ਕਰਿਓ ਜੀ, ਉਹ ਮੰਦਿਰ ਦੇ ਵਿੱਚ ਜਾਇਓ ਕਦੇ, ਦੁਨੀਆ ਭਰ ਦੇ ਮੰਦਿਰ ਦੇਖ ਲਿਓ ਤੱਕ ਕੇ, ਤੇ ਇੱਕ ਉਹ ਮੰਦਿਰ ਨੂੰ ਤੱਕਿਓ ਤੁਸੀਂ। ਦੁਨੀਆ ਭਰ ਦੇ ਮੰਦਿਰਾਂ ਦੇ ਚੜ੍ਹਦੇ ਵੱਲ ਨੂੰ ਮੂੰਹ ਹੈ, ਕਿਸੇ ਦਾ ਮੰਦਿਰ ਦਾ ਮੂੰਹ ਛਿਪਦੇ 'ਚ ਨਹੀਂ ਮਿਲੂ ਤੁਹਾਨੂੰ। ਮੈਂ ਦੁਨੀਆ ਭਰ ਦੀ ਗੱਲ ਕਰਦਾ, ਇਕੱਲੇ ਭਾਰਤ ਨੂੰ ਛੱਡੋ, ਜਿੱਥੇ ਕਿਤੇ ਵੀ ਬਣਿਆ ਹੋਏਗਾ ਨਾ ਮੰਦਿਰ ਕਿਸੇ ਵੀ ਦੇਵਤੇ ਦੇ ਨਾਂ 'ਤੇ, ਕਿਸੇ ਦੇਵੀ ਦੇ ਨਾਂ 'ਤੇ, ਉਹ ਮੰਦਿਰ ਦਾ ਮੂੰਹ ਚੜ੍ਹਦੇ ਵੱਲ ਮਿਲੂ ਤੁਹਾਨੂੰ। ਪਰ ਇੱਕੋ ਇੱਕ ਉਹ ਮੰਦਿਰ ਹੈ ਜੀ ਜਿਹੜੇ ਦਾ ਮੂੰਹ ਛਿਪਦੇ ਵੱਲ ਨੂੰ ਹੋਇਆ ਪਿਆ। ਤੇ ਇੱਕ ਗੱਲ ਹੋਰ ਨੋਟ ਕਰਿਓ, ਜਿਹੜਾ ਉਹਦਾ ਦਰਵਾਜ਼ਾ ਜਾਂਦਾ ਜਾਣ ਨੂੰ, ਅੱਜ ਵੀ ਮੈਂ ਇੱਕ ਦਿਨ ਦਰਸ਼ਨ ਕਰਨ ਗਿਆ ਸੀ, ਬਾਬਾ ਜੀ ਨੇ ਕਿਰਪਾ ਕੀਤੀ, ਤੇ ਮੈਂ ਕਿਹਾ ਵੀ ਦੇਖ ਕੇ ਤਾਂ ਆਉਣਾ ਚਾਹੀਦਾ, ਜਿਹੜਾ ਬਾਣੀ 'ਚ ਗੱਲਾਂ ਮਿਲੀ ਜਾਂਦੀਆਂ ਇਤਿਹਾਸਕ ਪ੍ਰੈਕਟੀਕਲ ਤੌਰ 'ਤੇ ਤਾਂ ਦੇਖੀਏ ਨਾ। ਤੇ ਜਦੋਂ ਦੇਖਿਆ ਜੀ ਦਰਵਾਜ਼ਾ, ਅੱਜ ਵੀ ਰਸਤਾ ਹੋਰ ਪਾਸੇ ਦੀ ਹੈ, ਪਿਛਲੇ ਪਾਸੇ ਦੀ ਹੈ ਮੰਦਿਰ ਦੇ, ਪਰ ਮੂੰਹ ਪਰਲੇ ਪਾਸੇ ਹੈ ਮੰਦਿਰ ਦਾ। ਤੇ ਜਿੱਥੋਂ ਪੌੜੀਆਂ ਨਾਲੋਂ ਟੁੱਟਿਆ ਹੋਇਆ ਉੱਥੋਂ ਪਤਾ ਲੱਗਦਾ ਵੀ ਇੱਥੋਂ ਮੰਦਿਰ ਟੁੱਟ ਕੇ ਉਧਰ ਮੂੰਹ ਕਰ ਗਿਆ ਮੰਦਿਰ ਫਿਰ ਕੇ। ਤੇ ਤੁਸੀਂ ਅੱਜ ਨੋਟ ਕਰੋ, ਪਹਾੜ ਘੜਿਆ ਹੋਇਆ ਕੌਰਵਾਂ ਪਾਂਡਵਾਂ ਨੇ, ਤੇ ਐਂ ਫਿਰ ਗਿਆ ਜੀ ਜਿਵੇਂ ਥਾਲੀ 'ਚ ਪਿਆ ਹੁੰਦਾ ਮੰਦਿਰ। ਅੱਜ ਵੀ ਦੇਖੋ ਉਹਦੀ ਕੋਈ ਨਿਉ ਜੜ ਨਹੀਂ, ਉਹ ਥੱਲੋਂ ਫਿਰਿਆ ਹੋਇਆ ਐਂ ਲੱਗਦਾ ਜਿਵੇਂ ਥੱਲੇ ਕਿਸੇ ਨੇ ਆਰੀ ਫੇਰੀ ਹੁੰਦੀ ਹੈ, ਐਦਾਂ ਫਿਰਿਆ ਹੋਇਆ ਮੰਦਿਰ ਹੈ। ਤੇ ਭਗਤ ਨਾਮਦੇਵ ਜੀ ਐਵੇਂ ਨਹੀਂ ਕਹਿੰਦੇ ਲੈ ਕੰਬਲੀ ਚੱਲਿਓ ਪਲਟਾਏ, ਦੇਹੁਰਾ ਬੈਠਾ ਪਾਛੈ ਆਏ। ਪਿੱਛੇ ਨੂੰ ਮੁੜ ਪਿਆ ਜੀ ਮੰਦਿਰ, ਉਧਰ ਨੂੰ ਮੂੰਹ ਕਰਕੇ ਖੜ ਗਿਆ। ਫਿਰ ਕਹਿੰਦੇ ਫੇਰ ਦੀਆ ਦੇਹੁਰਾ ਨਾਮੇ ਕੋ ਪਿਛਵਾੜ ਲਾ। ਕਹਿੰਦੇ ਨਾਮੇ ਦੇ ਲਈ ਪ੍ਰਮਾਤਮਾ ਨੇ ਮੰਦਿਰ ਦਾ ਮੂੰਹ ਹੀ ਫੇਰਤਾ, ਤੇ ਉਹਦੇ ਪਿੱਛੇ ਨੂੰ ਕਰਤਾ ਮੂੰਹ, ਜਿੱਧਰ ਨਾਮ ਭਗਤ ਨਾਮਦੇਵ ਜੀ ਦਾ ਮੂੰਹ ਸੀ ਉਧਰ ਨੂੰ ਮੰਦਿਰ ਦਾ ਮੂੰਹ ਕਰਤਾ। ਅੱਗੇ ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਤਿਉਂ ਤਿਉਂ ਮੰਦਿਰ ਦਾ ਦੇਹੁਰਾ ਫਿਰ ਗਿਆ ਸੀ ਜੀ, ਤਿਉਂ ਤਿਉਂ
ਤੇਰਾ ਦੇਹੁਰਾ ਫਿਰੈ। ਚਲੋ ਮੇਰੇ ਥੋੜ੍ਹੀ ਜਿਹੀ ਪੰਗਤੀ ਵਿਸਰ ਗਈ। ਸਤਿਗੁਰੂ ਜੀ ਕਹਿੰਦੇ ਜਿਵੇਂ ਮੰਦਰ ਦਾ ਮੂੰਹ ਹੀ ਫਿਰ ਗਿਆ ਉਧਰ ਨੂੰ, ਤੇ ਹੁਣ ਮੂੰਹ ਫੇਰਨ ਵਾਲੇ ਦੀ ਇੱਕ ਮੈਂ ਹੋਰ ਵਾਰਤਾ ਸੁਣਾ ਕੇ ਫਿਰ ਸਮਾਪਤੀ ਕਰਾਂ। ਭਗਤ ਤਰਲੋਚਨ ਆਉਣ ਲੱਗ ਗਿਆ ਹੁਣ ਇਹਨਾਂ ਕੋਲੇ। ਉਹ ਬ੍ਰਾਹਮਣਾਂ ਦਾ ਪੁੱਤ ਸੀ ਜੀ। ਭਗਤ ਤਰਲੋਚਨ ਜਿਹੜੇ ਬਾਅਦ 'ਚ ਹੋਏ ਆ, ਭਗਤ ਨਾਮਦੇਵ ਜੀ ਉਹਨਾਂ ਦੇ ਗੁਰੂ ਹੋਏ ਜੀ। ਬ੍ਰਾਹਮਣਾਂ ਦਾ ਗੁਰੂ ਅੱਜ ਨੀਵੀਂ ਜਾਤ ਵਾਲਾ ਬਣ ਕੇ ਬਹਿ ਗਿਆ ਸੀ, ਜਿਹਨੂੰ ਲੋਕ ਕਹਿੰਦੇ ਸੀ ਨੀਵੀਂ ਜਾਤ ਦੇ, ਆਪਣੀ ਔਕਾਤ ਨਹੀਂ ਉਹਨਾਂ ਨੂੰ ਕਹਿ ਸਕਦੇ। ਪਰ ਕਹਿੰਦੇ ਤਰਲੋਚਨ ਭਗਤ ਦੀ ਤੇ ਨਾਮਦੇਵ ਜੀ ਦੀ ਦੋਸਤੀ ਸੀ, ਹਾਣੋ ਹਾਣੀ ਸੀ, ਇੱਕੋ ਨਗਰ ਦੇ ਰਹਿਣ ਵਾਲੇ ਸੀ। ਤੇ ਜਦੋਂ ਦੋਨਾਂ ਦੇ ਵਿੱਚ ਦੋਸਤੀ ਹੋ ਗਈ, ਇੱਕ ਦਿਨ ਕਹਿੰਦੇ ਨਾਮਦੇਵ ਕਹਿੰਦਾ ਵੀ ਤੂੰ ਤਰਲੋਚਨ ਰੱਬ ਦਾ ਨਾਮ ਲਿਆ ਕਰ। ਉਹ ਕਹਿੰਦਾ ਤੂੰ ਰੋਜ਼ ਨਾਮ ਲੈਣਾ? ਕਹਿੰਦਾ ਵੀ ਮੈਂ ਤਾਂ ਬਿਲਕੁਲ ਲੈਣਾ। ਕਹਿੰਦਾ ਪਰ ਮੈਨੂੰ ਨਹੀਂ ਲੱਗਦਾ ਤੂੰ ਰੱਬ ਦਾ ਨਾਂ ਲੈਣਾ। ਜਦੋਂ ਮੈਂ ਆਉਣਾ ਤੂੰ ਕੰਮ ਹੀ ਕਰੀ ਜਾਂਦਾ ਹੁੰਦਾ, ਸੂਈ ਤੇਰੇ ਹੱਥ 'ਚ ਹੁੰਦੀ ਹੈ, ਧਾਗਾ ਤੇਰੇ ਕੋਲ ਵਿੱਚ ਪਾਇਆ ਹੁੰਦਾ, ਤੂੰ ਕੱਪੜੇ ਸਿਉਈ ਜਾਂਦਾ ਹੁੰਦਾ, ਤੇ ਤੂੰ ਕਿਹੜੇ ਵੇਲੇ ਰੱਬ ਦਾ ਨਾਂ ਲੈਣਾ ਹੈ? ਉਹ ਕਹਿੰਦੇ ਵੀ ਮੈਂ ਤਾਂ ਰੱਬ ਦਾ ਨਾਂ ਲੈਣਾ ਭਾਈ, ਤੂੰ ਇਸ ਗੱਲ 'ਤੇ ਵਿਸ਼ਵਾਸ ਕਰ ਨਾ ਕਰ। ਕਿਉਂਕਿ ਭਗਤ ਨਾਮਦੇਵ ਜੀ ਕਹਿੰਦੇ ਵੀ ਮੇਰੇ ਸੋਨੇ ਕੀ ਸੂਈ ਰੁਪਏ ਕਾ ਧਾਗਾ, ਕਹਿੰਦੇ ਉਹ ਪਰਮਾਤਮਾ ਦੇ ਨਾਮ ਦੀ ਸੋਨਾ ਰੂਪੀ ਸੂਈ ਮੇਰੇ ਹੱਥ 'ਚ ਹੈ, ਤੇ ਉਹਦੀ ਬਾਣੀ ਰੂਪੀ ਧਾਗਾ ਮੈਂ ਉਹਦੇ ਵਿੱਚ ਪਾਇਆ ਹੋਇਆ। ਸੋਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿੱਤ ਹਰਸਿਉ ਲੱਗਾ। ਨਾਮਦੇਵ ਦਾ ਚਿੱਤ ਹਰੀ ਪਰਮਾਤਮਾ ਨਾਲ ਜੁੜਿਆ ਹੋਇਆ। ਉਹ ਕਹਿੰਦੇ ਮੈਂ ਰੱਬ ਦਾ ਨਾਮ ਜਪਦਾ, ਮੈਂ ਤਾਂ ਰੋਜ਼ ਜਪਦਾ, ਤੇ ਤੂੰ ਜਪਿਆ ਕਰ। ਤੇ ਤਰਲੋਚਨ ਕਹਿੰਦਾ ਵੀ ਮੈਨੂੰ ਨਹੀਂ ਲੱਗਦਾ ਤੂੰ ਕਿਹੜੇ ਵੇਲੇ ਰੱਬ ਦਾ ਨਾਮ ਜਪ ਲਿਆ ਵੀ। ਮੈਂ ਜਦੋਂ ਆਉਣਾ ਤੂੰ ਰੱਬ ਦਾ ਨਾਮ ਜਪਦਾ ਤਾਂ ਤੈਨੂੰ ਦੇਖਿਆ ਨਹੀਂ। ਨਾਮਾ ਮਾਇਆ ਮੋਹਿਆ, ਉਹ ਤਾਂ ਸਮਾਂ ਉਹਨੂੰ ਲਾਂਭੇ ਮਾਰਨ ਲੱਗ ਗਏ ਜੀ ਦੋਸਤੀ ਤੌਰ 'ਤੇ। ਕਹਿੰਦੇ ਤੂੰ ਤਾਂ ਮਾਇਆ ਦਾ ਵਿੱਚ ਫਸਿਆ ਹੋਇਆ, ਪੈਸਾ ਪੈਸਾ ਕਰੀ ਜਾਂਦਾ, ਇੱਧਰ ਕੰਮ ਹੀ ਕੰਮ ਹੈ ਸਾਰਾ ਦਿਨ ਤੇਰੇ ਕੋਲੇ। ਉਹ ਕਹਿੰਦੇ ਨਹੀਂ ਤਰਲੋਚਨ ਤੈਨੂੰ ਲੱਗਦਾ, ਮੈਨੂੰ ਨਹੀਂ। ਉਹ ਕਹਿੰਦੇ ਫਿਰ ਉਹਨਾਂ ਨੇ ਬਾਣੀ 'ਚ ਰਚਤਾ ਜੀ, ਕਹਿੰਦੇ ਜਿਹੜਾ ਮੈਨੂੰ ਤਰਲੋਚਨ ਨੇ ਗੱਲ ਕਹੀ। ਉਹ ਕਹਿੰਦੇ ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਛੀਪੋ ਛਾਇਲਾ ਰਾਮ ਨਾ ਲਾਭੋ ਚੀਤ। ਉਹ ਕਹਿੰਦੇ ਤੂੰ ਤਾਂ ਤਰਲੋਚਨ ਕਹਿਣ ਲੱਗਿਆ ਵੀ ਤੂੰ ਤਾਂ ਮਾਇਆ ਦਾ ਮੋਹਿਆ ਪਿਆ, ਤੂੰ ਰੱਬ ਦਾ ਨਾਂ ਤਾਂ ਲੈਂਦਾ ਨਹੀਂ। ਉਹ ਕਹਿੰਦੇ ਮੈਂ ਨਾਮ ਲੈਣਾ। ਅੱਗੇ ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਮੈਂ ਜਵਾਬ ਦਿੱਤਾ ਫਿਰ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ। ਹੁਣ ਕੰਮ ਕਾਹਦੇ ਨਾਲ ਕਰਨਾ ਜੀ? ਹੱਥਾਂ ਦੇ ਪੈਰਾਂ ਨਾਲ। ਸਾਰੀ ਸੰਗਤ ਲਈ ਇਹ ਗੁਰੂ ਦਾ ਵਿਚਾਰ ਹੈ ਜੀ, ਗੁਰੂ ਦਾ ਹੁਕਮ ਹੈ। ਐਵੇਂ ਇਕੱਲੇ ਤਰਲੋਚਨ ਨੂੰ ਨਹੀਂ ਕਿਹਾ ਭਗਤ ਨਾਮਦੇਵ ਨੇ, ਸਾਨੂੰ ਵੀ ਕਹਿੰਦੀ ਹੈ ਬਾਣੀ। ਉਹ ਕਹਿੰਦੇ ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਜਿਹੜਾ ਚਿੱਤ ਹੈ ਉਹ ਕਿਹਦੇ ਨਾਲ ਜੁੜਿਆ ਹੋਵੇ? ਉਹ ਪਰਮਾਤਮਾ ਨਾਲ ਜੋੜ ਕੇ ਰੱਖੋ। ਚਿੱਤ ਨਾਲ ਹੀ ਯਾਦ ਕਰਨਾ ਨਾ ਜੀ। ਚਿੱਤ ਚਿੱਤ ਬਣਾਇਆ ਉਹਨੂੰ ਯਾਦ ਕਰਨਾ, ਤੇ ਚਿੱਤ ਨਾਲ, ਹੱਥਾਂ ਨਾਲ ਤਾਂ ਨਹੀਂ ਨਾ ਕਰਨਾ। ਕੀ ਆ ਪੈਰਾਂ ਨਾਲ ਤਾਂ ਨਹੀਂ ਰੱਬ ਯਾਦ ਆਉਂਦਾ ਜੀ। ਰੱਬ ਯਾਦ ਤਾਂ ਚਿੱਤ ਨਾਲ ਆਉਂਦਾ ਹੈ। ਤਾਂ ਕਹਿੰਦੇ ਫਿਰ ਮੈਂ ਨਾਮਦੇਵ ਜੀ ਕਹਿੰਦੇ ਮੈਂ ਤਰਲੋਚਨ ਨੂੰ ਕਿਹਾ, ਕਹਿੰਦੇ ਤਰਲੋਚਨਾ ਮੁਖ ਤੇ ਰਾਮ ਸੰਭਾਲ, ਪਰਮਾਤਮਾ ਦਾ ਨਾਮ ਜਪਿਆ ਕਰ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਕਹਿੰਦੇ ਤੂੰ ਚਿੱਤ ਨੂੰ ਨਿਰੰਜਨ ਪਰਮਾਤਮਾ ਨਾਲ ਜੋੜ, ਤੇ ਤੇਰੇ ਤੇ ਕਿਰਪਾ ਹੋਊਗੀ। ਇਹ ਵਾਰਤਾ ਅੱਗੇ ਵੀ ਹੈ ਜੀ, ਮੇਰੇ ਕੋਲ ਸਮਾਂ ਨਹੀਂ। ਕਹਿੰਦੇ ਤਰਲੋਚਨ ਭਗਤ ਨੇ ਫਿਰ ਭਗਤ ਨਾਮਦੇਵ ਜੀ ਨੂੰ ਕਿਹਾ ਵੀ ਤੈਨੂੰ ਰੱਬ ਰੋਜ਼ ਮਿਲਦਾ? ਉਹ ਕਹਿੰਦੇ ਵੀ ਮੈਨੂੰ ਤਾਂ 5-7 ਦਿਨਾਂ ਤੋਂ ਮਿਲ ਜਾਂਦਾ, ਦੋਸਤੀ ਤੌਰ 'ਤੇ ਤੈਨੂੰ ਦੱਸ ਦਿੰਦਾ ਮੈਂ ਵੀ ਚੱਲ ਤੂੰ ਮੇਰਾ ਨੇੜੇ ਦਾ ਦੋਸਤ ਹੈ, ਕਿਸੇ ਕੋਲ ਗੱਲ ਨਾ ਕਰੀ, ਰੱਬ ਨੇ ਮੈਨੂੰ ਕਿਹਾ ਹੋਇਆ ਦੱਸਣਾ ਨਹੀਂ ਕਿਸੇ ਨੂੰ। ਉਹ ਕਹਿੰਦੇ ਚੰਗਾ ਫਿਰ ਜਿੱਦੇ ਹੋਣਾ ਆ ਨਾ, ਤੇ ਤੂੰ ਕਹੀਂ ਵੀ ਤਰਲੋਚਨ ਨੂੰ ਵੀ ਕਦੇ ਰੱਬ ਦਰਸ਼ਨ ਦੇਵੇ, ਤੂੰ ਮੇਰੀ ਸਿਫਾਰਿਸ਼ ਕਰੀ। ਦੇਖੋ ਜੀ ਰੱਬ ਦੇ ਪਿਆਰੇ ਸਿਫਾਰਿਸ਼ਾਂ ਵੀ ਕਰਦੇ ਆ ਜੀ। ਜੇ ਆਪਾਂ ਗੱਲ ਕਰੀਏ, ਮੈਂ ਕੱਲ੍ਹ ਇੱਕ ਵਾਰਤਾ ਪੜ੍ਹ ਰਿਹਾ ਸੀ ਇਹਨਾਂ ਦੇ ਬਾਰੇ 'ਚ ਹੀ, ਅਤੇ ਉੱਥੇ ਮੈਨੂੰ ਬੜਾ ਚੰਬਾ ਜਿਹਾ ਲੱਗਿਆ ਮਨ ਨੂੰ ਪੜ੍ਹਦਿਆਂ ਵੀ ਰੱਬ ਦੇ ਘਰੇ ਵੀ ਰਿਸ਼ਵਤ ਚੱਲਦੀ ਹੈ। ਆਹ ਰਿਸ਼ਵਤ ਹੀ ਹੈ ਜੀ, ਸਿਫਾਰਿਸ਼ ਕਰਨੀ। ਹੁਣ ਭਗਤ ਨਾਮਦੇਵ ਜੀ ਨੂੰ ਤਰਲੋਚਨ ਜੀ ਕਹਿੰਦੇ ਆ ਵੀ ਤਰਲੋਚਨ ਦਾ ਨਾਂ ਲੈ ਕੇ ਮੇਰੀ ਸਿਫਾਰਿਸ਼ ਕਰੀ ਵੀ ਜੀ ਤਰਲੋਚਨ ਨੂੰ ਵੀ ਮਿਲ ਲਓ ਇੱਕ ਵਾਰੀ। ਅਤੇ ਫਿਰ ਕਹਿੰਦੇ ਮੈਂ ਭਾਈ ਗੁਰਦਾਸ ਜੀ ਦੀ ਵਾਰ ਵੀ ਪੜ੍ਹੀ ਨਾਲ ਦੀ ਨਾਲ, 10ਵੀਂ ਵਾਰ ਜੀ, 4ਥੀ ਪੌੜੀ ਉਹਦੀ। ਉਹਦੇ ਵਿੱਚ ਕਹਿੰਦੇ ਭਗਤ ਨਾਮਦੇਵ ਜੀ ਦੇ ਬਾਰੇ ਅਤੇ ਤਰਲੋਚਨ ਜੀ ਦੇ ਬਾਰੇ ਲਿਖਿਆ ਭਗਤ ਭਾਈ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ। ਉਹ ਕਹਿੰਦੇ ਵੀ ਜਦੋਂ ਸਿਫਾਰਿਸ਼ ਕੀਤੀ ਅਤੇ ਫਿਰ ਰੱਬ ਨੇ ਕਿਹਾ, ਉਹ ਕਹਿੰਦੇ ਦਾਅਵੇ ਕਰਦਾ ਹੈ, ਤਰਲੋਚਨ ਦਾਅਵੇ ਕਰਦਾ ਸੀ ਜੀ। ਉਹ ਕਹਿੰਦੇ ਦਾਅਵੇ ਛੱਡ ਦੇ ਅਤੇ ਮਨ 'ਚੋਂ ਹੰਕਾਰ ਛੱਡ ਦੇ, ਅਸੀਂ ਉਹਨੂੰ ਪ੍ਰਗਟ ਹੋ ਕੇ ਦਰਸ਼ਨ ਦੇਵਾਂਗੇ। ਤਰਲੋਚਨ ਨਾਲ ਕਿਹੜਾ ਸਾਡਾ ਵੈਰ ਹੈ? ਹੁਣ ਮਾਫ਼ ਕਰਿਓ ਜੀ, ਅਸੀਂ ਵੀ ਦਾਅਵੇ ਕਰਦੇ ਹਾਂ ਅਤੇ ਅਸੀਂ ਮਨ 'ਚ ਹੰਕਾਰ ਰੱਖਿਆ ਹੋਇਆ। ਜਿੱਦੇ ਦਾਅਵੇ ਆਹ ਦੁਨੀਆਦਾਰੀ ਦੇ ਦਾਅਵੇ ਹੈ ਜੀ, ਇਹੀ ਤਰਲੋਚਨ ਕਰਦਾ ਸੀ। ਤਰਲੋਚਨ ਕਹਿੰਦਾ ਹੁੰਦਾ ਸੀ ਮੈਨੂੰ ਰੱਬ ਦਾ ਨਾਂ ਲੈਣ ਦੀ ਕੀ ਲੋੜ ਆ, ਮੈਂ ਤਾਂ ਬਾਹਮਣਾਂ ਦੇ ਜੰਮੇ ਪਹਿਲਾਂ ਹੀ, ਮੈਂ ਤਾਂ ਉੱਚੀ ਕੁਲ ਦੇ ਵਿੱਚ ਜੰਮਿਆ ਹੋਇਆ, ਤੁਹਾਨੂੰ ਲੋੜ ਹੈ। ਅਤੇ ਭਗਤ ਨਾਮਦੇਵ ਜੀ ਕਹਿੰਦੇ ਫਿਰ ਹੁਣ ਹਾੜੇ ਕਿਉਂ ਕੱਢਦਾ ਜੇ ਦਾਅਵੇ ਕਰਦਾ ਤਾਂ? ਹੁਣ ਕਹਿੰਦਾ ਮੈਨੂੰ ਰੱਬ ਨਾ ਮਿਲਾ ਦੇ।
इस तरह दावे नहीं करने जी। दावे करते रह गए तो फिर रब नहीं खुश होना। आ दुनियावी चीज़ों का नहीं कदे भी हंकार करना। इत्थे तो बड़े बड़े चले गए जी, बाणी की पंक्ति ले लो, राम गयो रावण गयो, जाको बहु परिवार कहो, नानक थिर कछ नहीं, सुपने ज्यों संसार। संसार दे विच दावे नहीं चलते होंदे। इत्थे तो महाराज कहते लंकागढ़ सोने का पया, मूर्ख रावण क्या ले गया। रावण की लंका ही सोने की सी जी। अज किते दिखदा लंका का गढ़ जिहड़ा सोने का सी। महाराज कहते 1 लाख पूत 1.25 लाख नाती, तह रावण कर दिया ना बाती। एडे बड़े परिवार वाले नहीं खड़े जी, तो असी किहदे विचारे हाँ। बस समझण की लोड़ है। मैं तां कहंदा हुन्ना जी, दावे ना करो। गुरु के घर दे विच आके निमरता नाल, मिठत नी भी नानका गुण चंगियाइयां तत्त। इत्थे गुण ते चंगियाइयां तां मिलणीਆਂ जी, इत्थे तां मिलणीਆਂ जे रब के नाम नाल जुड़ांगे, आपदे अंदर मिठत रखांगे, निमरता रखांगे, फिर गुरु की कृपा होंदी है। इन्नियां क बेनतियां प्रवान करियो जी। बोलदियां तो बड़ियां त्रुटियां भुल्लां गलतियां हो जांदियां। जी तां बड़ा करदा सी, बहुत वड्डा इतिहास आ भगत नामदेव जी का, इत्थे ही नहीं खत्म हो गया कोई। अजे तो बड़ी वारता पई सी उन्हां दे जीवन की सुनाउण लई। पर चलो समय दे आपां पाबंद आं, सारी संगत काम वाली है। इन्नियां क विचारां आप जरूर लेखे दे विच गुरु अपने लावे, आप प्रवान करियो जी। बोलदियां तो होईयां भुल्लां गलतियां त्रुटियां आप संगत ने माफ़ करनियां। माईओ कई बार बोलते तो मैथों कौड़ा शब्द बोलिया गया, भी अनजान बच्चा मैं, होईयां भुल्लां दी जरूर माफ़ी बख्शियो। गुरु की सत्कारयोग संगत है। पातशाह जी सोहणे दरबार की सेवा की है महाराज। जिहो जिहा तुसीं बुला लिया उहो जिहा संगत के सामने बोल के आप जी के बचन रखे महाराज। बोलदियां तो होईयां भुल्लां गलतियां त्रुटियां आप जी ने माफ़ करनियां। अगे तो समत बख्शनी, सोझी बख्शनी जी, सदा अंग संग्रह के सहायता करनी, चढ़दी कला बख्शिश करनी, विछड़ी हुई आत्मा नूं चरनां च निवास दिओ जी। टेढ़ियां मेढ़ियां जूनां तो बचा के रखियो। परिवार नूं बच्चों नूं भाणा मन्नण दा बल बख्शियो जी। सारी संगत गज के बुलाओ फतेह जी। वाहिगुरू जी का खालसा, वाहिगुरू जी की फतेह।